सतनाम श्री वाहिगुरु जी। डंडौत बंदन अनकबार, सर्व कला समरथ। डोलन ते राखो प्रभु, नानक दे कर हथ। तू बेअंत को विरला जान, गुर प्रसाद को शब्द पछाण। सेवक की अरदास प्यारे, जप जीवा प्रभ चरण तुम्हारे। सतनाम श्री वाहिगुरु जी। गौड़ी महला पंजवा। चिंता मण करुणामय, चिंता मण करुणामय। वाहिगुरु जी का खालसा, वाहिगुरु जी की फतेह। सतगुरु गरीब नवाज, दसां पातशाहियां दे हिरदा ਸਰੂਪ, ਚਵਰ ਤਖਤ ਛਤਰ ਦੇ ਮਾਲਕ, ਜੁਗੋ ਜੁਗ ਅਟਲ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾਜੀ ਨਵਾਜੀ, ਪਰਮ ਸਨਮਾਨਯੋਗ ਗੁਰੂ ਕਾ ਰੂਪ ਖਾਲਸਾ ਸਾਧ ਸੰਗਤ ਜੀਓ। ਜੋ ਸਤਿਗੁਰਾਂ ਦੀ ਪਰਮ ਪਵਿੱਤਰ ਅੰਮ੍ਰਿਤਮਈ ਧੁਰ ਕੀ ਬਾਣੀ, ਅਕਾਲੀ ਬਾਣੀ ਦੀ ਲੜੀਵਾਰ ਵਿਚਾਰ ਆਰੰਭ ਹੋਈ ਹੈ। ਗੁਰੂ ਕਿਰਪਾ ਸਦਕਾ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਅੰਗ 212 ਤੱਕ ਪਹੁੰਚੀ ਹੋਈ ਹੈ ਅਤੇ ਗੌੜੀ ਰਾਗ ਵਿੱਚ ਗੁਰਦੇਵ ਪੰਚਮ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਮਹਾਰਾਜ ਦੇ ਮੁਬਾਰਕ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਸ਼ਬਦਾਂ ਦੀ ਵਿਚਾਰ ਹੋ ਰਹੀ ਹੈ। ਸਤਿਗੁਰੂ ਜੀ ਦੀ ਕਿਰਪਾ ਨਾਲ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ 150 ਸ਼ਬਦਾਂ ਦੀ ਵਿਚਾਰ ਹੋ ਚੁੱਕੀ ਹੈ। ਇਸ ਤੋਂ ਅੱਗੇ ਸਤਿਗੁਰੂ ਜੀ ਜੋ ਬਚਨ ਫਰਮਾ ਰਹੇ ਨੇ, ਗੁਰੂ ਕਿਰਪਾ ਸਦਕਾ ਵਿਚਾਰੀਏ ਤੇ ਸੁਣੀਏ। ਗੌੜੀ ਮਹੱਲਾ ਪੰਜਵਾ। ਗੌੜੀ ਰਾਗਣੀ ਅੰਦਰ ਸ੍ਰੀ ਗੁਰੂ ਅਰਜਨ ਦੇਵ ਗੁਰੂ ਨਾਨਕ ਸਾਹਿਬ ਜੀ ਦਾ ਪੰਜਵਾਂ ਸਰੂਪ ਬਚਨ ਫਰਮਾਉਂਦੇ ਨੇ। ਕਰੁਣਾ ਚਿੰਤਾ ਮਣ ਕਰੁਣਾਮਏ। ਇੱਕ ਚਿੰਤਾਮਣੀ ਨਾਂ ਦਾ ਰਤਨ ਮੰਨਿਆ ਗਿਆ। ਜਿਸ ਨੂੰ ਉਹ ਪ੍ਰਾਪਤ ਹੋ ਜਾਏ, ਉਸ ਦੀਆਂ ਸਾਰੀਆਂ ਚਿਤਵਨੀਆਂ ਪੂਰੀਆਂ ਹੋ ਜਾਂਦੀਆਂ। ਜੋ ਚਿਤਵਨੀ ਕਰੇ, ਜੋ ਇੱਛਾ ਕਰੇ, ਉਹਦੀ ਇੱਛਾ ਪੂਰੀ ਹੋ ਜਾਂਦੀ ਹੈ। ਇਸ ਬਾਬਤ ਭਾਈ ਗੁਰਦਾਸ ਜੀ ਨੇ ਬਚਨ ਲਿਖਿਆ ਹੈ ਕਿ ਚਿੰਤਾ ਮਣ ਗੁਰ ਛੱਡ ਕੇ, ਚਿੰਤਾ ਮਣ ਚਿੰਤਾ ਨਾ ਗਵਾਏ। ਚਿਤਵਣੀਆਂ ਲਖ ਰਾਤ ਦੇਹ, ਤਰਾਸ ਨਾ ਤ੍ਰਿਸ਼ਨਾ ਅਗਨ ਬੁਝਾਏ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਮੇਰੀ ਸਮਝ ਮੁਤਾਬਕ ਤਾਂ ਅਸਲੀ ਚਿੰਤਾਮਣੀ ਦੀ ਨਿਆਈ ਸਤਿਗੁਰੂ ਜੀ ਹਨ, ਕਿਉਂਕਿ ਸਤਿਗੁਰੂ ਦੀ ਸ਼ਰਨ ਆਉਣ ਦੇ ਨਾਲ ਜਿੱਥੇ ਮਨ ਬਾਂਛਤ ਫਲ ਪ੍ਰਾਪਤ ਹੁੰਦੇ ਨੇ, ਉੱਥੇ ਜੰਮਣ ਮਰਨ ਦਾ ਡਰ, ਜਮਾਂ ਦਾ ਡਰ ਨਹੀਂ ਰਹਿ ਜਾਂਦਾ ਔਰ ਤ੍ਰਿਸ਼ਨਾ ਦੀ ਅੱਗ ਵੀ ਅੰਦਰੋਂ ਬੁਝ ਜਾਂਦੀ ਹੈ ਅਤੇ ਸਕੂਨ, ਆਤਮਿਕ ਸੁੱਖ ਪ੍ਰਾਪਤ ਹੁੰਦਾ। ਪਰ ਜਿਹੜੀ ਸੰਸਾਰੀ ਉਹ ਚਿੰਤਾਮਣੀ ਹੈ, ਜੇ ਸਤਿਗੁਰੂ ਦੇ ਚਰਨਾਂ ਨੂੰ ਛੱਡ ਕੇ ਉਸ ਚਿੰਤਾਮਣੀ ਦੇ ਮਗਰ ਭੱਜ ਤੁਰੀਏ ਤਾਂ ਉਹ ਸਾਡੀਆਂ ਚਿੰਤਾ ਨਹੀਂ ਦੂਰ ਕਰ ਸਕਦੀ। ਚਿੰਤਾਮਣੀ ਜਾਂ ਰਤਨ ਜਿਹੜਾ ਹੈ, ਜਿਹਦਾ ਨਾਮ ਚਿੰਤਾਮਣੀ ਹੈ, ਉਹ ਸਾਡੀਆਂ ਚਿੰਤਾ ਨਹੀਂ ਦੂਰ ਕਰ ਸਕੇਗਾ। ਸੋਗ ਫਿਕਰ ਉਸੇ ਤਰ੍ਹਾਂ ਵਿਆਪਦੇ ਰਹਿਣਗੇ ਔਰ ਨਾ ਉਹ ਸਾਡਾ ਡਰ ਜੰਮਣ ਮਰਨ ਦਾ, ਜਮਾਂ ਦਾ ਦੂਰ ਕਰ ਸਕਦਾ ਹੈ ਅਤੇ ਨਾ ਹੀ ਉਹ ਤ੍ਰਿਸ਼ਨਾ ਦੀ ਅੱਗ ਬੁਝਾ ਸਕਦਾ। ਜੇ ਚਾਹੁੰਦੇ ਅਸੀਂ ਵੀ ਅਸਲੀ ਮਨ ਦੇ ਤਾਈਂ ਸੁੱਖ ਮਿਲੇ ਤਾਂ ਫਿਰ ਉਹ ਸਤਿਗੁਰੂ ਮਹਾਰਾਜ ਦੀ ਸ਼ਰਨ ਹੀ ਹੈ। ਸਤਿਗੁਰੂ ਜੀ ਹੀ ਚਿੰਤਾਮਣੀ ਦੀ ਨਿਆਈ ਹਨ, ਅਸਲੀ ਚਿੰਤਾਮਣੀ। ਇੱਥੇ ਵੀ ਅਕਾਲ ਪੁਰਖ ਪਰਮਾਤਮਾ ਦੇ ਸਨਮੁਖ ਬਚਨ ਕਰ ਰਹੇ ਨੇ ਗੁਰੂ ਅਰਜਨ ਦੇਵ ਜੀ ਕਿ ਹੇ ਅਕਾਲ ਪੁਰਖ ਵਾਹਿਗੁਰੂ, ਤੁਸੀਂ ਹੀ ਅਸਲੀ ਚਿੰਤਾਮਣੀ ਹੋ, ਕਰੁਣਾਮਏ। ਕਰੁਣਾਮਏ ਦਾ ਅਰਥ ਹੈ ਤਰਸ ਰੂਪ। ਤੁਸੀਂ ਤਰਸ, ਦਇਆ, ਮਿਹਰ, ਮਾਇਆ ਦਾ ਸਰੂਪ ਹੋ ਅਤੇ ਮਹਾਰਾਜ ਸੱਚੇ ਪਾਤਸ਼ਾਹ ਸਾਰੀਆਂ ਚਿਤਵਨੀਆਂ, ਮਨ ਇੱਛਤ ਫਲਾਂ ਨੂੰ ਬਖਸ਼ਣ ਵਾਲੇ, ਚਿੰਤਾ ਦੂਰ ਕਰਨ ਵਾਲੇ, ਚਿੰਤਾਮਣੀ ਦੀ ਨਿਆਈ ਹੋ ਰਹਾਓ। ਦੀਨ ਦਇਆਲਾ ਪਾਰ ਬ੍ਰਹਮ, ਹੇ ਪਾਪਾਂ ਪੁੰਨਾਂ ਤੋਂ ਪਰੇ ਜਿਹੜੀ ਸੰਸਾਰਕ ਰਚਨਾ ਹੈ ਜਾਂ ਮਾਇਆ ਹੈ, ਇਸ ਤੋਂ ਵੀ ਪਰੇ ਬ੍ਰਹਮ ਸ਼ੁੱਧ ਸਰੂਪ ਅਕਾਲ ਪੁਰਖ ਜੀ, ਤੁਸੀਂ ਦੀਨ ਦਇਆਲਾ ਹੋ। ਦੀਨ ਜਿਹੜੇ ਆਜ਼ਿਜ਼, ਨਿਮਾਣੇ, ਗਰੀਬ
ਇੱਛਾ ਭੈ ਸੰਯੁਗਤ ਹੋ ਕੇ ਸ਼ਰਨ ਪੈਣ ਵਾਲੇ ਹੋਣ, ਉਹਨਾਂ ਦੇ ਉੱਪਰ ਤੁਸੀਂ ਦਇਆਲੂ ਹੋਣ ਵਾਲੇ ਹੋ। ਉਹਨਾਂ ਵਾਸਤੇ ਤੁਸੀਂ ਦਇਆ ਦਾ ਸਰੂਪ ਹੋ, ਦਇਆ ਦਾ ਘਰ ਹੋ। ਜਾ ਕੇ ਸਿਮਰਨ ਸੁਖ ਪਏ। ਜਿਸ ਆਪ ਜੀ ਦੇ ਸਿਮਰਨ ਕਰਨ ਕਰਕੇ ਸਾਨੂੰ ਸੁਖ ਦੀ ਪ੍ਰਾਪਤੀ ਹੋਈ ਹੈ। ਸਾਡੇ ਹਿਰਦੇ 'ਚ ਸਾਰੇ ਸੁਖ ਹੋ ਆਏ ਹਨ। ਅਸਲੀ ਸੱਚੇ ਸੁਖ ਜਿਹੜੇ ਹਨ ਉਹ ਅੰਦਰ ਸਾਡੇ ਪ੍ਰਾਪਤ ਹੋਏ ਨੇ। ਜਿਸ ਆਪ ਜੀ ਦੇ ਸਿਮਰਨ ਦੁਆਰਾ ਤੁਹਾਡੇ ਭਗਤਾਂ ਨੂੰ ਹਮੇਸ਼ਾ ਸੁਖ ਮਿਲੇ ਹਨ। ਅਕਾਲ ਪੁਰਖ ਅਗਾਧ ਬੋਧ, ਤੂੰ ਅਕਾਲ ਪੁਰਖ ਨਾਹੀਂ ਸਿਰ ਕਾਲਾ। ਜਿਸ ਦੇ ਸਿਰ 'ਤੇ ਕਾਲ ਨਹੀਂ ਹੈ, ਕਾਲ ਦਾ ਸਮੇਂ ਦਾ ਕੋਈ ਪ੍ਰਭਾਵ ਨਹੀਂ, ਉਹਨੂੰ ਕਹਿੰਦੇ ਨੇ ਅਕਾਲ। ਕਾਲ ਅਕਾਲ ਖਸਮ ਕਾ ਕੀਨਾ, ਇਹ ਪਰਪੰਚ ਵਧਾਵਨ। ਸੋ ਇਸ ਪ੍ਰਕਾਰ ਸਭਨਾਂ ਦੇ ਸਿਰ 'ਤੇ ਕਾਲ ਦਾ ਭੈ ਹੈ, ਕਾਲ ਦਾ ਡੰਕਾ ਵੱਜ ਰਿਹਾ ਹੈ, ਪਰ ਪ੍ਰਮਾਤਮਾ ਅਕਾਲ ਹੈ। ਅਸੀਂ ਸਰੀਰਕ ਤੌਰ 'ਤੇ ਜਨਮ ਹੋਇਆ, ਪਹਿਲਾਂ ਛੋਟਾ ਜਿਹਾ ਸਰੀਰ ਸੀ, ਬਚਪਨ, ਫਿਰ ਥੋੜ੍ਹਾ ਕਿਸ਼ੋਰ ਅਵਸਥਾ, ਫਿਰ ਜਿਹਨੂੰ ਅੰਗਰੇਜ਼ੀ 'ਚ ਟੀਨ ਕਹਿੰਦੇ ਨੇ, ਟੀਨਏਜਰ, ਫਿਰ ਇਸੇ ਤਰ੍ਹਾਂ ਅਡਲਟ ਮਨੁੱਖ ਬਣ ਗਏ, ਤਗੜੇ ਜਵਾਨ ਹੋ ਗਿਆ ਸਰੀਰ, ਫਿਰ ਜਵਾਨੀ ਢਲਣ ਲੱਗ ਪਈ, ਪ੍ਰੌੜਿਆ ਅਵਸਥਾ, ਅਧਖੜ ਉਮਰ, ਫਿਰ ਬੁਢਾਪਾ, ਅਤੇ ਫਿਰ ਸਰੀਰ ਦਾ ਖਾਤਮਾ। ਇਸੇ ਤਰ੍ਹਾਂ ਹੋਰ ਵਸਤੂਆਂ, ਇੱਥੋਂ ਤੱਕ ਸੂਰਜ, ਚੰਦਰਮਾ, ਤਾਰਿਆਂ ਦੀ ਵੀ ਉਮਰ ਘਟਦੀ ਜਾ ਰਹੀ ਹੈ। ਜਿੰਨੇ ਖੰਡ ਬ੍ਰਹਿਮੰਡ ਪੁਰੀਆਂ ਬਣਾਈਆਂ, ਧਰਤੀ ਹੈ, ਸਮੁੰਦਰ ਹੈ, ਤਾਰੇ ਹਨ, ਸਾਰੇ ਹੀ ਖਾਤਮੇ ਵਾਲੇ ਪਾਸੇ ਨੂੰ ਜਾ ਰਹੇ ਨੇ। ਪਰ ਇੱਕ ਅਕਾਲ ਪੁਰਖ ਹੈ, ਪਰਮਾਤਮਾ ਹੈ, ਵਾਹਿਗੁਰੂ ਹੈ, ਜਿਸ ਦੇ ਉੱਪਰ ਸਮੇਂ ਦਾ ਪ੍ਰਭਾਵ ਨਹੀਂ ਪੈਂਦਾ। ਸਾਰਿਆਂ ਸਮਿਆਂ 'ਚ ਇੱਕੋ ਜਿਹਾ ਹੀ ਹੈ ਵਾਹਿਗੁਰੂ, ਇੱਕ ਰਸ ਹੈ। ਅਕਾਲ ਪੁਰਖ, ਪੁਰਖ ਪੂਰਨ ਹੈ, ਪੁਰਖ ਖਸਮ ਹੈ, ਪਤੀ ਹੈ ਸਾਰੀ ਸ੍ਰਿਸ਼ਟੀ ਦੇ ਜੀਆਂ ਦਾ। ਅਗਾਧ ਬੋਧ, ਜਿਸ ਪਰਮਾਤਮਾ ਦੀ ਸਮਝ, ਅਕਾਲ ਪੁਰਖ ਦਾ ਜੋ ਬੋਧ ਗਿਆਨ ਹੈ, ਉਹ ਅਗਾਧ, ਬਹੁਤ ਡੂੰਘਾ, ਅਥਾਹ ਹੈ। ਜਿਵੇਂ ਸਮੁੰਦਰ ਬਹੁਤ ਡੂੰਘਾ ਹੈ ਜਾਂ ਅਥਾਹ ਮੰਨਿਆ ਗਿਆ ਵੀ ਇਹਦੀ ਥਾਹ ਨਹੀਂ ਪਾਈ ਜਾਂਦੀ, ਇਹ ਅਥਾਹ ਹੈ। ਇਸੇ ਤਰ੍ਹਾਂ ਪਰਮਾਤਮਾ ਦਾ ਜਿਹੜਾ ਗਿਆਨ ਹੈ ਉਹ ਵੀ ਬਹੁਤ ਅਥਾਹ ਹੈ, ਮਿਣਵਾ ਤੋਲਵਾ ਨਹੀਂ ਹੈ। ਸੁਣਤ ਜਸੋ ਕੋਟ ਅਗ ਖਏ, ਹੇ ਅਕਾਲ ਪੁਰਖ ਅਗਾਧ ਬੋਧ ਵਾਹਿਗੁਰੂ ਜੀ, ਤੁਹਾਡਾ ਜਸ ਸੁਣਦਿਆਂ ਹੋਇਆਂ ਕਰੋੜਾਂ ਪਾਪ ਖਏ, ਨਾਸ ਹੋ ਜਾਂਦੇ ਨੇ। ਸਾਡੇ ਹੋਏ, ਪਿਛਲੇ ਸਮਿਆਂ 'ਚ ਭਗਤਾਂ ਦੇ ਨਾਸ ਹੋਏ, ਹੁਣ ਹੋ ਰਹੇ ਨੇ, ਆਉਣ ਵਾਲੇ ਸਮੇਂ 'ਚ ਹੋਣਗੇ। ਜਿਸ ਆਪ ਜੀ ਦੇ ਜਸ ਵਿੱਚ ਇੰਨੀ ਤਾਕਤ ਸਮਰੱਥਾ ਹੈ ਕਿ ਕਰੋੜਾਂ ਪਾਪਾਂ ਨੂੰ ਨਾਸ ਕਰ ਦਿੰਦਾ ਹੈ। ਗੁਰ ਕਾ ਸ਼ਬਦ ਕਾਟੈ ਕੋਟ ਕਰਮ, ਕਰੋੜਾਂ ਮਾੜੇ ਕਰਮਾਂ ਦਾ ਖਾਤਮਾ ਗੁਰੂ ਦਾ ਸ਼ਬਦ ਕਰਦਾ ਹੈ, ਜਿਸ ਵਿੱਚ ਪਰਮੇਸ਼ਰ ਦੀ ਸਿਫਤ ਹੈ। ਇਸ ਕਰਕੇ ਸੁਣਤ ਜਸੋ, ਜਿਸ ਆਪ ਜੀ ਦਾ ਜਸ ਸੁਣਦਿਆਂ ਹੋਇਆਂ ਕੋਟ ਅਗ ਖਏ, ਕਰੋੜਾਂ ਅਗ ਪਾਪ ਨਾਸ ਹੋ ਜਾਂਦੇ ਹਨ। ਕਿਰਪਾ ਨਿਧ ਪ੍ਰਭ ਮਇਆ ਧਾਰ, ਹੇ ਕਿਰਪਾ ਦੇ ਖਜ਼ਾਨੇ ਵਾਹਿਗੁਰੂ ਜੀ, ਤੁਸੀਂ ਜਦੋਂ ਮਇਆ ਧਾਰਨ ਕਰਦੇ ਹੋ ਨਾ, ਤਰਸ ਧਾਰਨ ਕਰਦੇ ਹੋ, ਦਇਆ ਧਾਰਨ ਕਰਦੇ ਹੋ, ਦ੍ਰਵੀਭੂਤ ਹੁੰਦੇ ਹੋ ਸੱਚੇ ਪਾਤਸ਼ਾਹ, ਨਾਨਕ ਹਰ ਹਰ ਨਾਮ ਲਏ, ਤਾਂ ਤੁਹਾਡਾ ਸੇਵਕ ਤੁਹਾਡੇ ਹਰ ਹਰ ਹਰੀ ਹਰੀ ਨਾਮ ਨੂੰ ਲਏ ਉਚਾਰਨ ਕਰਦਾ ਹੈ। ਤੁਹਾਡੇ ਮਹਾਰਾਜ ਦਇਆ ਮਇਆ ਧਾਰਨ ਕਰਕੇ, ਕਿਰਪਾ ਕਰਨ ਕਰਕੇ, ਮਿਹਰ ਕਰਨ ਕਰਕੇ ਹੀ ਤੁਹਾਡੇ ਵਾਹਿਗੁਰੂ ਵਾਹਿਗੁਰੂ ਨਾਮ ਨੂੰ ਉਚਾਰਨ ਕੀਤਾ ਜਾ ਸਕਦਾ ਹੈ। ਗੌੜੀ ਪੂਰਬੀ ਮਹੱਲਾ ਪੰਜਵਾਂ। ਗੌੜੀ ਰਾਗਣੀ ਦੀ ਪੂਰਬੀ ਵੰਨਗੀ ਹੈ, ਜਿਸ ਦੇ ਅੰਦਰ ਸਤਿਗੁਰੂ ਅਰਜਨ ਦੇਵ ਮਹਾਰਾਜ ਬਚਨ ਫਰਮਾ ਰਹੇ ਨੇ, ਮੇਰੇ ਮਨ ਸਾਰਣ ਪ੍ਰਭੂ ਸੁਖ ਪਾਏ। ਮਨ ਨੂੰ ਸੰਬੋਧਨ ਕਰਕੇ ਉਪਦੇਸ਼। ਤਿੰਨ ਤਰ੍ਹਾਂ ਦੇ ਬਗਤੇ ਹੁੰਦੇ ਨੇ, ਉੱਤਮ, ਮੱਧਮ ਅਤੇ ਕਨਿਸ਼ਟ। ਕਨਿਸ਼ਟ ਨੀਵੇਂ ਦਰਜੇ ਦਾ ਉਪਦੇਸ਼ਕ। ਇੱਕ ਤਾਂ ਉਪਦੇਸ਼ ਦਿੰਦਾ, ਦੂਜਿਆਂ ਨੂੰ ਆਪ ਕਮਾਉਂਦਾ ਨਹੀਂ, ਅਤੇ ਝਗੜੇ ਬਹਿਸਾਂ ਕਰਦਾ, ਵਤੰਡਾਵਾਦ ਕਰਦਾ, ਗਲ ਪੈ ਜਾਂਦਾ, ਝਗੜਦਾ। ਇੱਕ ਉਹ ਹੁੰਦਾ। ਇੱਕ ਮੱਧਮ ਬਗਤਾ ਹੁੰਦਾ, ਭਈ ਚੰਗਾ ਉਪਦੇਸ਼ ਕਥਨ ਕਰਦਾ, ਪਰ ਆਪ ਧਾਰਨ ਨਹੀਂ ਕਰ ਸਕਿਆ। ਇੱਕ ਉੱਤਮ ਬਗਤਾ ਹੁੰਦਾ, ਆਪਣੇ ਆਪ ਉਹਨੂੰ ਉਪਦੇਸ਼ ਦੇਣ ਦੀ ਇੱਛਾ ਨਹੀਂ ਹੈ, ਉਹ ਆਪਣੇ ਮਨ ਨੂੰ ਸਮਝਾਉਂਦਾ ਰਹਿੰਦਾ, ਅਤੇ ਜੇ ਉਹਦੇ ਕੋਲ ਚੱਲ ਕੇ ਵੀ ਕੋਈ ਆਏ, ਉਪਦੇਸ਼ ਦੀ ਜਾਂਚ ਨਾ ਕਰੇ, ਉਪਦੇਸ਼ ਧਾਰਨ ਕਰਨਾ ਚਾਹੇ ਸੁਣ ਕੇ, ਫਿਰ ਵੀ ਉਹ ਜਦੋਂ ਉਪਦੇਸ਼
ਕਥਨ ਕਰੇ ਤੇ ਆਪਣੇ ਮਨ ਨੂੰ ਮੂਹਰੇ ਰੱਖ ਕੇ ਉਪਦੇਸ਼ ਕਥਨ ਕਰੇ, ਤੇ ਉਹ ਹੋਵੇ ਸਾਰਿਆਂ ਦੀ ਕਲਿਆਣ ਕਰਨ ਵਾਲਾ ਉਪਦੇਸ਼, ਸਭ ਲਈ ਸਾਂਝਾ ਉਪਦੇਸ਼, ਸਭਨਾਂ ਦਾ ਭਲਾ ਕਰਨ ਵਾਲਾ ਉਪਦੇਸ਼। ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਮਨਾਂ ਨੂੰ ਉਪਦੇਸ਼ ਦੇਣ ਵਾਸਤੇ ਕਹਿ ਰਹੇ ਨੇ, ਮੇਰੇ ਮਨ, ਕਿ ਭਾਈ ਆਪਣੇ ਮਨ ਨੂੰ ਸਮਝਾਓ ਕਿ ਇਹ ਮੇਰੇ ਮਨਾ, ਸ਼ਰਨ ਪ੍ਰਭੂ ਸੁਖ ਪਾਏ। ਜਿਨ੍ਹਾਂ ਨੇ ਵੀ ਵਾਹਿਗੁਰੂ ਅਕਾਲ ਪੁਰਖ ਪ੍ਰਭੂ ਦੀ ਸ਼ਰਨ ਗ੍ਰਹਿਣ ਕੀਤੀ ਹੈ, ਜੋ ਸ਼ਰਨ ਵਿੱਚ ਆਏ ਨੇ, ਉਹਨਾਂ ਨੇ ਆਤਮਿਕ ਸੁਖ ਪ੍ਰਾਪਤ ਕੀਤਾ ਹੈ। ਸਾਰੇ ਸੁਖ ਉਹਨਾਂ ਨੇ ਪ੍ਰਾਪਤ ਕਰ ਲਏ। ਪ੍ਰਭੂ ਦੀ ਸ਼ਰਨ ਵਿੱਚ ਤਾਂ ਸੁਖ ਹੀ ਸੁਖ ਹਨ, ਦੁੱਖ ਨਹੀਂ ਹੈ। ਜਾ ਦਿਨ ਬਿਸਰੈ ਪ੍ਰਾਨ ਸੁਖ ਦਾਤਾ, ਸੋ ਦਿਨ ਜਾਤ ਅਜਾਏ। ਜਾ ਦਿਨ ਜਿਸ ਦਿਨ ਵਿਸਰ ਜਾਂਦਾ ਹੈ ਪ੍ਰਾਣਾਂ ਦਾ ਆਸਰਾ ਰੂਪ ਪਰਮਾਤਮਾ ਤੇ ਸਾਰੇ ਸੁੱਖਾਂ ਦਾ ਦਾਤਾ ਵਾਹਿਗੁਰੂ, ਜਿਹੜਾ ਭਗਤਾਂ ਦੀ ਜਿੰਦ ਜਾਨ ਹੈ, ਜਿਹੜਾ ਸਾਡੇ ਪ੍ਰਾਣ ਦਾਤਾ ਹੈ, ਪ੍ਰਾਣਾ ਸਵਾਸਾਂ ਦਾ ਵੀ ਦਾਤਾ ਹੈ ਤੇ ਸੁੱਖਾਂ ਦਾ ਵੀ ਦਾਤਾ ਹੈ। ਜਿਸ ਦਿਨ ਉਹ ਵਾਹਿਗੁਰੂ ਪ੍ਰਾਣ ਸੁਖ ਦਾਤਾ ਪਰਮਾਤਮਾ ਭੁੱਲ ਜਾਂਦਾ ਹੈ, ਸੋ ਦਿਨ ਜਾਤ ਜਾਏ। ਉਹ ਦਿਨ ਐਵੇਂ ਵਿਅਰਥ ਹੀ ਚਲਾ ਜਾਂਦਾ ਹੈ। ਦਮ ਦਮ ਸਦਾ ਸੰਭਾਲਦਾ ਦਮ ਨਾ ਬਿਰਥਾ ਜਾਏ। ਜੇ ਵਾਹਿਗੁਰੂ ਦਾ ਨਾਮ ਸਿਮਰਨ ਸਵਾਸ ਨਾਲ ਨਾ ਹੋਏ ਤੇ ਫਿਰ ਸਮਝੋ ਸਵਾਸ ਬਿਰਥਾ ਜਾ ਰਿਹਾ। ਇਸ ਪ੍ਰਕਾਰ ਤਾਂ ਹੀ ਹਜ਼ੂਰ ਨੇ ਕਿਹਾ, ਜੇਤੇ ਸਾਸ ਗਰਾਸ ਮਨ ਲੇਤਾ, ਤੇਤੇ ਹੀ ਗੁਣ ਗਾਈ ਹੈ। ਜਿੰਨੇ ਮਨਾਂ ਤੂੰ ਸਾਹ ਲੈਣਾ, ਜਿੰਨੀਆਂ ਬੁਰਕੀਆਂ ਭੋਜਨ ਦੀਆਂ ਮੁੱਖ 'ਚ ਪਾਉਣਾ, ਉਨੀ ਵਾਰੀ ਹੀ ਪਰਮਾਤਮਾ ਦਾ ਨਾਮ ਜਪ ਗੁਣ ਗਾ। ਜਿਸ ਦਿਨ ਪਰਮਾਤਮਾ ਵਿਸਰ ਜਾਂਦਾ ਹੈ, ਉਹ ਦਿਨ ਵਿਅਰਥ ਚਲਾ ਜਾਂਦਾ ਹੈ, ਅਜਾਈਂ ਚਲਾ ਜਾਂਦਾ, ਕਿਸੇ ਕੰਮ ਨਹੀਂ ਆਉਂਦਾ ਹੈ। ਰਹਾਓ ਏਕ ਰੈਣ ਕੇ ਪਾਹੁਨ ਤੁਮ ਆਏ, ਬਹੁ ਜੁਗ ਆਸ ਵਧਾਏ। ਹੇ ਮੇਰੇ ਮਨਾ, ਤੂੰ ਤਾਂ ਇੰਝ ਹੈ ਜਿਵੇਂ ਕੋਈ ਇੱਕ ਰਾਤ ਵਾਸਤੇ ਪ੍ਰਾਹੁਣਾ ਆਏ ਕਿਸੇ ਘਰ 'ਚ, ਤੇ ਉਹਦਾ ਧਿਆਨ ਉਸ ਘਰ ਵਿੱਚ ਨਹੀਂ ਹੁੰਦਾ, ਆਪਣੇ ਘਰ 'ਚ ਹੁੰਦਾ। ਉਹਦਾ ਖਿਆਲ ਰਾਤ ਸੁੱਤਿਆਂ ਪਿਆਂ ਵੀ ਆਪਣੇ ਪਰਿਵਾਰ 'ਚ ਹੁੰਦਾ। ਉਹਨੂੰ ਪਤਾ ਹੈ ਕਿ ਮੈਂ ਇੱਕ ਰਾਤ ਦਾ ਪ੍ਰਾਹੁਣਾ ਹਾਂ, ਇਹ ਘਰ ਮੇਰਾ ਆਪਣਾ ਨਹੀਂ। ਭਾਵੇਂ ਮਖਮਲੀ ਛੇਜ ਹੋਵੇ, 36 ਪ੍ਰਕਾਰ ਦੇ ਪਦਾਰਥ ਉਹਦੇ ਅੱਗੇ ਪਰੋਸੇ ਜਾਣ, ਬੜੀ ਆਓ ਭਗਤ ਹੋਏ, ਪਰ ਤਾਂ ਵੀ ਉਹਨੂੰ ਇਹ ਤਾਂ ਪਤਾ ਹੈ ਨਾ ਕਿ ਇੱਥੇ ਮੈਂ ਸਿਰਫ ਦਿਹਾੜੀ ਡੰਗ ਵਾਸਤੇ ਆਇਆ, ਇਹ ਪ੍ਰਾਹੁਣਾਚਾਰੀ ਕਰ ਰਹੇ ਨੇ, ਮੇਰਾ ਆਪਣਾ ਘਰ ਨਹੀਂ ਹੈ, ਇੱਥੋਂ ਜਾਣਾ ਹੀ ਪੈਣਾ। ਇਸ ਪ੍ਰਕਾਰ ਹਜ਼ੂਰ ਕਹਿੰਦੇ, ਜਿਵੇਂ ਇੱਕ ਰਾਤ ਦਾ ਕੋਈ ਪ੍ਰਾਹੁਣਾ ਆਉਂਦਾ, ਇਸੇ ਤਰ੍ਹਾਂ ਤੁਹਾਡੇ ਜੀਵਨ ਦੀ ਜਿਹੜੀ ਉਮਰ ਹੈ ਨਾ, ਇਹ ਮਾਨੋ ਇੱਕ ਰਾਤ ਹੈ। ਇੱਕ ਰਾਤ ਦੇ ਪ੍ਰਾਹੁਣੇ ਤੁਸੀਂ ਇਸ ਦੁਨੀਆ 'ਚ ਆਏ ਹੋ, ਪਰ ਬਹੁਤ ਜੁਗ ਆਸ ਵਧਾਏ। ਤੁਸਾਂ ਨੇ ਬਹੁਤ ਯੁੱਗਾਂ ਤੱਕ ਜਿਵੇਂ ਜਿਉਂਦੇ ਰਹਿਣਾ, ਇਸ ਤਰ੍ਹਾਂ ਦੀ ਆਸ ਵਧਾਈ ਹੋਈ ਹੈ। ਦੂਜਾ ਅਰਥ ਇੰਝ ਵੀ ਕੀਤਾ ਕਿ ਬਹੁਤ ਯੁੱਗਾਂ ਤੱਕ ਜਿਉਂਦੇ ਰਹਿਣ ਦੀ ਆਸ ਵਿੱਚ ਆਪਣੇ ਆਪ ਨੂੰ ਬਣਾ ਲਿਆ ਹੈ, ਆਪਣੇ ਆਪ ਨੂੰ ਬੰਨ੍ਹ ਲਿਆ ਹੈ। ਅਤੇ ਮੁੱਖ ਅਰਥ ਇਹੀ ਹੈ ਕਿ ਬਹੁਤ ਯੁੱਗਾਂ ਤੱਕ ਆਪਣੀ ਆਸ ਜਿਉਂਦੇ ਰਹਿਣ ਦੀ ਵਧਾਈ ਹੋਈ ਹੈ। ਇਸ ਤਰ੍ਹਾਂ ਦੀਆਂ ਆਸਾਂ ਲਾਈਆਂ ਜਿਵੇਂ ਕਈ ਯੁੱਗਾਂ ਤੱਕ ਇੱਥੇ ਦੁਨੀਆ 'ਤੇ ਜਿਉਂਦੇ ਰਹਿਣਾ ਹੈ। ਭਾਈ ਗੁਰਦਾਸ ਨੇ ਸਤਿਯੁਗੀ ਲੋਕਾਂ ਦੀ ਗੱਲ ਕਹੀ ਹੈ, ਭਈ ਲੱਖ ਵਰ੍ਹਿਆਂ ਦੀ ਆਰਜਾ। ਉਦੋਂ ਲੱਖ ਵਰ੍ਹਾ ਉਮਰ ਸੀ, ਕਹਿੰਦੇ ਸਤਿਯੁਗ ਦੇ ਲੋਕਾਂ ਨੂੰ, ਤਾਂ ਹੀ ਉਹਨਾਂ ਨੂੰ ਸਲਾਹਿਆ ਜਾਂਦਾ, ਵਡਿਆਇਆ ਜਾਂਦਾ ਵੀ ਲੱਖ ਵਰ੍ਹਿਆਂ ਦੀ ਆਰਜਾ, ਕੋਠੇ ਕੋਟ ਨਾ ਮੰਦਰ ਸਾਜੇ। ਨਾ ਉਹ ਕੋਠੇ ਮਕਾਨ ਬਣਾਉਂਦੇ ਸੀ, ਨਾ ਕੋਟ ਕਿਲੇ ਬਣਾਉਂਦੇ ਸਨ, ਨਾ ਪੱਕੇ ਮੰਦਰ ਮਕਾਨ ਬਣਾਉਂਦੇ ਸੀ। ਔਰ ਕਰਨ ਉਹ ਗੁਜ਼ਾਰਾ ਕਰਦੇ ਸੀ ਝੁੱਗੀਆਂ 'ਚ। ਕੋਠੇ ਕੋਟ ਨਾ ਮੰਦਰ ਸਾਜੇ, ਕਰਨ ਤਪੱਸਿਆ ਬਨ ਵਿਖੇ। ਝੁੱਗੀਆਂ 'ਚ ਰਹਿ ਕੇ ਤੇ ਬਣਾ 'ਚ ਰਹਿ ਕੇ ਉਹ ਤਪੱਸਿਆ ਕਰਦੇ ਸਨ। ਔਰ ਵਕਤ ਗੁਜ਼ਾਰਨ ਪਿੰਨੀ ਸਾਗੇ, ਸਾਗ ਦੀ ਪਿੰਨੀ ਬਣਾ ਕੇ ਰੱਖਦੇ ਸੀ ਜਾਂ ਪਾਣੀ ਪੀਂਦੇ ਸਨ। ਜਦੋਂ ਭੁੱਖ ਲੱਗਦੀ ਸੀ, ਉਹ ਸਾਗ ਦੇ ਪਿੰਨ ਨੂੰ ਚੱਕ ਮਾਰ ਲੈਂਦੇ ਸੀ। ਇਸ ਪ੍ਰਕਾਰ ਦੇ ਕਲਯੁਗ ਦੇ ਸਮੇਂ 'ਚ ਵੀ ਕੁਝ ਮਹਾਤਮਾ ਗੁਰਮੁਖ ਪਿਆਰੇ ਸਾਡੇ ਪੰਥ ਵਿੱਚ ਐਸੇ ਨੇ, ਜਿਵੇਂ ਬਾਬਾ ਬਿਸ਼ਨ ਸਿੰਘ ਜੀ ਮੁਰਾਲੇ ਵਾਲੇ ਸੰਤ ਜੀ। ਉਹ 2 ਮੁੱਠਾਂ ਛੋਲਿਆਂ ਦੀਆਂ ਅਤੇ ਜਾਂ ਗੜਵਾ ਜਲ ਦਾ ਕੋਲ ਰੱਖ ਲੈਂਦੇ ਸੀ ਅਤੇ ਸਾਰਾ ਦਿਨ ਅੰਮ੍ਰਿਤ ਵੇਲੇ ਤੋਂ ਲੈ ਕੇ ਰਾਤ ਤੱਕ ਭਜਨ ਕਰਦੇ ਸਨ। ਅਤੇ 2 ਮੁੱਠਾਂ ਛੋਲਿਆਂ ਦੀਆਂ, ਸਾਲ 'ਚੋਂ ਕੁਝ ਮਹੀਨੇ 23 ਘੰਟੇ ਵੀ ਉਹ ਬੈਠੇ ਰਹਿੰਦੇ ਸੀ ਸਿਮਰਨ ਕਰਦੇ, 1 ਘੰਟਾ ਹੀ ਬਿਰਾਜਦੇ ਸਨ। ਐਸਾ ਵਾਹਿਗੁਰੂ ਦੇ ਭਜਨ ਵਿੱਚ ਉਹਨਾਂ ਦਾ ਚਿੱਤ ਪਰੋਤਾ ਹੋਇਆ ਸੀ। ਉਹ ਕਹਿੰਦੇ ਵੀ 1 ਘੰਟਾ ਪਰਮੇਸ਼ਰ ਦੀ ਬਣਾਈ ਮਰਿਆਦਾ ਪੂਰੀ ਕਰਦੇ ਹਾਂ, ਇਹ ਕੁਝ ਸਮਾਂ ਆਰਾਮ ਦੇਣਾ ਚਾਹੀਦਾ ਸਰੀਰ ਨੂੰ, ਨਹੀਂ ਤਾਂ ਚਿੱਤ ਨਹੀਂ ਸਾਡਾ ਕਰਦਾ। ਐਸਾ ਵਾਹਿਗੁਰੂ ਦੇ ਨਾਮ ਚਿੱਤ ਜੁੜਿਆ ਸੀ, ਸਿਮਰਨ ਨਹੀਂ ਸੀ ਛੱਡਣਾ ਚਾਹੁੰਦੇ। ਸੋ ਇਉਂ ਹੀ ਇਹ ਸਤਿਯੁਗੀ ਸੁਭਾਅ ਹੈ।
ਤੇ ਜਿਹੜਾ ਸੰਸਾਰ ਦੇ ਧੰਦਿਆਂ ਵਿੱਚ ਜਾਂ ਵਿਕਾਰਾਂ 'ਚ ਨਿੰਦਿਆ ਚੁਗਲੀ 'ਚ ਕਲਯੁਗੀ ਸੁਭਾਅ ਹੈ। ਮਹਾਰਾਜ ਕਹਿੰਦੇ ਨੇ ਕਿ ਗ੍ਰਹਿ ਮੰਦਰ ਸੰਪੈ ਜੋ ਦੀਸੈ ਜਿਉ ਤਰਵਰ ਕੀ ਛਾਏ। ਇੱਕ ਮਾਰਕੰਡਾ ਰਖੀ ਹੋਇਆ ਤੇ ਉਸ ਨੇ 10,000 ਵਰ੍ਹਾ ਦੀ ਉਮਰ ਸੀ ਤੇ ਘਾਹ ਦੀਆਂ ਤੜਾਂ ਤੋੜ ਕੇ ਸਿਰ 'ਤੇ ਰੱਖਦਾ ਸੀ ਜਾਂ ਘਾਹ ਦੀ ਝੁੱਗੀ ਜੀ ਬੰਨ੍ਹ ਕੇ ਉਹਦੇ 'ਚ ਗੁਜ਼ਾਰਾ ਕਰਦਾ ਸੀ ਵੀ ਕਿਹੜਾ ਇੱਥੇ ਦੁਨੀਆ 'ਤੇ ਰਹਿਣਾ, ਚਲੇ ਹੀ ਜਾਣਾ ਤੇ ਸਾਡੀ ਪਾਇਆ ਕੀ ਆ, ਸਾਨੂੰ ਪਤਾ ਨਹੀਂ ਅਗਲਾ ਸਾਹ ਆਉਣਾ ਕਿ ਨਹੀਂ, ਕੱਲ੍ਹ ਤੱਕ ਜਿਉਂਦੇ ਰਹਿਣਾ ਕਿ ਨਹੀਂ, ਪਰ ਆਸਾਂ ਬੜੀਆਂ ਲੰਮੀਆਂ। ਬਸ ਇਹੀ ਅਗਿਆਨਤਾ ਹੈ। ਮਾਰ ਕੰਡੇ ਤੇ ਕੋ ਅਧਕਾਈ ਜਿਨ ਤ੍ਰਿਣ ਧਰ ਮੂੰਡ ਬੁਲਾਏ। ਜਿਹਨੇ ਤ੍ਰਿਣ ਤੀਲੇ ਘਾਹ ਦੇ ਤੋੜ ਕੇ ਮੂੰਡ ਸਿਰ 'ਤੇ ਰੱਖ ਕੇ ਬੁਲਾਏ ਉਮਰ ਗੁਜ਼ਾਰੀ। ਇਹਨਾਂ ਇਸ ਦੁਨੀਆ ਵੱਲੋਂ ਨਿਰਾਸ਼ ਸੀ ਮਾਰਕੰਡਾ ਰਿਖੀ ਵੀ ਇੱਥੇ ਰਹਿਣਾ ਨਹੀਂ ਹੈ। ਇਹਨਾਂ ਚਿੱਤ ਵਿੱਚ, ਕਿਉਂਕਿ ਕਾਲ ਤੇ ਅਕਾਲ ਦੋਵਾਂ ਨੂੰ, ਕਾਲ ਸਿਰ 'ਤੇ ਖੜ੍ਹਾ ਸਮਝ ਕੇ ਤਾਂ ਅਕਾਲ ਪੁਰਖ ਨੂੰ ਜਪਿਆ ਜਾਂਦਾ। ਪਰਮਾਤਮਾ ਵੀ ਬਿਲਕੁਲ ਨਜ਼ਦੀਕ ਹੈ ਅਤੇ ਮੌਤ ਵੀ ਬੜੀ ਨੇੜੇ। ਸੋ ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਭਾਈ ਤੁਸੀਂ ਤਾਂ ਲੰਮੀਆਂ ਆਸਾਂ ਵਧਾ ਲਈਆਂ। ਗ੍ਰਹਿ ਮੰਦਰ ਸੰਪੈ ਜੋ ਦੀਸੈ, ਘਰ ਮੰਦਰ ਪੱਕੇ ਮਕਾਨ, ਸੰਪੈ ਜਾਇਦਾਦ ਜਿਹੜੀ ਦਿਖਾਈ ਦਿੰਦੀ ਹੈ, ਜਿੰਨੀ ਸੰਪਤੀ ਜਾਇਦਾਦ ਬਣਾਈ ਹੈ ਨਾ, ਜੋ ਕੁਝ ਵੀ ਦਿਸ ਰਿਹਾ ਤੈਨੂੰ ਆਪਣਾ। ਜੋ ਤਰਵਰ ਕੀ ਛਾਏ, ਇਹ ਤਾਂ ਇੰਝ ਹੀ ਹੈ ਜਿਵੇਂ ਤਰਵਰ ਬਿਰਛ ਦੀ ਛਾਂ ਹੁੰਦੀ ਹੈ ਤੇ ਉਹ ਘੁੰਮ ਜਾਂਦੀ ਹੈ। ਸੋ ਇਸ ਪ੍ਰਕਾਰ ਸਦਾ ਥਿਰ ਨਹੀਂ ਰਹਿੰਦੀ। ਦ੍ਰੁਮ ਛਾਇਆ ਰਚ ਦੁਰਮਤਾ। ਸੋ ਇਸ ਪ੍ਰਕਾਰ ਹਰੀ ਚੰਦ ਦੀ ਨਗਰੀ ਕਿਸੇ ਨੇ ਨਹੀਂ ਵੇਖੀ, ਜਿਵੇਂ ਉਹ ਹੈ ਨਾ ਹਰੀ ਚੰਦ ਦੀ ਨਗਰੀ ਕਿਆਸ ਰਾਈ। ਇਸੇ ਤਰ੍ਹਾਂ ਇਸ ਜਗਤ ਵਿੱਚ ਜਿਉਂਦੇ ਰਹਿਣ ਦੀ ਆਸ ਹੈ, ਜਿਵੇਂ ਬਿਰਛ ਦੀ ਛਾਂ ਹੈ। ਸੋ ਇਸ ਪ੍ਰਕਾਰ ਬਿਰਛ ਦੀ ਛਾਂ ਨਾਲ ਰਚ ਜਾਣਾ ਇਹ ਤਾਂ ਖੋਟੀ ਮੱਤ ਦੀ ਨਿਸ਼ਾਨੀ ਹੈ। ਉਹ ਤਾਂ ਸੂਰਜ ਦਾ ਰਥ ਜਦੋਂ ਘੁੰਮਦਾ ਹੈ ਤੇ ਬਿਰਛ ਦੀ ਛਾਂ ਘੁੰਮ ਜਾਂਦੀ। ਇਸੇ ਤਰ੍ਹਾਂ ਸਾਰੇ ਪਦਾਰਥ ਇਹ ਸੰਬੰਧ ਦੁਨੀਆ ਦੇ ਬਿਰਛ ਦੀ ਛਾਂ ਵਾਂਗ ਘੁੰਮ ਜਾਣ ਵਾਲੇ ਹਨ, ਸਾਥ ਛੱਡ ਜਾਣ ਵਾਲੇ। ਤਨ ਮੇਰਾ ਸੰਪੈ ਸਭ ਮੇਰੀ, ਤੂੰ ਇੰਝ ਹੀ ਕਰਦਾ ਮਨਾ ਕਿ ਇਹ ਤਨ ਸਰੀਰ ਮੇਰਾ ਹੈ, ਇਹ ਸੰਪਤੀ ਸਾਰੀ ਸਭ ਕੁਛ ਮੇਰਾ, ਜਾਇਦਾਦ ਮੇਰੀ ਹੈ। ਬਾਗ ਮਿਲਖ ਸਭ ਜਾਏ, ਇਹ ਬਾਗ ਬਗੀਚੇ, ਇਹ ਮਿਲਖ ਜਗੀਰਾਂ, ਜ਼ਮੀਨਾਂ ਜਾਇਦਾਦਾਂ ਸਭ ਜਾਏ, ਸਾਰੀਆਂ ਜਗ੍ਹਾ ਇਹ ਸਭ ਕੁਛ ਮੇਰਾ ਹੀ ਹੈ। ਤਾਂ ਮਹਾਰਾਜ ਕਹਿੰਦੇ ਨੇ ਦੇਵਨਹਾਰਾ ਬਿਸਰਿਓ ਠਾਕੁਰ, ਜਿਹਨੇ ਇਹ ਸਾਰਾ ਕੁਝ ਤੈਨੂੰ ਬਖਸ਼ਿਆ ਸੀ, ਤੇਰੀ ਭੁੱਲ ਇਹ ਹੈ ਕਿ ਤੈਨੂੰ ਠਾਕੁਰ ਦੇਵਨਹਾਰਾ ਬਖਸ਼ਿਸ਼ਾਂ ਕਰਨ ਵਾਲਾ ਅਕਾਲ ਪੁਰਖ ਪਰਮਾਤਮਾ ਸਿਮਰਤੀ ਵਿੱਚੋਂ, ਯਾਦ ਵਿੱਚੋਂ ਭੁੱਲ ਚੁੱਕਾ ਹੈ। ਦਾਤ ਪਿਆਰੀ ਵਿਸਰਿਆ ਦਾਤਾਰਾ, ਦਾਤਾਂ ਨਾਲ ਜਫਾ ਮਾਰ ਲਿਆਈ, ਦਾਤਾਰ ਵਿਸਰ ਹੀ ਚੁੱਕਾ, ਉਹਦਾ ਚੇਤਾ ਹੀ ਨਹੀਂ ਆਉਂਦਾ। ਖਿਨ ਮਹਿ ਹੋਤ ਪਰਾਏ, ਜਿਨ੍ਹਾਂ ਨੂੰ ਆਪਣੇ ਸਮਝਿਆ ਨਾ, ਤਨ ਵੀ ਸੰਪਤੀ ਬਾਗ ਬਗੀਚੇ ਜਗੀਰਾਂ ਸਾਰੀ ਧਰਤੀ ਜਿਹੜੀ ਜਗ੍ਹਾ ਹੈ ਸਾਰੀ, ਇਹ ਖਿਨ ਵਿੱਚ ਹੀ ਪਰਾਏ ਹੋ ਜਾਂਦੇ ਨੇ ਸਾਰੇ ਕੁਛ। ਇਹ ਸਾਰੀਆਂ ਚੀਜ਼ਾਂ ਖਿਨ ਵਿੱਚ ਹੀ ਪਰਾਈਆਂ ਹੋ ਜਾਂਦੀਆਂ, ਬਗਾਨੀਆਂ ਹੋ ਜਾਂਦੀਆਂ। ਜਿਸ ਵੇਲੇ ਸਰੀਰ ਸ਼ਾਂਤ ਹੋਣਾ ਉਦੋਂ ਸਾਰਾ ਹੀ ਸੰਬੰਧ ਇਹਨਾਂ ਨਾਲ ਟੁੱਟ ਜਾਣਾ। ਧਨ ਲੋਕਾਂ ਤਨ ਭਸਮੈ ਢੇਰੀ, ਜਿਹੜਾ ਤਨ ਹੈ ਭਸਮ ਦੀ ਢੇਰੀ ਹੋ ਜਾਣਾ, ਬਗਾਨਾ ਹੋ ਗਿਆ ਨਾ। ਅਤੇ ਜਿਹੜਾ ਧਨ ਹੈ ਉਹ ਲੋਕਾਂ 'ਚ ਵੰਡਿਆ ਜਾਣਾ। ਜਿਹਨੂੰ ਆਪਣੇ ਧੀਆਂ ਪੁੱਤਰ ਸਮਝਦਾ ਹੈ, ਜੇ ਨਹੀਂ ਤੇ ਭਤੀਜੇ ਆਂਢ ਗੁਆਂਢ ਜੋ ਵੀ ਨਿਕਟ ਵਰਤੀ ਹੈ ਉਹਨਾਂ ਵੰਡ ਹੀ ਲੈਣਾ। ਪਹਿਰਾ ਬਾਗਾ ਕਰ ਇਸ਼ਨਾਨਾ ਚੂਆ ਚੰਦਨ ਲਾਏ, ਇਹ ਮਨ ਆਪਣੇ ਸਰੀਰ ਦਾ ਇਸ਼ਨਾਨ ਕਰਕੇ ਨਹਾ ਧੋ ਕੇ ਫਿਰ ਬਾਗਾ ਚਿੱਟਾ ਪੁਸ਼ਾਕਾ ਪਹਿਨ ਲੈਂਦਾ। ਚੂਆ ਚੰਦਨ ਲਾਏ, ਚੂਆ ਇਤਰ ਫੁਲੇਲ, ਚੰਦਨ ਆਦਿ ਖੁਸ਼ਬੂਦਾਰ ਚੀਜ਼ਾਂ ਸਰੀਰ 'ਤੇ ਮਲ ਲੈਂਦਾ, ਕੱਪੜਿਆਂ 'ਤੇ ਲਾ ਲੈਂਦਾ। ਨਿਰਭਉ ਨਿਰੰਕਾਰ ਨਹੀਂ ਚੀਨਿਆ ਜਿਉ ਹਸਤੀ ਨਾ ਵਾਏ। ਹਜ਼ੂਰ ਕਹਿੰਦੇ ਨੇ ਜੇ ਇਸ਼ਨਾਨ ਕਰਕੇ ਵਾਹਿਗੁਰੂ ਦਾ ਸਿਮਰਨ ਨਹੀਂ ਕੀਤਾ, ਕਿਉਂਕਿ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ। ਇਸ਼ਨਾਨ ਕੀਤਾ, ਚੋਆ ਚੰਦਨ ਲਾ ਲਿਆ, ਅਤਰ ਫਲੇਲ ਮੜ ਲਿਆ, ਚੰਦਨ ਦਾ ਛਿੜਕਾਅ ਕਰ ਲਿਆ ਸਰੀਰ 'ਤੇ, ਪਰ ਨਿਰਭਉ ਜਿਹੜਾ ਡਰਾਂ ਤੋਂ ਰਹਿਤ ਹੈ ਵਾਹਿਗੁਰੂ, ਭੈ ਵਿੱਚ ਸਭ ਆਕਾਰ ਹੈ ਨਿਰਭਉ ਹਰ ਜੀਉ ਸੋਏ, ਜੋ ਹਰ ਤਰ੍ਹਾਂ ਦੇ ਡਰ ਤੋਂ ਉੱਪਰ ਹੈ। ਨਿਰੰਕਾਰ ਮਾਇਕੀ ਆਕਾਰਾਂ ਤੋਂ ਰਹਿਤ ਪ੍ਰਮਾਤਮਾ, ਤਾਂ ਹੀ ਤੇ ਅੱਖਾਂ ਨਾਲ ਦਿਸਦਾ ਨਹੀਂ ਵਾਹਿਗੁਰੂ ਨਿਰੰਕਾਰ ਹੈ ਨਾ। ਉਸ ਨਿਰਭਉ ਅਤੇ ਨਿਰਾਕਾਰ ਵਾਹਿਗੁਰੂ ਨੂੰ ਨਹੀਂ ਚੀਨਿਆ, ਨਹੀਂ ਜਾਣਿਆ, ਨਹੀਂ ਪ੍ਰਾਪਤ ਕੀਤਾ, ਨਹੀਂ ਭਜਨ ਕੀਤਾ,
ਉਸ ਦੀ ਹੋਂਦ ਨੂੰ ਨਹੀਂ ਮੰਨਿਆ ਤੇ ਤੇਰਾ ਇਹ ਸਾਰਾ ਇਸ਼ਨਾਨ ਕੀਤਾ, ਪੁਸ਼ਾਕੇ ਪਹਿਨੇ ਤੇ ਇਤਰ ਫੁਲੇਰ ਮਲਿਆ, ਇੰਝ ਹੈ ਜਿਉਂ ਹਸਤੀ ਨਵਾਏ। ਜਿਸ ਤਰ੍ਹਾਂ ਗਜ ਹਸਤੀ ਮਲ ਨਾ ਵਾਲੀ ਹੈ, ਸਿਰ ਭੀ ਫਿਰ ਪਾਵੈ ਛਾਰ। ਹਾਥੀ ਨੂੰ ਮਲ ਮਲ ਕੇ ਨਵਾਈਏ ਚੰਗੀ ਤਰ੍ਹਾਂ ਤੇ ਛੱਡ ਦਈਏ ਬਾਅਦ 'ਚ, ਫਿਰ ਲੇਟਦਾ ਮਿੱਟੀ 'ਚ ਹੀ। ਸੋ ਖੋਤੇ ਦਾ ਵੀ ਇਹੋ ਸੁਭਾਅ ਹੈ। ਚੰਦਨ ਲੇਪ ਹੋਤ ਗੁਰ ਗਰਦਬ ਕੋ ਸੁਖ, ਚੰਦਨ ਲੇਪ ਹੋਤ ਦੇਹ ਕੋ ਸੁਖ ਗਰਦਬ ਭਸਮ ਸੰਗੀਤ। ਜਿਹੜਾ ਖੋਤਾ ਉਹਨੂੰ ਭਸਮ ਦੇ ਵਿੱਚ ਲੇਟ ਕੇ ਹੀ ਸੁਖ ਪ੍ਰਾਪਤ ਹੁੰਦਾ। ਸੋ ਇਸੇ ਤਰ੍ਹਾਂ ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨੇਫਲ ਜਾਤ ਤਿਹ ਜਿਉਂ ਕੁੰਚਰ ਇਸ਼ਨਾਨ। ਇਹ ਦ੍ਰਿਸ਼ਟਾਂਤ ਦਿੱਤੇ ਨੇ ਹਜ਼ੂਰ ਨੇ ਵੀ ਤੇਰਾ ਸਾਰਾ ਕੁਝ ਕੀਤਾ ਇੰਝ ਹੀ ਹੈ ਜਿਵੇਂ ਹਾਥੀ ਨਵਾਇਆ ਜਾਂਦਾ ਹੈ। ਜੋ ਹੋਏ ਕਿਰਪਾਲ ਤਾਂ ਸਤਿਗੁਰ ਮਿਲੈ, ਸਭ ਸੁਖ ਹਰ ਕੇ ਨਾਏ। ਜਦੋਂ ਵਾਹਿਗੁਰੂ ਅਕਾਲ ਪੁਰਖ ਜੀ ਕਿਰਪਾਲੂ ਦਿਆਲੂ ਹੁੰਦੇ ਨੇ ਤਾਂ ਫਿਰ ਵਾਹਿਗੁਰੂ ਜੀ ਸੱਚੇ ਗੁਰਾਂ ਦੇ ਨਾਲ ਮਿਲਾਪ ਕਰਾ ਦਿੰਦੇ ਨੇ ਤੇ ਸਤਿਗੁਰਾਂ ਦੇ ਪਾਸੋਂ ਮਿਲਦਾ ਹੈ ਵਾਹਿਗੁਰੂ ਜੀ ਦਾ ਨਾਮ। ਤੇ ਉਸ ਨਾਮ ਦੇ ਹਿਰਦੇ 'ਚ ਪ੍ਰਗਟ ਹੋਣ ਨਾਲ ਉਸ ਨਾਮ ਦੁਆਰਾ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਨੇ, ਸਭ ਤਰ੍ਹਾਂ ਦਾ ਸੁੱਖ ਪ੍ਰਾਪਤ ਹੋ ਜਾਂਦਾ ਹੈ। ਮੁਕਤ ਭਇਆ ਬੰਧਨ ਗੁਰ ਖੋਲੇ, ਜਨ ਨਾਨਕ ਹਰ ਗੁਣ ਗਾਏ। ਜਿਨ੍ਹਾਂ ਦੇ ਉੱਪਰ ਸਤਿਗੁਰੂ ਕਿਰਪਾਲੂ ਦਿਆਲੂ ਫਿਰ ਹੋਏ, ਜਿਨ੍ਹਾਂ ਦੇ ਬੰਧਨ ਸਤਿਗੁਰਾਂ ਨੇ ਖੋਲ ਦਿੱਤੇ, ਕਰਤਾ ਭੋਗਤਾ ਹੰਗਤਾ ਮਮਤਾ ਜੰਮਣ ਮਰਨ ਵਿਕਾਰਾਂ ਦੇ ਬੰਧਨ, ਇਸੇ ਤਰ੍ਹਾਂ ਜਮਾਂ ਦੇ ਬੰਧਨ ਖੋਲ ਦਿੱਤੇ, ਉਹ ਮੁਕਤ ਹੋ ਗਿਆ। ਪਰ ਉਹ ਜਿਹਨੇ ਸਤਿਗੁਰਾਂ ਦੇ ਆਖੇ ਲੱਗ ਕੇ ਜਿਨ੍ਹਾਂ ਨੇ ਹਰੀ ਅਕਾਲ ਪੁਰਖ ਦੇ ਗੁਣ ਗਾਏ ਨੇ, ਜਿਹੜੇ ਜਨ ਹਰੀ ਦਾ ਗੁਣ ਗਾਉਣ ਲੱਗ ਪਏ ਤੇ ਸਤਿਗੁਰੂ ਮਹਾਰਾਜ ਨੇ ਉਹਨਾਂ ਦੇ ਬੰਧਨ ਖੋਲ ਦਿੱਤੇ, ਉਹ ਜੀਵ ਮੁਕਤ ਹੋ ਗਿਆ। ਮੁਕਤ ਦਾ ਅਰਥ ਹੈ ਸੁਤੰਤਰ, ਬੰਦ ਖਲਾਸ, ਬੰਦੀ ਖਾਨੇ 'ਚੋਂ ਖਲਾਸ, ਆਜ਼ਾਦ ਸੁਤੰਤਰ ਹੋ ਗਿਆ। ਉਹਨੂੰ ਫਿਰ ਜੰਮਣ ਮਰਨ ਦਾ ਵੀ ਬੰਧਨ ਨਹੀਂ ਹੈ। ਨਹੀਂ ਫਿਰ ਉਹ ਜੰਮਣ ਮਰਨੋਂ ਬਾਹਰੇ ਪਰਉਪਕਾਰੀ ਜੱਗ ਵਿੱਚ ਆਏ। ਇੱਕ ਹੈ ਆਵਨ ਫਿਰ ਜੂਨ ਨਾ ਆਇਆ, ਨਾਨਕ ਹਰਿ ਕੈ ਦਰਸ ਸਮਾਇਆ। ਜੀਵਨ ਮੁਕਤ ਸਚਾਵਾਂ ਚੋਲਾ। ਗੌੜੀ ਪੂਰਬੀ ਮਹੱਲਾ ਪੰਜਵਾਂ। ਗੌੜੀ ਰਾਗਣੀ ਦੀ ਪੂਰਬੀ ਜਾਤੀ ਹੈ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਬਚਨ ਫਰਮਾਉਂਦੇ ਨੇ, ਮੇਰੇ ਮਨ ਗੁਰ 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 ਸਦ ਕਰੀਐ। ਆਪਣੇ ਮਨ ਨੂੰ ਸਮਝਾਓ। ਹਜ਼ੂਰ ਕਹਿੰਦੇ ਨੇ ਕਿ ਹੇ ਮਨਾ, ਗੁਰੂ 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 ਸਦਾ ਵਾਸਤੇ ਇੰਝ ਹੀ ਕਰਦੇ ਰਹੀਏ। ਭਾਵ ਗੁਰੂ ਗੁਰੂ ਦਾ ਜਾਪ ਜਪਣਾ ਚਾਹੀਦਾ, ਆਪਣੇ ਸਤਿਗੁਰੂ ਨੂੰ ਚੇਤਾ ਨਹੀਂ ਭੁਲਾਉਣਾ ਚਾਹੀਦਾ। ਕਿਉਂਕਿ ਜਨ ਗੁਰ ਗੋਪਿਆ ਆਪਣਾ ਤੇ ਨਰਬ ਰਿਆਰੀ, ਹਰ ਜਿਉ ਤਨਕਾ ਦਰਸ਼ਨ ਨਾ ਕਰੋ ਪਾਪਿਸ਼ਟ ਹਥਿਆਰੀ। ਆਪਣੇ ਸਤਿਗੁਰੂ ਨੂੰ ਸਦਾ ਵਾਸਤੇ ਚੇਤੇ ਰੱਖਣਾ ਚਾਹੀਦਾ, ਸਤਿਗੁਰੂ ਦਾ ਨਾਮ ਉਚਾਰਨ ਕਰਦੇ ਰਹਿਣਾ ਚਾਹੀਦਾ। ਕਿਉਂਕਿ ਰਤਨ ਜਨਮ ਸਫਲ ਗੁਰ ਕੀਆ, ਦਰਸ਼ਨ ਕੋ ਬਲਿ ਹਰੀਆ। ਜਿਨ੍ਹਾਂ ਸਤਿਗੁਰਾਂ ਨੇ ਰਤਨ ਵਰਗਾ ਮਨੁੱਖਾ ਜਨਮ ਸਾਡਾ ਸਫਲਾ ਕਰ ਦਿੱਤਾ, ਜਿਹੜੇ ਸਤਿਗੁਰੂ ਜੀ ਮਨੁੱਖਾ ਜਨਮ ਰਤਨ ਵਰਗਾ ਮੂਲਕ ਸਫਲਾ ਕਰ ਦਿੰਦੇ ਨੇ, ਐਸੇ ਸਤਿਗੁਰਾਂ ਦੇ ਦਰਸ਼ਨਾਂ ਦੇ ਉੱਪਰੋਂ ਬਲਿਹਾਰ ਕੁਰਬਾਨ ਜਾਣਾ ਚਾਹੀਦਾ। ਦਰਸ਼ਨ ਡਿੱਠੇ ਲੈਣ ਵਿਜੋਗਾ ਜੀਵ। ਸੋ ਇਸ ਪ੍ਰਕਾਰ ਜਿਹਨੇ ਡਿੱਠਾ ਤਨਾ ਲੈ ਛਡਾਏ। ਸਾ ਧਰਤ ਭਈ ਹਰੀਆਵਲੇ, ਜਿੱਥੇ ਮੇਰਾ ਸਤਿਗੁਰ ਬੈਠਾ ਆਏ ਸੇ ਜੰਤ ਪਏ ਹਰੀਆਵਲੇ। ਜਿਹਨੇ ਮੇਰਾ ਸਤਿਗੁਰ ਦੇਖਿਆ ਜਾ, ਸਤਿਗੁਰੂ ਦਾ ਦਰਸ਼ਨ ਐਸਾ, ਐਸੇ ਦਰਸ਼ਨਾਂ ਤੋਂ ਬਲਿਹਾਰ ਕੁਰਬਾਨ ਸਦਕੇ ਜਾਣਾ ਚਾਹੀਦਾ ਹੈ। ਰਹਾਓ ਜੇਤੇ ਸਾਸ ਗਰਾਸ ਮਨ ਲੇਤਾ। ਹੇ ਮਨਾ, ਜਿੰਨੇ ਤੂੰ ਸਾਹ ਲੈਣਾ, ਜਿੰਨੀ ਵਾਰੀ ਗਰਾਸ ਬੁਰਕੀਆਂ ਭੋਜਨ ਦੀਆਂ ਛਕਦਾ ਹੈ, ਤੇਤੇ ਹੀ ਗੁਣ ਗਾਈਏ। ਉਹਨੇ ਹੀ ਰੱਬ ਦੇ ਵੱਧ ਗੁਣ ਗਾਉਣੇ ਚਾਹੀਦੇ ਨੇ। ਜੋ ਹੋਏ ਦਇਆਲ ਸਤਿਗੁਰ ਆਪਣਾ, ਤਾਂ ਇਹ ਮਤ ਬੁੱਧ ਪਾਈਐ। ਪਰ ਕੀ ਵਾਸਾ ਕਹਿੰਦੇ ਜੀਆਂ ਦੇ। ਸਤਿਗੁਰੂ ਜੀ ਕਹਿੰਦੇ ਨੇ ਕਿ ਆਪਣਾ ਸਤਿਗੁਰੂ ਜਦੋਂ ਦਿਆਲੂ ਕਿਰਪਾਲੂ ਹੋ ਜਾਂਦਾ ਹੈ, ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਦਇਆ ਦੇ ਘਰ 'ਚ ਆ ਜਾਂਦੇ ਨੇ, ਤਾਂ ਇਹ ਮਤ ਅਕਲ, ਇਹ ਬੁੱਧੀ ਭਜਨ ਕਰਨ ਵਾਲੀ, ਹਜ਼ੂਰ ਨੇ ਕਿਹਾ ਸਾ ਬੁੱਧ ਦੀਜੈ ਜਿਤ ਵਿਸਰਹਿ ਨਾਹੀ। ਕਿਉਂਕਿ ਅਕਲੀ ਸਾਹਿਬ ਸੇਵੀ, ਅਕਲੀ ਪਾਈਐ ਮਾਨ, ਅਕਲੀ ਪੜ੍ਹ ਕੇ ਬੁੱਝੀ, ਅਕਲੀ ਕੀਚੈ ਦਾਨ। ਊਤਮ ਮਤ ਮੇਰਾ ਹਿਰਦੈ ਤੂੰ ਆਓ, ਧਿਆਵੋ ਗਾਵੋ ਗੁਣ ਗੋਵਿੰਦਾ, ਅਤ ਪ੍ਰੀਤਮ ਮੋਹਿ ਲਾਗਿਆ ਨਾਓ। ਸੋ ਇਸ ਵਾਸਤੇ ਐਸੀ ਮਤ ਤੇ ਬੁੱਧ, ਐਸੀ ਅਕਲ, ਐਸੀ ਬੁੱਧੀ ਤਾਂ ਪ੍ਰਾਪਤ ਹੁੰਦੀ ਹੈ ਜੇ ਸਤਿਗੁਰੂ ਦਿਆਲੂ ਕਿਰਪਾਲੂ ਹੋਣ ਤਾਂ ਹੀ ਵਾਹਿਗੁਰੂ ਦੇ ਗੁਣ ਗਾਏ ਜਾ ਸਕਦੇ ਨੇ। ਮੇਰੇ ਮਨ
ਨਾਮ ਲਏ ਜਮ ਬੰਧ ਤੇ ਛੂਟਹਿ ਸਰਬ ਸੁਖਾ ਸੁਖ ਪਾਈਐ। ਹੇ ਮੇਰੇ ਮਨਾ, ਵਾਹਿਗੁਰੂ ਦਾ ਨਾਮ ਜਪਣ ਦੀ ਤਾਂ ਤੈਨੂੰ ਪ੍ਰੇਰਨਾ ਦੇ ਰਹੇ ਹਾਂ। ਵਾਹਿਗੁਰੂ ਦਾ ਨਾਮ ਲੈਣ ਦੇ ਨਾਲ ਜਿਹੜਾ ਜਮਾਂ ਦਾ ਬੰਧਨ ਹੈ ਨਾ, ਜਮਾਂ ਦੇ ਵਸ ਪੈਣਾ, ਉਹ ਜਮਾਂ ਦੇ ਬੰਧਨਾਂ ਤੋਂ ਛੁੱਟ ਜਾਏਗਾ ਤਾਂ ਸਾਰੇ ਤਮਾਮ ਸੁੱਖਾਂ ਸਿਰ ਸ਼੍ਰੋਮਣੀ ਸੁੱਖ, ਜਿਹੜਾ ਆਤਮਿਕ ਸੁੱਖ ਹੈ ਨਾ, ਅੰਦਰਲਾ ਸੁੱਖ, ਉਹ ਪ੍ਰਾਪਤ ਕਰ ਲਈਦਾ, ਤੂੰ ਕਰ ਲਵੇਂਗਾ। ਸੇਵ ਸੁਆਮੀ ਸਤਿਗੁਰੇ ਆਪਣਾ ਮਨ ਮੰਛਿਤ ਫਲ ਆਈਐ। ਜਿਹੜੇ ਆਪਣੇ ਸਤਿਗੁਰੂ ਸੁਆਮੀ ਮਾਲਕ ਦਾਤਾ ਜੀ ਹਨ ਨਾ, ਨਾਮ ਦੇ ਦਾਤੇ, ਬੇਅੰਤ ਬਖਸ਼ਿਸ਼ਾਂ ਦੇ ਦਾਤੇ ਸਤਿਗੁਰੂ, ਉਹਨਾਂ ਨੂੰ ਸੁਆਮੀ ਅਕਾਲ ਪੁਰਖ ਸਰੂਪ ਜਾਣ ਕੇ ਉਹਨਾਂ ਦੀ ਸੇਵਾ ਭਗਤੀ ਕਰ ਤਾਂ ਮਨ ਵਿੱਚ ਬੰਸ਼ਤ ਜਿਨ੍ਹਾਂ ਫਲਾਂ ਦੀ ਮਨ 'ਚ ਇੱਛਾ ਰੱਖੀ ਹੈ, ਉਹ ਫਲ ਹਿਰਦੇ 'ਚ ਆ ਜਾਂਦੇ ਨੇ। ਉਹ ਫਲ ਆਤਮ ਗਿਆਨ ਆਦਿਕ ਘਰ ਵਿੱਚ ਉਹ ਫਲ ਪ੍ਰਾਪਤ ਹੋ ਆਉਂਦੇ ਹਨ, ਪਹੁੰਚ ਜਾਂਦੇ ਨੇ। ਭਾਵ ਉਹ ਸਭ ਕੁਝ ਪ੍ਰਾਪਤ ਹੋ ਜਾਂਦਾ। ਆ ਜਾਣ ਦਾ ਮਤਲਬ ਹੈ ਪ੍ਰਾਪਤ ਹੋ ਜਾਂਦਾ। ਉਹ ਸਾਰੇ ਮਨ ਇੱਛਤ ਫਲ ਪ੍ਰਾਪਤ ਹੋ ਜਾਂਦੇ ਨੇ, ਘਰ 'ਚ ਆ ਜਾਂਦੇ ਨੇ, ਹਿਰਦੇ 'ਚ ਆ ਜਾਂਦੇ ਨੇ, ਬਰਕਤਾਂ ਆ ਵਸਦੀਆਂ ਹਨ। ਨਾਮ ਇਸ਼ਟ ਮੀਤ ਸੁਤ ਕਰਤਾ ਮਨ ਸੰਗ ਤੁਹਾਰੈ ਚਾਲੈ। ਹੇ ਮੇਰੇ ਮਨਾ, ਕਰਤਾ ਅਕਾਲ ਪੁਰਖ ਦਾ ਜੋ ਨਾਮ ਹੈ, ਇਹੋ ਹੀ ਸਭ ਤੋਂ ਇਸ਼ਟ ਪਿਆਰਾ ਹੈ। ਮੀਤ ਮਿੱਤਰ ਹੈ, ਦੋਵਾਂ ਜਹਾਨਾਂ 'ਚ ਸਹਾਈ ਹੋਣ ਵਾਲਾ। ਸੁਤ ਜਿਵੇਂ ਪੁੱਤਰਾਂ ਦੇ ਉੱਪਰ ਮਾਣ ਹੁੰਦਾ ਜਾਂ ਪੁੱਤਰਾਂ ਤੋਂ ਆਸ ਹੁੰਦੀ ਹੈ ਸੇਵਾ ਦੀ, ਸਹਾਇਤਾ ਦੀ, ਸੁੱਖਾਂ ਦੀ, ਇਸ ਤਰ੍ਹਾਂ ਵਾਹਿਗੁਰੂ ਪਰਮਾਤਮਾ ਦਾ ਨਾਮ ਹੀ ਸਭ ਕੁਛ ਹੈ। ਪੁੱਤਰਾਂ ਦਾ ਸੁੱਖ ਵੀ, ਪੁੱਤਰਾਂ ਵਾਲਾ ਸੁੱਖ ਵੀ ਵਾਹਿਗੁਰੂ ਦੇ ਨਾਮ ਦੁਆਰਾ ਮਿਲਦਾ ਹੈ। ਪਰਮਾਤਮਾ ਦਾ ਨਾਮ ਹੀ ਸਭ ਕੁਛ ਹੈ। ਤੇ ਹੇ ਮਨਾ, ਇਹ ਸੰਗ ਤੁਹਾਰਾ ਚੱਲਦਾ, ਇਹ ਹਮੇਸ਼ਾ ਇਸ ਦੁਨੀਆ 'ਚ ਵਿਚਰਦਿਆਂ ਵੀ ਤੇਰੇ ਨਾਲ ਨਾਲ ਹੀ ਚੱਲਦਾ। ਜਿੱਥੇ ਤੂੰ ਜਾਂਦਾ, ਜਿੱਥੇ ਹਰ ਅਰਾਧੀ ਹੈ ਤਿੱਥੇ ਹਰ ਮਿੱਤ ਸਹਾਈ। ਗੁਰ ਕਿਰਪਾ ਤੇ ਹਰ ਮਨ ਵਸੈ, ਹੋਰ ਤਬਿਧ ਲਿਆ ਨਾ ਜਾਈ। ਹਰ ਧਨ ਸੰਚੀਐ ਭਾਈ, ਜੇ ਹਲਤ ਪਲਤ ਹਰ ਹੋਏ ਸੁਖਾਈ। ਜਿੱਥੇ ਅੱਗੇ ਪਰਲੋਕ ਜਾਣਾ ਨਾ, ਉੱਥੇ ਵੀ ਨਾਲ ਚੱਲਦਾ ਇਹ ਧਨ। ਕਰ ਸੇਵਾ ਸਤਿਗੁਰੇ ਆਪਣੇ ਕੀ, ਗੁਰ ਤੇ ਪਾਈਐ ਪਲ ਹੈ। ਆਪਣੇ ਸਤਿਗੁਰੂ ਦੀ ਟਹਿਲ ਸੇਵਾ ਕਮਾਲ ਹੈ। ਸਤਿਗੁਰੂ ਆਪਣੇ ਦੀ ਸੇਵਾ ਕਰਕੇ ਗੁਰਾਂ ਦੁਆਰਾ ਇਹ ਨਾਮ ਰੂਪੀ ਧਨ ਹਿਰਦੇ ਰੂਪੀ ਪੱਲੇ 'ਚ ਪਾ ਲਈਦਾ ਹੈ। ਹਿਰਦੇ ਰੂਪੀ ਪੱਲੇ 'ਚ ਸਤਿਗੁਰਾਂ ਦੇ ਪਾਸੋਂ ਸਾਡੇ ਪੱਲੇ ਪੈ ਜਾਏਗਾ, ਸਾਡੀ ਝੋਲੀ ਵਿੱਚ ਪਾ ਦੇਣਗੇ ਸੱਚੇ ਪਾਤਸ਼ਾਹ। ਗੁਰ ਕਿਰਪਾਲ ਕਿਰਪਾ ਪ੍ਰਭ ਧਾਰੀ। ਜਦੋਂ ਸਤਿਗੁਰੂ ਜੀ ਕਿਰਪਾਲੂ ਹੋਏ ਤਾਂ ਅਕਾਲ ਪੁਰਖ ਪਰਮਾਤਮਾ ਨੇ ਵੀ ਸਾਡੇ 'ਤੇ ਕਿਰਪਾ ਕਰ ਦਿੱਤੀ। ਕਿਰਪਾ ਧਾਰੀ, ਕਿਰਪਾ ਦੇ ਦਿੱਤੀ, ਕਿਰਪਾ ਬਖਸ਼ ਦਿੱਤੀ, ਕਿਰਪਾ ਕਰ ਦਿੱਤੀ। ਤਾਂ ਬਿਨਸੇ ਸਰਬਾਂ ਦੇ ਸਾਹ, ਜਿਨ੍ਹਾਂ ਦੇ ਉੱਪਰ ਸਤਿਗੁਰੂ ਕਿਰਪਾਲੂ ਹੋਏ, ਉਹਨਾਂ ਦੇ ਪ੍ਰਭੂ ਨੇ ਵੀ ਕਿਰਪਾ ਕੀਤੀ ਤੇ ਉਹਨਾਂ ਦੇ ਸਾਰੇ ਜਿਹੜੇ ਸੋਗ ਫਿਕਰ ਹਨ, ਅੰਦੇਸੇ ਹਨ, ਉਹ ਬਿਨਸ ਗਏ। ਆਸ ਅੰਦੇਸਾ ਕੋਈ ਨਾ ਰਹਿ ਗਿਆ। ਨਾਨਕ ਸੁਖ ਪਾਇਆ ਹਰ ਕੀਰਤਨ, ਮਿਟਿਓ ਸਗਲ ਕਲੇਸਾ। ਉਹਨਾਂ ਨੇ ਹਰੀ ਵਾਹਿਗੁਰੂ ਪਰਮਾਤਮਾ ਦੇ ਕੀਰਤਨ ਦੁਆਰਾ, ਸਤਿਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਹਰੀ ਦੇ ਕੀਰਤਨ ਵਿੱਚ ਜੁੜ ਕੇ ਉਹਨਾਂ ਨੇ ਆਤਮਿਕ ਸੁਖ ਪ੍ਰਾਪਤ ਕੀਤਾ, ਅੰਦਰਲਾ ਸੁਖ ਪ੍ਰਾਪਤ ਕੀਤਾ ਹੈ। ਤੇ ਸਾਰਾ ਹੀ ਕਲੇਸ਼ ਉਹਨਾਂ ਦੇ ਅੰਦਰੋਂ ਮਿਟ ਚੁੱਕਾ ਹੈ। ਕੋਈ ਸੰਤਾਪ, ਦੁੱਖ, ਤਕਲੀਫ, ਕਲੇਸ਼ ਕੋਈ ਪ੍ਰਭਾਵ ਨਹੀਂ ਪਾ ਸਕਦੇ। ਜਿਸ ਹਿਰਦੇ 'ਚ ਆਤਮ ਆਨੰਦ ਆ ਜਾਂਦਾ ਹੈ, ਆਤਮਿਕ ਸੁਖ ਪ੍ਰਗਟ ਹੋ ਜਾਂਦਾ ਹੈ, ਉੱਥੇ ਕੋਈ ਕਲੇਸ਼ ਅਸਰ ਨਹੀਂ ਕਰ ਸਕਦਾ। ਉਂਝ ਵਿਦਵਾਨਾਂ ਨੇ ਸੰਸਾਰੀ ਹਿਰਦੇ ਦੇ ਵਿੱਚ 5 ਤਰ੍ਹਾਂ ਦੇ ਕਲੇਸ਼ ਮੰਨੇ ਨੇ। ਜਿਹੜੇ ਅਸੀਂ ਸੰਸਾਰੀ ਜੀਵ ਹਾਂ, ਸਾਡੇ ਹਿਰਦਿਆਂ ਦੇ ਵਿੱਚ 5 ਤਰ੍ਹਾਂ ਦਾ ਕਲੇਸ਼ ਹੈ। ਅਵਿਦਿਆ, ਅਸਮਤਾ, ਰਾਗ, ਦਵੈਸ਼ ਤੇ ਅਭਿਨਵੇਸ਼। ਅਵਿਦਿਆ ਅਗਿਆਨਤਾ, ਹੋਰ ਚੀਜ਼ ਨੂੰ ਹੋਰ ਤਰ੍ਹਾਂ ਦੀ, ਕਿਸੇ ਚੀਜ਼ ਨੂੰ ਹੋਰ ਤਰ੍ਹਾਂ ਦਾ ਉਲਟਾ ਸਮਝਣਾ। ਅਵਿਦਿਆ ਦਾ ਨਾਮ ਅਗਿਆਨਤਾ ਹੈ। ਸੋ ਇਸ ਪ੍ਰਕਾਰ ਅਸਮਤਾ ਤੇ ਇਸੇ ਤਰ੍ਹਾਂ ਪਦਾਰਥਾਂ ਆਦਿਕਾਂ ਦਾ ਦੇਹ ਦਾ ਹੰਕਾਰ ਕਰਨਾ, ਤੇ ਇਸੇ ਪ੍ਰਕਾਰ ਰਾਗ ਮੋਹ ਹੋਣਾ, ਲਗਾਓ ਹੋਣਾ ਸੰਸਾਰ ਨਾਲ, ਚੰਬੜੇ ਰਹਿਣਾ। ਤੇ ਦਵੈਤ, ਕਈਆਂ ਨਾਲ ਦਵੈਤ, ਈਰਖਾ ਹੋਣੀ ਦੂਜਿਆਂ ਨਾਲ, ਇਕਨਾਂ ਨਾਲ ਮੋਹ ਮੁਹੱਬਤ, ਇਕਨਾਂ ਨਾਲ ਈਰਖਾ। ਸੋ ਇਸ ਪ੍ਰਕਾਰ ਅਭਿਨਵੇਸ਼, ਸਭ ਕੁਝ ਜਾਣਦਿਆਂ ਹੋਇਆਂ ਵੀ ਫਿਰ ਵੀ ਆਪਣੀ ਮਨ ਦੀ ਮਰਜ਼ੀ ਅਨੁਸਾਰ ਉਲਟ ਕਰਮ ਕਰਨੇ ਤੇ ਮੌਤ ਦਾ ਭੈ ਮਨ 'ਚ ਰੱਖਣਾ, ਇਹ ਅਭਿਨਵੇਸ਼ ਇਸ ਨੂੰ ਵਿਦਵਾਨਾਂ ਮੰਨਿਆ। ਇਹ 5 ਤਰ੍ਹਾਂ ਦਾ ਕਲੇਸ਼ ਜੀਵ ਨੂੰ ਵਿਆਪਦਾ ਹੈ।
ਤੇ ਜਿਨ੍ਹਾਂ ਦੇ ਅੰਦਰ ਕੀਰਤਨ ਦੁਆਰਾ ਸੁਖ ਪੈਦਾ ਹੋਇਆ, ਉੱਥੇ ਸਾਰਾ ਕਲੇਸ਼ ਮਿਟ ਚੁੱਕਾ ਹੈ। ਕਿਸੇ ਤਰ੍ਹਾਂ ਦਾ ਨੜੱਤਪੁਣਾ, ਖਿੰਜੋ ਤਾੜਾ, ਕੋਈ ਕਲੇਸ਼ ਕਿਸੇ ਪ੍ਰਕਾਰ ਦਾ ਅਸਰ ਨਹੀਂ ਕਰਦਾ। ਰਾਗ ਗੌੜੀ ਮਹੱਲਾ ਪੰਜਵਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਗੌੜੀ ਰਾਗਣੀ ਹੈ। ਪੰਚਮ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਦੇ ਮੁਬਾਰਕ ਬਚਨ। ਇੱਕ ਓੰਕਾਰ, ਇੱਕ ਅਦਵੈਤ ਸਰੂਪ ਪਰਮਾਤਮਾ ਓੰਕਾਰ ਸਭਨਾਂ ਨੂੰ ਰਚਣ ਵਾਲਾ ਸਤ ਚੇਤਨ ਆਨੰਦ ਸਰੂਪ ਸੱਚੇ ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਮਿਲਦਾ ਹੈ। ਹਜ਼ੂਰ ਫਰਮਾਉਂਦੇ ਨੇ, ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ। ਦੁੱਖ ਤਕਲੀਫਾਂ ਤਾਂ ਹਨ ਸਾਨੂੰ ਕਿਉਂਕਿ ਸਾਡੇ ਮਨਾਂ ਦੇ ਵਿੱਚ ਤ੍ਰਿਸ਼ਨਾ ਬਹੁਤ ਹੈ। ਤ੍ਰਿਸ਼ਨਾ ਜਲ ਹੈ ਅਧਿਕਾਈ। ਤ੍ਰਿਸ਼ਨਾ ਦੀ ਅੱਗ ਵਿੱਚ ਬਹੁਤਾ ਅਸੀਂ ਸੜ ਰਹੇ ਹਾਂ। ਅਤੇ ਇਹ ਤ੍ਰਿਸ਼ਨਾ ਜਿਵੇਂ ਮੱਚਦੀ ਹੋਈ ਅੱਗ ਦੇ ਉੱਪਰ ਲੱਕੜਾਂ ਸੁੱਟੀ ਜਾਈਏ ਅਤੇ ਆਸ ਰੱਖੀਏ ਵੀ ਇਹ ਬੁੱਝ ਜਾਏਗੀ ਅੱਗ, ਇਹ ਬੁੱਝਦੀ ਨਹੀਂ। ਇਸੇ ਤਰ੍ਹਾਂ ਜਿਹੜੀ ਤ੍ਰਿਸ਼ਨਾ ਦੀ ਅੱਗ ਸਾਡੇ ਹਿਰਦੇ 'ਚ ਮੱਚ ਰਹੀ ਹੈ, ਜਿੰਨੇ ਮਰਜ਼ੀ ਪਦਾਰਥ ਜਮ੍ਹਾਂ ਕਰੀਏ, ਜਿੰਨਾ ਮਰਜ਼ੀ ਧਨ ਇਕੱਠਾ ਕਰੀਏ, ਹੋਰ ਮੱਚਦੀ ਹੈ, ਬੁੱਝਦੀ ਨਹੀਂ। ਅਤੇ ਤ੍ਰਿਸ਼ਨਾ ਬੁੱਝਣ ਤੋਂ ਬਗੈਰ ਸਕੂਨ ਨਹੀਂ ਹੈ, ਸੁੱਖ ਨਹੀਂ ਹੈ। ਤਾਂ ਹੀ ਵਿਦਵਾਨਾਂ ਨੇ ਵਚਨ ਲਿਖਿਆ ਹੈ ਵੀ ਸਮ ਸੰਤੋਖ ਨਾ ਔਰ ਸੁਖ, ਸੰਤੁਸ਼ਟੀ ਜਿਹਨੂੰ ਆ ਗਈ। ਜੋ ਕੁਝ ਰੱਬ ਨੇ ਬਖਸ਼ਿਆ ਹੈ ਬੇਅੰਤ ਹੈ, ਸੰਤੁਸ਼ਟੀ। ਸੋ ਇਸ ਪ੍ਰਕਾਰ ਇੱਕ ਤਾਂ ਹੈ ਨਾ ਵੀ ਕੋਈ ਚੀਜ਼ ਤੱਕ ਸਾਡਾ ਹੱਥ ਨਹੀਂ ਪਹੁੰਚਦਾ ਅਤੇ ਮਜਬੂਰੀ ਬਸ ਅਸੀਂ ਕਹਿੰਦੇ ਵੀ ਅਸੀਂ ਸੰਤੁਸ਼ਟ ਹਾਂ, ਸਾਨੂੰ ਸੰਤੋਖ ਹੈ ਜੀ। ਅੰਦਰੋਂ ਯਤਨ ਹੈ, ਭੱਜ ਦੌੜਾ, ਮੂੰਹ ਤੋਂ ਕਹੀ ਜਾਂਦੇ ਸੰਤੋਖ ਹੈ, ਉਹ ਨਹੀਂ ਸੰਤੋਖ ਹੁੰਦਾ। ਇੱਕ ਹੈ ਬਈ ਜੇ ਕੁਛ ਆ ਗਿਆ ਹੈ ਅਤੇ ਤਾਂ ਵੀ ਉਛਾਲਾ ਨਹੀਂ, ਜੇ ਕੋਈ ਚਲਾ ਵੀ ਜਾਏ ਅਤੇ ਗਮ ਨਾ ਪਿਆ, ਹਿਰਦਾ ਡਿੱਗ ਨਾ ਪਏ। ਸਾਡੀ ਤ੍ਰਿਸ਼ਨਾ ਕਰਕੇ ਹਜ਼ੂਰ ਨੇ ਕਿਹਾ ਵੀ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖਿਆ ਦੇਖਿਆ ਸੁਨੈ ਬੋਲੇ ਦੌਰਿਓ ਫਿਰਤ ਹੈ। ਜਬ ਕਸ਼ ਪਾਵੈ ਤਬ ਗਰਬ ਕਰਤ ਹੈ, ਮਾਇਆ ਗਈ ਤਬ ਰੋਮਨ ਲੱਗਦਾ ਹੈ। ਸੰਤੋਖ ਦੇ ਬਰਾਬਰ ਹੋਰ ਕੋਈ ਸੁੱਖ ਨਹੀਂ ਜਿਹਨੂੰ ਮਿਲ ਜਾਏ। ਸਮ ਸੰਤੋਖ ਨਾ ਔਰ ਸੁਖ ਤਪ ਨਾ ਖਿਮਾ ਸਮਝਾਨ। ਕਿਸੇ ਵੱਲੋਂ ਕਹੇ ਹੋਏ ਕੌੜੇ ਕਸੈਲੇ ਵਾਕ, ਵਧੀਕੀ ਕੀਤੀ ਹੋਈ ਨੂੰ ਜਰ ਜਾਣਾ, ਮਾਫ ਕਰ ਦੇਣਾ, ਇਹ ਖਿਮਾ ਦੇ ਬਰਾਬਰ ਹੋਰ ਕੋਈ ਤਪ ਨਹੀਂ ਹੈ। ਬ੍ਰਹਮ ਗਿਆਨ ਸਮਦਾਨ ਨਹਿ, ਅਤੇ ਜਿਹੜਾ ਬ੍ਰਹਮ ਵਿਦਿਆ ਦਾ ਦਾਨ ਹੈ, ਇਹਦੇ ਬਰਾਬਰ ਕੋਈ ਸੰਸਾਰ 'ਤੇ ਦਾਨ ਹੀ ਨਹੀਂ ਹੈ। ਬ੍ਰਹਮ ਗਿਆਨ ਸਮਦਾਨ ਨਹਿ ਧਰਮ ਨਾ ਦਇਆ ਸਮਾ। ਜਿਹੜੀ ਜੀਆਂ 'ਤੇ ਦਇਆ ਕਰਨੀ ਹੈ ਨਾ, ਕਿਸੇ ਦਾ ਦੁੱਖ ਦੂਰ ਕਰਨ ਦਾ ਯਤਨ ਕਰਨਾ, ਦਇਆ ਦੇ ਬਰਾਬਰ ਹੋਰ ਕੋਈ ਧਰਮ ਨਹੀਂ ਹੈ। ਅਤੇ ਜਿਹੜਾ ਸੰਤੋਖ ਸੁੱਖ ਕਿਹਾ, ਇਹ ਸੰਤੋਖ ਪੈਦਾ ਕਿਵੇਂ ਹੁੰਦਾ? ਹਜ਼ੂਰ ਕਹਿੰਦੇ ਤ੍ਰਿਸ਼ਨਾ ਬੁਝੈ ਹਰਿ ਕੈ ਨਾਮ। ਵਾਹਿਗੁਰੂ ਦਾ ਨਾਮ ਅੰਦਰ ਵਸ ਜਾਏ, ਨਾਮ ਦੀ ਕਮਾਈ ਕਰੀਏ ਅਤੇ ਨਾਮ ਹਿਰਦੇ ਚਲਾ ਜਾਏ। ਜਦੋਂ ਅੰਦਰ ਵਸ ਗਿਆ ਨਾਮ ਅਤੇ ਤ੍ਰਿਸ਼ਨਾ ਨਹੀਂ ਰਹੇਗੀ। ਅੰਦਰ ਐਸਾ ਗਿਆਨ ਸਫੁਰਨ ਹੁੰਦਾ, ਇਸ ਨਾਮ ਦੇ ਵਿੱਚੋਂ ਇਹ ਸਾਰਾ ਕੁਝ ਨਿਕਲਦਾ, ਸਾਰੇ ਖਜ਼ਾਨੇ ਨਾਮ ਵਿੱਚ ਨੇ। ਇਹ ਸੰਤੋਖ ਦਾ ਖਜ਼ਾਨਾ ਵੀ ਨਾਮ ਵਿੱਚ ਹੈ। ਤ੍ਰਿਸ਼ਨਾ ਬੁਝੈ ਹਰਿ ਕੈ ਨਾਮ, ਮਹਾ ਸੰਤੋਖ ਹੋਵੈ ਗੁਰ ਬਚਨੀ, ਪ੍ਰਭ ਸਿਉ ਲਾਗੈ ਪੂਰਨ ਧਿਆਨ। ਮਹਾਨ ਸੰਤੋਖ ਗੁਰਾਂ ਦੇ ਬਚਨਾਂ ਦੁਆਰਾ ਪੈਦਾ ਹੋ ਜਾਂਦਾ, ਉੱਥੇ ਤ੍ਰਿਸ਼ਨਾ ਨਹੀਂ ਰਹਿੰਦੀ। ਸੰਸਾਰੀਆਂ ਦੀ ਗੱਲ ਹਜ਼ੂਰ ਕਰ ਰਹੇ ਨੇ ਵੀ ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ। ਹੇ ਭਾਈ, ਇਸ ਸੰਸਾਰ ਦੇ ਜੀਆਂ ਵਿੱਚੋਂ ਕਿਸੇ ਵਿਰਲੇ ਦੀ ਹੀ ਤ੍ਰਿਸ਼ਨਾ ਬੁਝੀ ਹੈ। ਰਹਾਓ ਕੋੜ ਜੋਰੇ। ਮਤ ਤੁਸੀਂ ਸੋਚੋ ਵੀ ਜਿਹਦੇ ਕੋਲ ਬਹੁਤਾ ਧਨ ਹੈ ਉਹ ਤਾਂ ਬੜਾ ਸੁਖੀ ਸੰਤੁਸ਼ਟ ਹੈ, ਨਹੀਂ। ਕਰੋੜਾਂ ਜੋੜ ਲਏ ਜਿਸਨੇ, ਕਰੋੜਾਂ ਰੁਪਈਏ ਡਾਲਰ ਆਦਿਕ ਜੋੜ ਲਏ, ਲੱਖ ਕਰੋੜੇ, ਕੇਵਲ 1 ਕਰੋੜ ਨਹੀਂ, ਲੱਖਾਂ ਕਰੋੜਾਂ ਜੋੜ ਲਏ, ਲੱਖਾਂ ਹੀ ਕਰੋੜ ਜੋੜ ਲਏ, ਮਨ ਨਾ ਹੋ ਰਹੇ। ਪਰ ਆਪਣੇ ਮਨ ਨੂੰ ਨਹੀਂ ਰੋਕਦਾ, ਉਹ ਆਪਣੇ ਮਨ ਨੂੰ ਨਹੀਂ ਵਰਜਦਾ। ਇਹ ਧਨ ਆ ਗਿਆ ਕੋਲ ਅਤੇ ਮਤ ਸਮਝੋ ਵੀ ਮਨ ਵਰਜਿਆ ਗਿਆ। ਸੋ ਨਹੀਂ, ਮਨ ਨੂੰ ਨਹੀਂ ਹੋੜ ਸਕਦਾ, ਮਨ ਨੂੰ ਨਹੀਂ ਰੋਕ ਸਕਦਾ, ਮਨ ਨੂੰ ਨਹੀਂ ਠਾਕਦਾ, ਰੋਕਦਾ ਨਹੀਂ ਇਸ ਪਾਸਿਓਂ ਜਾਣ ਤੋਂ। ਪਰੈ ਹੀ ਕੋ ਲੁਝੀ ਹੈ। ਅਤੇ ਉਹ ਜਿਹੜਾ ਜੀਵ ਹੈ ਜਾਂ ਇਹ ਸਾਡਾ ਮਨ ਹੈ, ਪਰੈ ਹੋਰ ਨੂੰ ਵਾਸਤੇ ਹੀ ਲੁੱਝੀ ਜਾਂਦਾ, ਲੁੱਛਦਾ, ਤੜਫਦਾ, ਝਗੜਾ ਕਰਦਾ ਹੈ, ਤ੍ਰਿਸ਼ਨਾ ਦੀ ਅੱਗ ਵਿੱਚ ਸੜਦਾ, ਹੋਰ ਮੱਚਦਾ। ਸੁੰਦਰ ਨਾਰੀ ਅਨੇਕ ਪ੍ਰਕਾਰੀ। ਹੁਣ ਚੇਤਨ ਮਾਇਆ ਦੀ ਗੱਲ ਕਰ ਰਹੇ ਨੇ। ਘਰ ਵਿੱਚ ਆਪਣੀ ਧਰਮ ਪਤਨੀ ਸੁੰਦਰ ਸਰੂਪ ਹੈ। ਅਨੇਕ ਪ੍ਰਕਾਰੀ, ਅਨੇਕਾਂ ਪ੍ਰਕਾਰ ਦੇ ਹੋਰ ਸੁੱਖ ਸਮਾਨ ਹਨ, ਅਥਵਾ ਅਨੇਕਾਂ ਪ੍ਰਕਾਰ ਦੀਆਂ ਸੁੰਦਰ ਨਾਰੀਆਂ, ਜਿਵੇਂ ਰਾਜੇ ਮਹਾਰਾਜੇ ਕਈ ਵਿਆਹ ਕਰਾਉਂਦੇ ਸੀ। ਪਰ ਗ੍ਰਹਿ ਵਿਕਾਰੀ, ਅਨੇਕਾਂ ਪ੍ਰਕਾਰ ਦੇ ਹਾਵ ਭਾਵ ਆਪਣੀਆਂ ਇਸਤਰੀਆਂ ਨਾਲ ਕਰਦਾ ਹੈ, ਅਤੇ ਫਿਰ ਵੀ ਪਰਾਏ ਘਰਾਂ ਵਿੱਚ ਜਾ ਕੇ ਵਿਕਾਰ ਭੋਗਦਾ।
ਵਿਕਾਰੀ ਬਣ ਕੇ, ਕਾਮ ਵਾਸ਼ਨਾ ਦੇ ਅਧੀਨ ਹੋ ਕੇ ਪਰਾਇਆਂ ਘਰਾਂ ਵਿੱਚ ਵੀ ਜਾਂਦਾ, ਹੋਰਨਾਂ ਦੀ ਇੱਜ਼ਤ ਵੀ ਖਰਾਬ ਕਰਦਾ। ਬੁਰਾ ਭਲਾ ਨਹੀਂ ਸੁਝੀ ਹੈ, ਐਸਾ ਗਰਸਿਆ ਗਿਆ ਚੇਤਨ ਮਾਇਆ ਦੇ ਮੋਹ ਵਿੱਚ, ਵਿਕਾਰਾਂ 'ਚ, ਭਈ ਪਤਾ ਹੀ ਨਹੀਂ ਕਿਹੜਾ ਕਰਮ ਬੁਰਾ ਹੈ, ਨਹੀਂ ਕਰਨਾ ਚਾਹੀਦਾ, ਕਿਹੜਾ ਭਲਾ ਹੈ, ਕਰਨਾ ਚਾਹੀਦਾ। ਨਾ ਭਲੇ ਦਾ ਗਿਆਨ, ਨਾ ਬੁਰੇ ਦਾ। ਬੁਰਾ ਭਲਾ ਵੀ ਨਹੀਂ ਸੁਝਦਾ ਇਸ ਨੂੰ, ਗਿਆਤ ਨਹੀਂ ਬੁਰੇ ਭਲੇ ਦੀ, ਸਮਝ ਨਹੀਂ ਹੈ, ਸਮਝ ਹੀ ਗਵਾ ਬੈਠਾ, ਇੰਨਾ ਗਲਤਾਨ ਹੋ ਗਿਆ। ਅਨਕ ਬੰਧਨ ਮਾਇਆ ਭਰਮਤ ਭਰਮਾਇਆ, ਗੁਣ ਨਿਧ ਨਹੀਂ ਗਾਇਆ, ਮਨ ਬਿਖਿਆ ਹੀ ਮੈਂ ਲੁੱਝੀ ਹੈ। ਅਨੇਕਾਂ ਤਰ੍ਹਾਂ ਦੇ ਮਾਇਆ ਕਰਕੇ ਬੰਧਨ ਪੈ ਗਏ ਦੇ ਗਲ ਵਿੱਚ, ਤੇ ਭਰਮ ਦਾ ਭਰਮਾਇਆ ਹੋਇਆ ਭਟਕਦਾ ਫਿਰਦਾ। ਮਾਇਆ ਨੇ ਭਰਮਾਇਆ, ਕਿਆ ਵਿਚਾਰਾ ਜੰਤ, ਜਾਂ ਆਪ ਭੁਲਾਇਆ, ਜਾਂ ਮਾਇਆ ਦੁਆਰਾ ਪਰਮੇਸ਼ਰ ਨੇ ਭੁਲਾਇਆ ਹੋਇਆ। ਭਰਮਤ ਭਰਮਾਇਆ, ਰੱਬ ਦਾ ਭਰਮਾਇਆ ਹੋਇਆ ਜਾਂ ਮਾਇਆ ਦਾ ਭਰਮਾਇਆ ਹੋਇਆ ਭਰਮਦਾ ਫਿਰਦਾ ਹੈ। ਗੁਣ ਨਿਧ ਨਹੀਂ ਗਾਇਆ, ਗੁਣਾਂ ਦੇ ਖਜ਼ਾਨੇ ਵਾਹਿਗੁਰੂ ਨੂੰ ਇਹਨੇ ਗਾਇਆ ਹੀ ਨਹੀਂ। ਪਰਮਾਤਮਾ ਦਾ ਜਸ, ਪਰਮਾਤਮਾ ਦੇ ਗੁਣ, ਜੋ ਸਾਰੀਆਂ ਰਿੱਧੀਆਂ ਸਿੱਧੀਆਂ ਨਿੱਧੀਆਂ ਦੇ ਖਜ਼ਾਨੇ ਹਨ, ਉਹ ਰੱਬ ਦੇ ਗੁਣ ਨਹੀਂ ਗਾਏ। ਜਿਹੜਾ ਗੁਣਾਂ ਦਾ ਖਜ਼ਾਨਾ ਵਾਹਿਗੁਰੂ ਦਾ ਜਸ ਨਹੀਂ ਗਾਇਆ। ਮਨ ਵਿਖਿਆ ਹੀ ਮੈਂ ਲੁੱਝੀ ਹੈ, ਮਨ ਵਿਸ਼ਿਆਂ ਵਿਕਾਰਾਂ ਦੇ ਵਿੱਚ, ਵਿਖ ਨਾਮ ਜ਼ਹਿਰ ਦਾ, ਇਹ ਵਿਸ਼ਿਆਂ ਵਿਕਾਰਾਂ ਰੂਪੀ ਮਾਇਆ ਰੂਪੀ ਜ਼ਹਿਰ ਦੇ ਵਿੱਚ ਹੀ ਲੁੱਝ ਰਿਹਾ ਹੈ, ਭਾਵ ਕਿ ਫਸ ਰਿਹਾ ਹੈ। ਲੁੱਝਣਾ ਵੈਸੇ ਹੁੰਦਾ ਝਗੜਾ ਕਰਨਾ, ਭਾਵ ਇਸ ਝਗੜੇ 'ਚ ਹੀ ਪਿਆ ਹੋਇਆ, ਲੁੱਛ ਰਿਹਾ, ਤੜਫ ਰਿਹਾ ਹੈ, ਫਸ ਰਿਹਾ ਹੈ, ਦੁਖੀ ਹੋ ਰਿਹਾ ਹੈ। ਜਾਂ ਕਉ ਰੇ ਕਿਰਪਾ ਕਰੈ, ਜੀਵਤ ਸੋਈ ਮਰੈ, ਸਾਧ ਸੰਗ ਮਾਇਆ ਧਰੈ, ਨਾਨਕ ਸੋ ਜਨ ਦਰ ਹਰ ਸਿੱਝੀ ਹੈ। ਹਜ਼ੂਰ ਕਹਿੰਦੇ ਭਾਈ, ਜਿਸ ਦੇ ਉੱਪਰ ਵਾਹਿਗੁਰੂ ਕਿਰਪਾ ਕਰਦਾ ਹੈ, ਉਹ ਫਿਰ ਜੀਵਤ ਭਾਵ ਤੋਂ ਜਿਉਂਦਾ ਹੋਇਆ ਹੀ ਮਰ ਜਾਂਦਾ ਹੈ। ਮੌਤ ਵੀ ਕਈ ਤਰ੍ਹਾਂ, ਇੱਕ ਸਰੀਰਕ ਮੌਤ ਹੈ, ਇੱਕ ਜ਼ਮੀਰ ਦੀ ਮੌਤ ਹੈ। ਇੱਕ ਭਗਤ ਜਨ ਮਰਦੇ ਨੇ ਜੀਵਤ ਭਾਵ ਤੋਂ ਮਰਨਾ, ਜਿਉਂਦੇ ਮਰ ਜਾਣਾ, ਮੁਰਦਾ ਸਮਝਣਾ ਆਪਣੇ ਆਪ ਨੂੰ। ਤੇ ਇੱਕ ਆਤਮਿਕ ਮੌਤ ਹੈ, ਜਿਹੜੀ ਸੰਸਾਰੀਆਂ ਦੀ ਮੌਤ ਹੁੰਦੀ ਹੈ। ਜਿਉਂਦੇ ਦਿਸਦੇ ਨੇ ਪਰ ਆਤਮਿਕ ਤੌਰ 'ਤੇ ਮਰੇ ਹੋਏ ਨੇ। ਸੋ ਇਸ ਪ੍ਰਕਾਰ ਮਹਾਰਾਜ ਕਹਿੰਦੇ ਨੇ, ਜਿਸ ਦੇ ਉੱਪਰ ਵਾਹਿਗੁਰੂ ਕਿਰਪਾ ਕਰਦਾ, ਉਹ ਜੀਵਤ ਭਾਵ ਤੋਂ ਮਰਦਾ ਹੈ, ਉਹ ਆਪਣੇ ਆਪ ਨੂੰ ਜਿਉਂਦਾ ਨਹੀਂ ਸਮਝਦਾ। ਇਸ ਬਚਨ ਨੂੰ ਸਮਝਣ ਵਾਸਤੇ ਇੱਕ ਉਦਾਹਰਣ ਹੈ ਕਿ ਸੰਤ ਗਿਆਨੀ ਸੁੰਦਰ ਸਿੰਘ ਖਾਲਸਾ ਪਿੰਡਰਾਂ ਵਾਲੇ ਕਾਸ਼ੀ ਗਏ ਇੱਕ ਵਾਰੀ। ਉੱਥੇ ਬੜੇ ਵੱਡੇ ਵਿਦਵਾਨ ਕਥਾ ਕਰ ਰਹੇ ਸੀ, ਅਤੇ ਮਹਾਂਪੁਰਸ਼ ਉੱਥੇ ਦੀਵਾਨ 'ਚ ਬਹਿ ਗਏ ਸੁਣਨ ਵਾਸਤੇ। ਅਤੇ ਉਹਨਾਂ 'ਚੋਂ ਕਈਆਂ ਨੂੰ ਪਤਾ ਸੀ ਕਿ ਆਪ ਜੀ ਵੀ ਕਥਾ ਕਰਦੇ ਨੇ, ਅਤੇ ਇਹਨਾਂ ਦੀ ਕਥਾ 'ਚ ਰਸ ਬੜਾ। ਉਹਨਾਂ ਬੇਨਤੀ ਕੀਤੀ, ਜੀ ਤੁਸੀਂ ਵੀ ਵਿਚਾਰ ਸੁਣਾਓ। ਕਹਿੰਦੇ ਨਹੀਂ, ਅਸੀਂ ਸੁਣ ਲਈ ਨਹੀਂ, ਅੱਜ ਤਾਂ ਬੜੇ ਵਿਦਵਾਨ ਆਏ ਨੇ। ਕਹਿੰਦੇ ਨਹੀਂ ਜੀ, ਤੁਹਾਨੂੰ ਵੀ ਸਮਾਂ ਦੇਣਾ। 15 ਮਿੰਟ ਸਮਾਂ ਦਿੱਤਾ। ਫਿਰ ਜਦੋਂ ਕਥਾ ਕਰਨ ਲੱਗੇ ਅਤੇ ਐਸਾ ਰਸ ਬੱਝਾ, ਉਹ ਹੋਰ ਵਧਾਈ ਜਾਣ ਸਮਾਂ। ਕੋਈ 1.5 ਘੰਟਾ ਉਹਨਾਂ ਤੋਂ ਕਥਾ ਕਰਾਈ, ਅਤੇ ਉਹਨਾਂ ਦਾ ਬੜਾ ਪ੍ਰਭਾਵ ਮੰਨਿਆ ਸਾਰੇ ਵਿਦਵਾਨਾਂ ਨੇ। ਅਤੇ ਇੱਕ ਹਿੰਦੂ ਮਤ ਦਾ ਸਾਧ ਸੀ, ਅਖੌਤੀ ਸੰਤ ਸੀ ਉਹ, ਅਤੇ ਵਿਦਵਾਨ ਵੀ ਸੀ। ਉਹ ਈਰਖਾ ਨਾਲ ਅੰਦਰੋਂ ਮੱਚ ਉੱਠਿਆ, ਕਹਿਣ ਲੱਗਾ, ਇਹਨਾਂ ਨੂੰ ਮੈਂ ਕੁਝ ਪ੍ਰਸ਼ਨ ਕਰਨੇ ਚਾਹੁੰਦਾ, ਮੈਨੂੰ ਸਮਾਂ ਦਿਓ। ਤਾਂ ਸੰਤ ਜੀ ਕਹਿਣ ਲੱਗੇ, ਪਾਸੇ ਪ੍ਰਸ਼ਨ ਕੀ ਕਰਨਾ, ਸਾਰਿਆਂ ਦੇ ਸਾਹਮਣੇ ਪ੍ਰਸ਼ਨ ਕਰੋ, ਸਟੇਜ 'ਤੇ ਆ ਜਾਓ, ਤੁਸੀਂ ਪ੍ਰਸ਼ਨ ਕਰੋ, ਨਾਲੋਂ ਨਾਲ ਅਸੀਂ ਜੇ ਸਾਨੂੰ ਪਤਾ ਹੋਵੇਗਾ ਅਸੀਂ ਜਵਾਬ ਦੇਵਾਂਗੇ। ਉਹ ਕਹਿਣ ਲੱਗਾ, ਸੰਤ ਜੀ ਤੁਸੀਂ ਇਹ ਕਫਨ ਵਰਗਾ ਚੋਲਾ ਕਿਉਂ ਪਾਉਂਦੇ ਹੋ? ਬਿਲਕੁਲ ਸਾਦਾ ਜਿਹਾ ਸਧਾਰਨ ਜਿਹਾ ਕੱਪੜਾ ਗਲ ਪਾਉਂਦੇ ਸੀ ਮਹਾਂਪੁਰਸ਼, ਚੋਲਾ। ਕਹਿੰਦਾ ਕਫਨ ਵਰਗਾ ਚੋਲਾ ਕਿਉਂ? ਕਹਿੰਦੇ ਵਾਹ ਸੰਤ ਜੀ, ਤੁਸੀਂ ਐਡੇ ਵੱਡੇ ਵਿਦਵਾਨ ਹੋ, ਤੁਹਾਨੂੰ ਨਹੀਂ ਪਤਾ ਵੀ ਕਫਨ ਮੁਰਦਿਆਂ ਦੇ ਗਲ 'ਚ ਹੁੰਦਾ, ਕਫਨ ਮੁਰਦਿਆਂ ਦੇ ਗਲ 'ਚ ਹੁੰਦਾ, ਅਤੇ ਇਸ ਕਰਕੇ ਪਾਇਆ ਹੋਇਆ, ਮੁਰਦੇ ਨੇ ਪਾਇਆ ਹੋਇਆ। ਲੱਗਾ, ਜੇ ਮੁਰਦੇ ਕਹਾਉਂਦੇ ਆਪਣੇ ਆਪ ਨੂੰ ਸਮਝਦੇ ਹੋ, ਫਿਰ ਕਿਰਪਾਨਾਂ ਕਿਉਂ ਚੱਕੀ ਫਿਰਦੇ ਹੋ? ਮਹਾਂਪੁਰਸ਼ ਉਹ ਗਾਤਰੇ ਵਾਲੀ ਕਿਰਪਾਨ ਤੋਂ ਲੈਦਾ ਇੱਕ ਹੱਥ 'ਚ ਵੀ 3 ਫੁੱਟੀ ਸ੍ਰੀ ਸਾਹਿਬ ਰੱਖਦੇ ਸੀ, ਅਤੇ ਬੜੇ ਬਲੀ ਸਨ ਸੰਤ ਸੁੰਦਰ ਸਿੰਘ ਜੀ, ਅਤੇ ਐਕਸਰਸਾਈਜ਼ ਕਸਰਤ ਵੀ ਬਹੁਤ ਕਰਦੇ ਸਨ। ਉਹਨਾਂ ਨੇ ਜਿੱਥੇ ਇੱਕ ਥਾਂ ਤੋਂ ਦੂਜੇ ਥਾਂ ਜਾਣਾ ਹੁੰਦਾ ਸੀ, ਗੱਡੇ 'ਤੇ ਮੂੰਗਲੀਆਂ ਰੱਖੀਆਂ ਹੁੰਦੀਆਂ ਸੀ, ਲੱਕੜ ਦੀਆਂ ਮੂੰਗਲੀਆਂ। ਉਹ ਰੋਜ਼ ਸਵੇਰੇ ਸ਼ਾਮ ਮੂੰਗਲੀਆਂ ਵੀ ਫਿਰਦੇ ਸਨ, ਅਤੇ ਬੜੇ ਮਹਾਤਮਾ ਸਨ ਵੱਡੇ। ਅਤੇ ਉਹ ਕਹਿਣ ਲੱਗਾ, ਜੀ ਤੁਸੀਂ ਕਿਰਪਾਨਾਂ ਕਿਉਂ ਚੱਕੀ ਫਿਰਦੇ ਹੋ? ਮਹਾਂਪੁਰਸ਼ ਕਹਿਣ ਲੱਗੇ, ਸੰਤ ਜੀ ਇਹੀ ਤਾਂ ਸਮਝ ਵਿੱਚ ਫਰਕ ਆ, ਦੁਨੀਆ ਦੀ ਸਮਝ ਵਿੱਚ। ਇਹੋ ਤਾਂ ਵਿਲੱਖਣ ਕਾਰਜ ਕੀਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ। ਉਹਨਾਂ ਨੇ ਜੀਵਤ ਭਾਵ ਤੋਂ ਮਰਨ ਦਾ ਉਪਦੇਸ਼ ਦਿੱਤਾ, ਅਤੇ ਅਣਖ ਅਤੇ ਗੈਰਤ ਨੂੰ ਸਾਂਭ ਕੇ ਰੱਖਣ ਦਾ ਉਪਦੇਸ਼ ਦਿੱਤਾ। ਇਹ ਕਿਰਪਾਨਾਂ ਅਣਖ ਅਤੇ ਗੈਰਤ ਦੀ ਨਿਸ਼ਾਨੀ ਹਨ। ਇਹਦੇ ਨਾਲ ਅਸੀਂ ਜ਼ੁਲਮ ਨਹੀਂ ਕਰਦੇ, ਗੁਰੂ ਦਾ ਖਾਲਸਾ ਜ਼ੁਲਮ ਨਹੀਂ ਕਰਦਾ,
ਪਰ ਜ਼ੁਲਮ ਦੀ ਤਲਵਾਰ ਨੂੰ ਰੋਕਣ ਵਾਸਤੇ ਇਹ ਤਲਵਾਰ ਹੈ। ਅਣਖ ਤੇ ਗੈਰਤ ਨੂੰ ਅਸੀਂ ਮਰਨ ਨਹੀਂ ਦੇਣਾ। ਕਿਸੇ ਦੀ ਤਲਵਾਰ ਅੱਗੇ ਅਸੀਂ ਆਪਣੀ ਗਰਦਨ ਨਹੀਂ ਝੁਕਾ ਦੇਣੀ, ਨੀਵੇਂ ਨਹੀਂ ਹੋ ਜਾਣਾ। ਅਣਖ ਤੇ ਗੈਰਤ ਨੂੰ ਸਾਂਭ ਕੇ ਰੱਖਿਆ। ਸੋ ਇਸ ਪ੍ਰਕਾਰ ਦੋਵੇਂ ਚੀਜ਼ਾਂ ਜਦੋਂ ਮਰਜ਼ੀ ਪਰਖ ਲਿਓ। ਹੰਕਾਰ ਨੂੰ ਮਾਰਿਆ ਹੈ, ਅਣਖ ਤੇ ਗੈਰਤ ਸਾਂਭ ਕੇ ਰੱਖਣੀ। ਸਿਮਰਨ ਦੁਆਰਾ ਆਪਣੇ ਅੰਦਰੋਂ ਦੇਹ ਅਧਿਆਸ ਨੂੰ, ਜੀਵਤ ਭਾਵ ਨੂੰ ਮਾਰਨਾ ਹੈ ਅਤੇ ਆਪਣੀ ਸਵੈ ਅਣਖ ਗੈਰਤ ਸਾਂਭ ਕੇ ਰੱਖਣੀ, ਇਹਨੂੰ ਜੀਵਤ ਰੱਖਣਾ ਹੈ। ਇਹ ਵੀਰ ਰਸੀ ਸੁਭਾਅ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਆ ਹੈ। ਸੋ ਇਸ ਪ੍ਰਕਾਰ ਇਹਨਾਂ ਬਚਨਾਂ ਨੂੰ ਸੰਤ ਜਰਨੈਲ ਸਿੰਘ ਨੇ ਦੁਹਰਾਇਆ ਕਿ ਸਰੀਰਕ ਮੌਤ ਨੂੰ ਮੈਂ ਮੌਤ ਨਹੀਂ ਮੰਨਦਾ, ਜ਼ਮੀਰ ਦਾ ਮਰ ਜਾਣਾ ਯਕੀਨਨ ਮੌਤ ਹੈ। ਜ਼ਮੀਰ ਆਤਮਾ ਦੀ ਆਵਾਜ਼ ਨੂੰ ਕਹਿੰਦੇ ਨੇ, ਆਤਮਾ ਦੀ ਆਵਾਜ਼। ਸਾਡੇ ਸਾਹਮਣੇ ਜ਼ੁਲਮ ਹੋ ਰਿਹਾ, ਅੰਦਰੋਂ ਸਾਡੇ ਆਵਾਜ਼ ਆਉਂਦੀ ਹੈ ਵੀ ਇਹ ਮਾੜਾ ਕਰਮ ਹੋ ਰਿਹਾ, ਇਹ ਵਧੀਕੀ ਹੋ ਰਹੀ ਕਿਸੇ ਗਰੀਬ ਨਾਲ, ਪਰ ਅਸੀਂ ਡਰਦੇ ਕੁਸਕੀਏ ਨਾ। ਇਹ ਜ਼ਮੀਰ ਦਾ ਗਲਾ ਘੁੱਟਣਾ, ਜ਼ਮੀਰ ਦੀ ਸੰਘੀ ਫੜ ਕੇ ਨੱਪ ਦੇਣੀ, ਜ਼ਮੀਰ ਦੀ ਆਵਾਜ਼ ਨੂੰ ਸੁਣਨਾ ਨਾ ਸੁਣੀ ਕਰ ਦੇਣਾ, ਉਹਦੇ ਆਖੇ ਨਾ ਲੱਗਣਾ। ਸੋ ਰੋਕਣਾ ਨਾ ਜ਼ੁਲਮ ਨੂੰ, ਅੱਖਾਂ ਮੀਟ ਲੈਣੀਆਂ। ਜਿਵੇਂ ਬਿੱਲੀ ਨੂੰ ਵੇਖ ਕੇ ਕਬੂਤਰ ਅੱਖਾਂ ਬੰਦ ਕਰ ਲੈਂਦਾ, ਇਸ ਤਰ੍ਹਾਂ ਦੀ ਹਾਲਤ, ਬੁਜ਼ਦਿਲੀ ਵਾਲੀ ਹਾਲਤ, ਇਹ ਵੀ ਮਰਨਾ ਹੀ ਹੈ। ਪਰ ਇਹ ਮਨਮੁਖਾਂ ਦਾ ਮਰਨਾ ਹੈ। ਜਿਹੜੇ ਗੁਰਮੁਖ ਮਰਦੇ ਨੇ, ਜੀਵਤ ਸੋ ਮਰੈ, ਜੀਵਤ ਸੋਈ ਮਰੈ। ਜੀਵਤ ਭਾਵ ਤੋਂ ਹੰਕਾਰ ਵੱਲੋਂ ਜਿਸ ਮਰਨ ਨੂੰ ਭਾਈ ਗੁਰਦਾਸ ਨੇ ਕਿਹਾ ਹੈ, ਮੁਰਦਾ ਹੋਏ ਮੁਰੀਦ ਸੋ ਗੁਰ ਗੋਰ ਸਮਾਵੈ, ਲੱਤਾਂ ਹੇਠ ਲਤਾੜੀਐ ਮਨ ਦੱਬ ਵਿਛਾਵੈ। ਭਾਈ ਗੁਰਦਾਸ ਜੀ ਕਹਿੰਦੇ, ਸੱਜਣਾ ਗੁਰੂ ਸਾਹਿਬ ਇੱਕ ਕਬਰ ਦੀ ਨਿਆਈ ਨੇ। ਸਤਿਗੁਰੂ ਜੀ ਕਬਰ ਹਨ ਅਤੇ ਕਬਰ ਵਿੱਚ ਮੁਰਦਾ ਸਮਾਉਂਦਾ, ਜਿਉਂਦਾ ਬੰਦਾ ਨਹੀਂ ਸਮਾਉਂਦਾ। ਜੇ ਗੁਰੂ ਮਹਾਰਾਜ ਵਿੱਚ ਸਮਾਉਣਾ ਹੈ ਤਾਂ ਮੁਰਦਾ ਬਣ ਜਾ, ਮੁਰਦਾ। ਜਿਵੇਂ ਦੱਬ ਲਿਆ ਕੇ ਵੱਢ ਟੋਕ ਕੇ ਉਹਨੂੰ ਪੈਰਾਂ ਥੱਲੇ ਲਤਾੜ ਕੇ ਸਫਾ ਬਣਾਈਆਂ ਜਾਂਦੀਆਂ। ਫਿਰ ਧਾਰਮਿਕ ਸਥਾਨਾਂ 'ਤੇ ਮੁਸਲਮਾਨ ਨਮਾਜ਼ ਅਦਾ ਕਰਨ ਲਈ ਸਫਾ ਵਿਛਾਉਂਦੇ ਨੇ। ਗੁਰਦੁਆਰਿਆਂ 'ਚ, ਮੰਦਰਾਂ 'ਚ ਸਫਾ ਪੁਰਾਣੇ ਸਮੇਂ 'ਚ ਦੱਬ ਦੀਆਂ ਵਿਛਾਈਆਂ ਜਾਂਦੀਆਂ ਸੀ। ਇਬਾਦਤ ਕਰਨ ਲਈ ਇੱਥੇ ਵਿਛਾਈਆਂ ਜਾਂਦੀਆਂ ਸਨ। ਸੋ ਇਸ ਪ੍ਰਕਾਰ ਬਾਬਾ ਫਰੀਦ ਜੀ ਨੇ ਮੈਂ ਕਿਹਾ ਹੈ ਕਿ ਜੇ ਸਾਈਂ ਲੋੜ ਹੈ ਸਭ, ਫਰੀਦਾ ਥੀਓ ਪਵਾਹੀ ਦੱਬ, ਪਹੇ ਦੀ ਦੱਬ ਬਣ ਜਾ। ਜੇ ਸਾਈਂ ਲੋੜ ਹੈ ਸਭ, ਜੇ ਸਭ ਦੇ ਵਿੱਚ ਸਾਈਂ ਦੀ ਜੋਤ ਨੂੰ ਵੇਖਣਾ ਚਾਹੁੰਦਾ ਤਾਂ ਪਹੇ ਦੀ ਦੱਬ ਵਰਗਾ ਬਣ ਜਾ। ਇੱਕ ਛਿੱਜਾ ਹੈ, ਇੱਕ ਉਹਨੂੰ ਕੱਟਦੇ ਵੱਢਦੇ ਨੇ, ਵਿਆਹ ਲਤਾੜੀ ਹੈ, ਦੂਜਾ ਫਿਰ ਉਹਨੂੰ ਪੈਰਾਂ ਥੱਲੇ ਲਤਾੜਿਆ ਜਾਂਦਾ ਚੰਗੀ ਤਰ੍ਹਾਂ ਸਫਾ ਬਣਾਉਣ ਲਈ, ਤਾਂ ਸਾਈਂ ਦਾ ਦਰ ਵਾੜੀ ਹੈ। ਤਾਂ ਫਿਰ ਉਹ ਜਿਹੜੀ ਦੱਬ ਹੈ ਨਾ, ਸਾਈਂ ਦੇ ਦਰ ਮਸੀਤਾਂ, ਧਾਰਮਿਕ ਸਥਾਨਾਂ 'ਤੇ ਵਾੜੀ ਜਾਂਦੀ, ਪ੍ਰਵੇਸ਼ ਕਰਾਈ ਜਾਂਦੀ, ਉਹਨਾਂ 'ਤੇ ਬਹਿ ਕੇ ਨਮਾਜ਼ ਇਬਾਦਤ ਅਦਾ ਕੀਤੀ ਜਾਂਦੀ ਹੈ। ਇਸ ਪ੍ਰਕਾਰ ਕਹਿੰਦੇ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਭਰਮ ਭੋ ਖੋਵਣਾ। ਸੋ ਇਸ ਤਰ੍ਹਾਂ ਇਹ ਭਾਈ ਗੁਰਦਾਸ ਨੇ ਬਚਨ ਕੀਤੇ ਹਨ। ਇਸ ਪ੍ਰਕਾਰ ਹਜ਼ੂਰ ਕਹਿ ਰਹੇ ਨੇ, ਜਾਂ ਕਉ ਰੇ ਕਿਰਪਾ ਕਰ। ਇਹ ਵਾਹਿਗੁਰੂ ਦੀ ਕਿਰਪਾ ਦੀ ਨਿਸ਼ਾਨੀ ਹੈ ਕਿ ਜੀਵਤ ਸੋਈ ਮਰੈ। ਉਹ ਜੀਵ ਫਿਰ ਜਿਉਂਦਾ ਹੋਇਆ ਹੀ ਜੀਵਤ ਭਾਵ ਤੋਂ ਮਰ ਜਾਂਦਾ, ਮੁਰਦਾ ਸਮਝ ਲੈਂਦਾ ਆਪਣੇ ਆਪ। ਸਾਧ ਸੰਗ ਮਾਇਆ ਤਰੈ, ਸਾਧ ਸੰਗਤ ਵਿੱਚ ਵਸ ਕੇ ਸਿਮਰਨ ਕਰਦਾ ਹੋਇਆ, ਸਾਧੂ ਸਤਿਗੁਰਾਂ ਦੀ ਸੰਗਤ ਵਿੱਚ, ਸਾਧੂ ਜਿਹਨਾਂ ਮਨ ਸਾਧਿਆ ਹੋਇਆ ਐਸੇ ਗੁਰਮੁਖ ਦੀ ਸੰਗਤ ਵਿੱਚ, ਉਹ ਮਾਇਆ ਤੋਂ ਤਰ ਜਾਂਦਾ ਹੈ। ਮਾਇਆ ਵਿੱਚ ਡੁੱਬਦਾ ਨਹੀਂ, ਰਹਿੰਦਾ ਤਾਂ ਮਾਇਆ ਵਿੱਚ ਹੀ ਹੈ। ਜਿਵੇਂ ਕਮਲ ਫੁੱਲ ਨਿਰਲੇਪ ਰਹਿੰਦਾ, ਜਿਵੇਂ ਮੁਰਗਾਈ ਦੇ ਖੰਭ ਨਹੀਂ ਭਿੱਜਦੇ, ਇਸੇ ਤਰ੍ਹਾਂ ਮਾਇਆ ਨੂੰ ਤਰ ਜਾਂਦਾ ਉੱਪਰ ਉੱਪਰ। ਜਿਵੇਂ ਕਮਲ ਫੁੱਲ ਤਰਦਾ ਨਾ ਪਾਣੀ ਦੇ, ਇਸੇ ਤਰ੍ਹਾਂ ਵਿੱਚੇ ਗ੍ਰਹਿ ਸਦਾ ਰਹਿ ਉਦਾਸੀ, ਜਿਉ ਕਮਲ ਰਹਿ ਵਿੱਚ ਪਾਣੀ ਹੈ। ਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਭੈ ਕਰ ਸਮਝੋ ਮਨ ਹੀ ਮਾਹੇ ਉਦਾਸਾ। ਇਸ ਪ੍ਰਕਾਰ ਉਹ ਮਾਇਆ ਨੂੰ ਤਰ ਜਾਂਦਾ ਹੈ। ਨਾਨਕ ਸੋ ਜਨ ਦਰ ਹਰ ਸਿਜੀ ਹੈ। ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਕਿ ਉਹ ਜਨ ਪੁਰਸ਼, ਉਹ ਸੇਵਕ, ਉਹ ਦਾਸ ਵਾਹਿਗੁਰੂ ਦਾ ਹਰੀ ਦੇ ਦਰ 'ਤੇ ਸਿੱਝੀ ਹੈ, ਕਾਮਯਾਬ ਹੋ ਕੇ ਪਹੁੰਚਦਾ ਹੈ। ਹਰੀ ਦੇ ਦਰ 'ਤੇ ਉਸ ਨੂੰ ਕਾਮਯਾਬ ਸਫਲ ਜੀਵਨ ਕਰਕੇ ਆਇਆ ਹੋਇਆ ਸਮਝਿਆ ਜਾਂਦਾ, ਉਸ ਖਜ਼ਾਨੇ ਵਿੱਚ ਪਾਇਆ ਜਾਂਦਾ ਵੀ ਇਹ ਕਾਮਯਾਬ ਹੋ ਗਿਆ ਹੈ, ਇਹਨੇ ਤਰ ਲਿਆ ਮਾਇਆ ਨੂੰ, ਇਹਨੇ ਜੀਵਨ ਸਫਲਾ ਕਰ ਲਿਆ ਹੈ। ਗੌੜੀ ਮਹੱਲਾ ਪੰਜਵਾਂ। ਗੌੜੀ ਰਾਗਣੀ ਦੇ ਅੰਦਰ ਗੁਰਦੇਵ ਪੰਚਮ ਪਾਤਸ਼ਾਹ ਮਹਾਰਾਜ ਬਚਨ ਫਰਮਾਉਂਦੇ ਨੇ, ਸਭ ਹੂ ਕੋ ਰਸ ਹਰ ਹੋ। ਹਜ਼ੂਰ ਕਹਿੰਦੇ ਨੇ, ਭਾਈ ਸਾਰਿਆਂ ਮਨੁੱਖਾਂ ਵਾਸਤੇ ਸਭ ਤੋਂ ਸ਼੍ਰੋਮਣੀ ਜਿਹੜਾ ਰਸ ਹੈ ਨਾ ਪ੍ਰਾਪਤ ਕਰਨ ਵਾਲਾ, ਉਹ ਹਰੀ ਅਕਾਲ ਪੁਰਖ ਦਾ ਰਸ ਹੈ।
ਭਾਵ ਵਾਹਿਗੁਰੂ ਦੇ ਨਾਮ ਦਾ ਰਸ ਹੀ ਸਾਰਿਆਂ ਵਾਸਤੇ ਸ਼੍ਰੋਮਣੀ ਰਸ ਹੈ, ਕਲਿਆਣ ਕਰਨ ਵਾਲਾ ਰਸ ਹੈ, ਅਸਲੀ ਰਸ ਹੈ। ਰਹਾਓ, ਕਿਉਂਕਿ ਅਸੀਂ ਸੰਸਾਰੀ ਜੀਵ ਬੜੇ ਰਸ ਕਸ ਚੱਖਦੇ ਹਾਂ, ਪਰ ਉੱਥੋਂ ਨਿਰਾਸ਼ਾ ਹੀ ਪੱਲੇ ਪੈਂਦੀ ਹੈ, ਉੱਥੋਂ ਕੋਈ ਤ੍ਰਿਪਤੀ ਨਹੀਂ ਹੁੰਦੀ। ਵਾਹਿਗੁਰੂ ਦੇ ਨਾਮ ਦਾ ਰਸ ਹੈ ਜਿੱਥੇ ਜਾ ਕੇ ਤ੍ਰਿਪਤੀ ਹੁੰਦੀ ਹੈ। ਰਹਾਓ, ਕਾਹੂ ਜੋਗ ਕਾਹੂ ਭੋਗ ਕਾਹੂ ਗਿਆਨ ਕਾਹੂ ਧਿਆਨ। ਕੋਈ ਮਨੁੱਖ ਜਿਹੜਾ ਹੈ ਉਹ ਯੋਗ ਕਮਾਉਣ ਵਿੱਚ ਉਹਨੂੰ ਰਸ ਆ ਰਿਹਾ ਵੀ ਮੈਂ ਯੋਗ ਕਮਾਉਣਾ, ਯੋਗਾ ਅਭਿਆਸ ਕਰਨਾ ਹੈ, ਹੱਠ ਯੋਗ ਕਰਨ ਵਿੱਚ ਲੱਗਾ ਹੋਇਆ। ਕਾਹੂ ਭੋਗ, ਅਤੇ ਕੋਈ ਕਿਸੇ ਮਨੁੱਖ ਨੂੰ ਰਸ ਹੈ ਪਦਾਰਥਾਂ ਦੇ ਭੋਗਣ ਦਾ, ਸੰਸਾਰਕ ਪਦਾਰਥਾਂ ਵਿਕਾਰਾਂ ਆਦਿਕਾਂ ਦੇ ਭੋਗਣ ਦਾ। ਕਾਹੂ ਗਿਆਨ ਕਾਹੂ ਧਿਆਨ, ਕਿਸੇ ਨੂੰ ਰਸ ਹੈ ਗਿਆਨ ਚਰਚਾ ਕਰਨ ਵਿੱਚ, ਕਿਸੇ ਨੂੰ ਨੇਤਰ ਬੰਦ ਕਰਕੇ ਸਮਾਧੀ ਲਾਉਣ ਵਿੱਚ, ਧਿਆਨ ਜੋੜਨ ਵਿੱਚ ਰਸ ਹੈ। ਕਾਹੂ ਕਹੋ ਡੰਡ ਧਰ ਹੋ, ਅਤੇ ਕਿਸੇ ਮਨੁੱਖ ਦਾ ਸੁਭਾਅ ਜਾਂ ਇੱਛਾ ਬਣ ਗਈ ਹੈ ਵੀ ਡੰਡਾ ਧਾਰੀ ਜੋਗੀ ਬਣ ਕੇ ਰਹਿਣਾ, ਡੰਡਾ ਪਕੜ ਕੇ ਡੰਡ ਕਮੰਡਲ ਮੋਢੇ ਭਾਰ, ਜੋਗ ਨਹੀਂ ਕਰਮਾਂ ਦੀ ਮਾਰ। ਸੋ ਕੇਵਲ ਡੰਡਾ ਫੜਿਆ, ਕਰਮੰਡਲ ਫੜਿਆ ਅਤੇ ਹੋਰ ਸਿੰਘੀ ਨਾਦ ਵਜਾਉਂਦੇ ਹੋਏ ਅਤੇ ਇਸ ਤਰ੍ਹਾਂ ਕੰਨਾਂ 'ਚ ਮੁੰਦਰਾਂ ਪਾਈਆਂ, ਸੁਆਹ ਮਿਲੀ ਹੋਈ, ਜੜਾਵਾਂ ਵਧਾਈਆਂ ਹੋਈਆਂ ਮੰਗਦੇ ਫਿਰੇ। ਸੋ ਇਸ ਪ੍ਰਕਾਰ ਉਹਨੂੰ ਉੱਥੋਂ ਰਸ ਆ ਰਿਹਾ ਵੀ ਮੈਂ ਡੰਡਾ ਧਾਰੀ ਹਾਂ। ਕਾਹੂ ਜਾਪ ਕਾਹੂ ਤਾਪ ਕਾਹੂ ਪੂਜਾ ਹੋਮ ਨੇਮ, ਕੋਈ ਦੇਵਤਿਆਂ ਆਦਿਕਾਂ ਨੂੰ ਵਸ ਕਰਨ ਲਈ ਜਾਪ ਕਰਦਾ ਕਿਸੇ ਮੰਤਰ ਦਾ, ਕੋਈ ਤਪੱਸਿਆ ਕਰਦਾ ਧੂਣੀਆਂ ਆਦਿਕ ਤਾ ਕੇ ਅਤੇ ਆਪਣੇ ਸਰੀਰ ਨੂੰ ਤਪਾਉਂਦਾ ਹੈ। ਕਾਹੂ ਪੂਜਾ, ਕੋਈ ਨਾਨਾ ਪ੍ਰਕਾਰ ਦੀ ਪੂਜਾ, ਕਿਸੇ ਦੇਵੀ ਦੀ ਪੂਜਾ, ਕਿਸੇ ਦੇਵਤੇ ਦੀ ਪੂਜਾ, ਕੋਈ ਕਬਰਮੜੀ ਮਠ ਦੀ ਪੂਜਾ ਕਰਨ 'ਚ ਲੱਗਾ ਹੋਇਆ। ਕਾਹੂ ਹੋਮ ਕਾਹੂ ਪੂਜਾ ਹੋਮ ਨੇ, ਕੋਈ ਹਵਨ ਕਰਨ ਦੇ ਰਸ ਵਿੱਚ ਲੱਗਾ ਹੋਇਆ। ਕਿਸੇ ਨੇ ਨੇਮ ਬਣਾ ਲਿਆ ਵੀ ਮੈਂ ਹਰ ਸਾਲ ਗੰਗਾ 'ਤੇ ਜਾਇਆ ਕਰਨਾ, ਕੋਈ ਹੋਰ ਨਿਯਮ ਬਣਾ ਲਿਆ। ਸੋ ਇਸ ਪ੍ਰਕਾਰ ਜਿਵੇਂ ਵਰਤ ਆਦਿਕ ਰੱਖਦੇ ਨੇ ਵੀ ਨੇਮ ਨੇ। ਕਾਹੂ ਹੋ ਗੌਨ ਕਰ ਹੋ, ਅਤੇ ਕੋਈ ਮਨੁੱਖ ਭਰਮਣ ਕਰਦਾ ਧਰਤੀ ਦਾ, ਤੁਰੇ ਫਿਰਦਾ, ਕਹਿੰਦਾ ਇੱਕ ਥਾਂ ਟਿਕਣਾ ਨਹੀਂ। ਕਾਹੂ ਤੀਰ ਕਾਹੂ ਨੀਰ ਕਾਹੂ ਵੇਦ ਵਿਚਾਰ, ਕਿਸੇ ਨੇ ਸੁਭਾਅ ਬਣਾ ਲਿਆ ਵੀ ਮੈਂ ਤੀਰਥਾਂ ਦੇ ਕਿਨਾਰੇ 'ਤੇ ਰਹਿਣਾ, ਤੀਰ ਨਾਮ ਕਿਨਾਰੇ ਦਾ। ਜਿਵੇਂ ਕਬੀਰ ਜੀ ਨੇ ਕਿਹਾ, ਕਬੀਰ ਗੰਗਾ ਤੀਰ ਜੋ ਘਰ ਕਰ ਹੈ, ਪੀਵਹਿ ਨਿਰਮਲ ਨੀਰ, ਬਿਨ ਹਰ ਭਗਤ ਨਾ ਮੁਕਤ ਹੋਏ, ਇਉਂ ਕਹਿ ਰਮੇ ਕਬੀਰ। ਕਬੀਰ ਜੀ ਕਹਿੰਦੇ ਮੈਂ ਜਾਂਦਾ ਸੀ, ਮੈਂ ਵੇਖਿਆ ਕਿ ਗੰਗਾ ਦੇ ਕਿਨਾਰੇ ਘਰ ਬਣਾਏ ਹੋਏ ਲੋਕਾਂ ਨੇ ਵੀ ਇੱਥੇ ਗੰਗਾ ਦੇ ਕਿਨਾਰੇ ਹੀ ਮਰਾਂਗੇ ਅਤੇ ਮੁਕਤ ਹੋਵਾਂਗੇ। ਅਤੇ ਨਿਰਮਲ ਜਲ, ਜਿਹੜਾ ਸਾਫ ਸੁਥਰਾ ਜਲ ਪੀ ਕੇ, ਇਸ਼ਨਾਨ ਕਰਕੇ ਜਲ ਪੀ ਕੇ ਜੈ ਗੰਗਾ ਕਹਿ ਛੱਡਦੇ। ਸੋ ਇੰਜ ਕਰਨ ਨਾਲ ਨਹੀਂ ਤਰਿਆ ਜਾਣਾ। ਹਰੀ ਦੀ ਭਗਤੀ, ਅਕਾਲ ਪੁਰਖ ਦੇ ਸਿਮਰਨ ਤੋਂ ਬਗੈਰ ਮੁਕਤ ਨਹੀਂ ਹੋ ਸਕਦੇ। ਕਬੀਰ ਜੀ ਇੰਜ ਕਹਿ ਕੇ ਕਹਿੰਦੇ ਅਸੀਂ ਰਮਤੇ ਹੋ ਗਏ, ਰਮ ਗਏ, ਚਲੇ ਗਏ ਉੱਥੋਂ, ਜਾਂ ਰਮ ਗਏ ਪ੍ਰਮਾਤਮਾ ਦੇ ਨਾਮ ਸਿਮਰਨ ਵਿੱਚ। ਸੋ ਇਸ ਪ੍ਰਕਾਰ ਕਹਿੰਦੇ ਕਾਹੂ ਤੀਰ ਕਾਹੂ ਨੀਰ, ਕੋਈ ਤੀਰਥਾਂ ਦੇ ਇਸ਼ਨਾਨ ਕਰਨ 'ਚ ਹੀ ਲੱਗਾ ਹੋਇਆ। ਕਾਹੂ ਵੇਦ ਵਿਚਾਰ, ਅਤੇ ਕੋਈ ਵੇਦਾਂ ਦੀ ਵਿਚਾਰ ਕਰਨ ਵਿੱਚ ਹੀ ਮਸਤ ਹੋਇਆ, ਉਹਨੂੰ ਉਹ ਰਸ ਬਣਿਆ। ਨਾਨਕਾ ਭਗਤ ਪ੍ਰਿਯ ਹੋ, ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਕਿ ਪਿਆਰਾ ਜੋ ਵਾਹਿਗੁਰੂ ਨਾ ਪਰਮੇਸ਼ਰ, ਉਹਨੂੰ ਭਗਤੀ ਨਾਲ ਪਿਆਰ ਹੈ, ਉਹ ਭਗਤੀ ਦਾ ਪਿਆਰਾ ਹੈ। ਸੋ ਤਾਂ ਹੀ ਕਲਿਆਣ ਹੋਣੀ ਹੈ ਜੇ ਵਾਹਿਗੁਰੂ ਰੀਝ ਪਿਆ। ਭਗਤੀ ਨਾਲ ਪਿਆਰ ਕਿਉਂ ਕਰਦੇ ਹਨ ਵਾਹਿਗੁਰੂ ਜੀ? ਇਹ ਇੱਕ ਸਵਾਲ ਬਣਦਾ ਵੀ ਫਿਰ ਉਹਨੂੰ ਵਡਿਆਈ ਦੀ ਭੁੱਖ ਹੈ ਵਾਹਿਗੁਰੂ ਨੂੰ? ਨਹੀਂ, ਪਰਮਾਤਮਾ ਦੀ ਭਗਤੀ ਦੀ ਇਹ ਤਸਵੀਰ ਹੈ ਕਿ ਸਾਡੀ ਹਉਮੈ ਖਤਮ ਹੁੰਦੀ ਹੈ, ਹੰਗਤਾ ਮਿਟਦੀ ਹੈ ਅਤੇ ਪ੍ਰੇਮ ਰੂਪ ਹੋ ਜਾਈਦਾ। ਅਤੇ ਪਰਮਾਤਮਾ ਵੀ ਪ੍ਰੇਮ ਰੂਪ ਹੈ, ਹੰਗਤਾ ਹੰਕਾਰ ਤੋਂ ਰਹਿਤ ਹੈ। ਜੀਵ ਦੀ ਹੰਗਤਾ ਵੀ ਉਹਨੂੰ ਪਸੰਦ ਨਹੀਂ ਹੈ। ਹਰ ਜੀਉ ਅਹੰਕਾਰ ਨਾ ਭਾਵੈ, ਵੇਦ ਕੂਕ ਸੁਣਾਵਹਿ, ਅਹੰਕਾਰ ਮੋਏ ਸੇ ਵਿਗਤੀ ਗਏ, ਮਰ ਜਨਮ ਹੈ ਫਿਰ ਆਵਹਿ। ਇਸ ਕਰਕੇ ਭਗਤੀ ਦੁਆਰਾ ਹੰਕਾਰ ਮਿਟਦਾ, ਹਉਮੈ ਮਿਟਦੀ ਹੈ, ਹੋਰ ਨਾ ਸਾਧਨਾ ਮਿਲਣੀ। ਤਾਂ ਹੀ ਵਾਹਿਗੁਰੂ ਜੀ ਭਗਤੀ ਦੇ ਪਿਆਰੇ ਹਨ। ਗੌੜੀ ਮਹੱਲਾ ਪੰਜਵਾਂ। ਗੌੜੀ ਰਾਗਣੀ ਅੰਦਰ ਸਤਿਗੁਰੂ ਬਚਨ ਫਰਮਾਉਂਦੇ ਨੇ, ਗੁਣ ਕੀਰਤ ਨਿਧ ਮੋਰੀ। ਹਜ਼ੂਰ ਫਰਮਾਉਂਦੇ ਨੇ ਕਿ ਕਿਸੇ ਨੇ ਕੋਈ ਖਜ਼ਾਨਾ ਜੋੜਿਆ, ਕਿਸੇ ਨੇ ਕੋਈ ਵਾਹਿਗੁਰੂ ਅਕਾਲ ਪੁਰਖ ਦੇ ਗੁਣ ਗਾਉਣੇ, ਪਰਮਾਤਮਾ ਦੀ ਕੀਰਤੀ ਕਰਨੀ, ਇਹ ਮੇਰੀ ਨਿਧੀ ਹੈ, ਭਾਵ ਮੇਰਾ ਖਜ਼ਾਨਾ ਹੈ। ਨਿਧੀ ਨਾਮ ਖਜ਼ਾਨੇ ਦਾ ਹੈ। ਸੋ ਇਸ ਪ੍ਰਕਾਰ ਵਾਹਿਗੁਰੂ ਦੇ ਗੁਣਾਨਵਾਦ ਨੂੰ ਗਾਉਣਾ, ਪਰਮਾਤਮਾ ਦੀਆਂ ਸਿਫਤਾਂ ਕਰਨੀਆਂ, ਵਾਹਿਗੁਰੂ ਦੀ ਕੀਰਤੀ, ਪਰਮਾਤਮਾ ਦਾ ਜਸ ਕੀਰਤਨ ਕਰਨਾ, ਸੁਣਨਾ, ਇਹ ਮੇਰਾ ਖਜ਼ਾਨਾ ਹੈ। ਰਹਾਓ, ਤੂੰ ਹੀ ਰਸ, ਤੂੰ ਹੀ ਜਸ, ਤੂੰ ਹੀ ਰੂਪ, ਤੂੰ ਹੀ ਰੰਗ। ਹੇ ਵਾਹਿਗੁਰੂ, ਤੂੰ ਹੀ ਮੇਰੇ ਵਾਸਤੇ ਰਸ ਹੈ,
ਮੈਨੂੰ ਭਾਵ ਹੋਰ ਰਸਾਂ ਕਸਾਂ ਦੀ ਇੱਛਾ ਨਹੀਂ। ਤੂੰ ਹੀ ਜਸ, ਤੂੰ ਹੀ ਤੂੰ, ਤੇਰਾ ਨਾਮ ਜਪਣਾ ਸਿਮਰਨਾ ਹੀ ਮੇਰਾ ਜਸ ਵਡਿਆਈ ਹੈ। ਸਾ ਵਡਿਆਈ ਦੇਹ ਜਿਤ ਨਾਮ ਤੇਰੇ ਲੱਗ ਰਹਾ। ਮੈਨੂੰ ਹੋਰ ਜਸ ਵਡਿਆਈ ਕੋਈ ਨਹੀਂ ਚਾਹੀਦੀ, ਮੈਨੂੰ ਤਾਂ ਆਪਣੇ ਨਾਮ ਨਾਲ ਜੋੜ ਛੱਡ। ਤੂੰ ਹੀ ਰੂਪ, ਤੇ ਮੈਨੂੰ ਸੋਹਣਾ ਰੂਪ ਵੀ ਨਹੀਂ ਚਾਹੀਦਾ। ਤੇਰਾ ਨਾਮ ਹੀ, ਤੂੰ ਹੀ ਮੇਰੇ ਵਾਸਤੇ ਸੋਹਣਾ ਰੂਪ ਹੈ। ਰੰਗ ਤੂੰ ਹੀ ਮੇਰੀਆਂ ਮੌਜ ਮਸਤੀਆਂ। ਸੱਚੇ ਪਾਤਸ਼ਾਹ ਤੇਰੇ ਨਾਮ ਨਾਲ ਜੁੜਿਆ ਰਹਾਂ, ਇਹੀ ਰੰਗ ਤਮਾਸ਼ੇ ਹਨ ਮੇਰੇ ਵਾਸਤੇ। ਆਸ ਓਟ ਪ੍ਰਭ ਤੋਰੀ, ਮੈਨੂੰ ਅਕਾਲ ਪੁਰਖ ਜੀ ਆਸ ਵੀ ਤੁਹਾਡੀ ਹੈ ਤੇ ਓਟ ਵੀ ਤੁਹਾਡੀ ਹੈ, ਸਹਾਰਾ ਵੀ ਤੁਹਾਡਾ ਹੀ ਹੈ, ਆਸ ਵੀ ਤੁਹਾਡੇ ਦਰ 'ਤੇ ਹੈ ਮੇਰੀ। ਤੁਸੀਂ ਮੇਰੀ ਆਸ ਪੂਰੀ ਕਰਨ ਵਾਲੇ ਹੋ। ਤੂੰ ਹੀ ਮਾਨ, ਬਲਕਿ ਹੋਰ ਆਸਾ ਹੈ ਹੀ ਕੋਈ ਨਹੀਂ। ਆਸ ਤੁਹਾਡੀ ਕਿ ਤੁਸੀਂ ਪ੍ਰਾਪਤ ਹੋ, ਤੁਹਾਡੇ ਨਾਲ ਮੇਰੀ ਚਿੱਤ ਬਿਰਤੀ ਜੁੜੀ ਰਹੇ ਹੀ ਆਸ ਹੈ। ਓਟ ਵੀ ਤੁਹਾਡੀ, ਤੂੰ ਹੀ ਮਾਨ, ਮੇਰਾ ਮਾਣ ਆਦਰ ਸਨਮਾਨ ਵੀ ਤੂੰ ਹੀ ਹੈ ਵਾਹਿਗੁਰੂ। ਤੂੰ ਹੀ ਧਾਨ, ਤੂੰ ਹੀ ਸੱਚੇ ਪਾਤਸ਼ਾਹ ਧਾਨ ਧਨ ਹੈ ਮੇਰੇ ਵਾਸਤੇ। ਜਿਹੜਾ ਅਨਾਜ ਆਦਿਕ ਮਿਲਦਾ ਨਾ ਦਾਨ ਵਜੋਂ, ਉਹਨੂੰ ਧਾਨ ਕਿਹਾ ਜਾਂਦਾ ਹੈ। ਸੋ ਸੱਚੇ ਪਾਤਸ਼ਾਹ ਤੂੰ ਜਿਹੜਾ ਸਭ ਕੁਝ ਮੈਨੂੰ ਬਖਸ਼ਿਆ ਹੈ, ਤੇ ਇਸ ਕਰਕੇ ਤੂੰ ਹੀ ਮੇਰਾ ਧਾਨ ਰੂਪ ਵੀ ਹੈ। ਤੂੰ ਹੀ ਪਤ, ਤੂੰ ਹੀ ਮੇਰੀ ਇੱਜ਼ਤ ਰੂਪ ਹੈ ਸੱਚੇ ਪਾਤਸ਼ਾਹ। ਤੂੰ ਹੀ ਪ੍ਰਾਣ, ਤੂੰ ਮੇਰੇ ਸਵਾਸ ਰੂਪ ਹੈ ਵਾਹਿਗੁਰੂ। ਗੁਰ ਟੁੱਟੀ ਲੈ ਜੋਰੀ, ਮੇਰੀ ਬਿਰਤੀ, ਮੇਰੀ ਸੁਰਤ ਜਿਹੜੀ ਟੁੱਟੀ ਹੋਈ ਸੀ, ਸਤਿਗੁਰੂ ਮਹਾਰਾਜ ਨੇ ਮੇਰੀ ਸੁਰਤ ਪਕੜ ਕੇ ਤੁਹਾਡੇ ਚਰਨਾਂ ਨਾਲ ਜੋੜ ਦਿੱਤੀ ਹੈ। ਤੂੰ ਹੀ ਗ੍ਰਹਿ, ਤੂੰ ਹੀ ਬਨ, ਤੂੰ ਹੀ ਘਰਾਂ ਵਿੱਚ ਆ ਸੱਚੇ ਪਾਤਸ਼ਾਹ। ਤੂੰ ਹੀ ਬਣਾ ਬਗੀਚਿਆਂ ਵਿੱਚ ਆ ਸੱਚੇ ਪਾਤਸ਼ਾਹ। ਤੂੰ ਹੀ ਗਾਓ, ਤੂੰ ਹੀ ਸੁਣ, ਤੂੰ ਹੀ ਜਿਹੜੀ ਵਸੋਂ ਹੈ ਉੱਥੇ ਹੈ, ਤੇ ਤੂੰ ਹੀ ਸੁਣ ਜਿਹੜੀ ਉਜਾੜ ਬੀਆਬਾਨ ਹੈ ਉੱਥੇ ਵੀ ਤੂੰ ਹੀ ਹੈ। ਦੂਜਾ ਅਰਥ, ਤੂੰ ਹੀ ਗਾਓ, ਆਪਣੇ ਨਾਮ ਨੂੰ, ਜਸ ਨੂੰ, ਵਡਿਆਈ ਨੂੰ ਗਾਉਣ ਵਾਲਾ ਵੀ ਤੂੰ ਹੀ ਹੈ। ਤੂੰ ਹੀ ਸੁਣਨ ਵਾਲਾ ਵੀ ਤੂੰ ਹੀ ਹੈ ਮਹਾਰਾਜ। ਹੈ ਨਾਨਕ ਨੇਰ ਨੇਰੀ, ਸਤਿਗੁਰੂ ਕਹਿੰਦੇ ਨੇ ਵਾਹਿਗੁਰੂ ਪਰਮਾਤਮਾ ਸਾਰਿਆਂ ਜੀਆਂ ਦੇ ਨੇੜੇ ਤੋਂ ਨੇੜੇ ਹੈ। ਦੂਰ ਨਾਹੀਂ ਮੇਰੋ ਪ੍ਰਭ ਪਿਆਰੋ, ਆਪੇ ਨੇੜਾ ਦੂਰ ਆਪੇ ਹੀ, ਆਪੇ ਮੰਝ ਮਿਆਨੋ, ਆਪੇ ਵੇਖਿਆ ਸੁਣੇ ਆਪੇ ਹੀ, ਕੁਦਰਤ ਕਰੇ ਜਹਾਨੋ, ਜੋ ਤਿਸ ਭਾਵੈ ਨਾਨਕਾ ਹੁਕਮ ਸੋਈ ਪ੍ਰਵੰਨ। ਗੌੜੀ ਮਹੱਲਾ ਪੰਜਵਾ। ਗੌੜੀ ਰਾਗਣੀ ਦੇ ਅੰਦਰ ਸਤਿਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਬਚਨ ਫਰਮਾਉਂਦੇ ਨੇ, ਮਾਤੋ ਹਰ ਰੰਗ ਮਾਤੋ। ਹੇ ਭਾਈ, ਮੈਂ ਵੀ ਮਾਤੋ ਮਸਤਿਆ ਹੋਇਆ, ਮੈਂ ਵੀ ਮਤਵਾਲਾ ਹੋਇਆ ਹੋਇਆ, ਪਰ ਹਰੀ ਪਰਮਾਤਮਾ ਦੇ ਪ੍ਰੇਮ ਰੰਗ ਵਿੱਚ ਮੈਂ ਮਤਵਾਲਾ ਹੋਇਆ। ਰਹਾ ਉਹੀ ਪੀਓ, ਉਹੀ ਮੇਰਾ ਪੀਓ ਹੈ, ਉਹੀ ਮੈਂ ਪੀਂਦਾ ਹਾਂ। ਉਸੇ ਪਰਮਾਤਮਾ ਦੇ ਨਾਮ ਰਸ ਨੂੰ ਮੈਂ ਪੀਂਦਾ ਹਾਂ, ਉਹੀ ਖੀਓ, ਤੇ ਉਸੇ ਵਿੱਚ ਮੈਂ ਖੀਵਾ ਹੋਇਆ ਹੋਇਆ ਹਾਂ। ਗੁਰਹਿ ਦਿਓ ਦਾਨ ਕੀਓ, ਸਤਿਗੁਰੂ ਮਹਾਰਾਜ ਨੇ ਮੈਨੂੰ ਬਖਸ਼ਿਆ ਉਸ ਦਾ ਨਾਮ। ਸਤਿਗੁਰੂ ਨੇ ਇਹ ਦਾਨ ਕੀਤਾ ਹੈ ਮੇਰੇ ਤਾਈਂ। ਉਆਹੂ ਸਿਉ ਮਨ ਰਾਤੋ, ਉਸੇ ਪਰਮਾਤਮਾ ਦੇ ਨਾਲ ਹੀ ਮੇਰਾ ਜਿਹੜਾ ਮਨ ਹੈ ਇਹ ਰਾਤੋਂ ਰੰਗਿਆ ਹੋਇਆ ਹੈ। ਉਹੀ ਪਾਠੀ, ਉਹੀ ਪੋਚਾ। ਇਹ ਜਿਹੜੇ ਲੋਕ ਕਹਿੰਦੇ ਨੇ ਸ਼ਰਾਬ ਪੀ ਕੇ ਮਸਤ ਹੋਈਦਾ, ਸ਼ਰਾਬ ਬੜੀ ਚੰਗੀ, ਉਹਦਾ ਖੰਡਨ ਕਰਦੇ ਹੋਏ ਸਤਿਗੁਰੂ ਕਹਿ ਰਹੇ ਨੇ ਵੀ ਮਤਵਾਲਾ ਤਾਂ ਮੈਂ ਵੀ ਹਾਂ, ਖੀਵਾ ਤਾਂ ਮੈਂ ਵੀ ਹੋਇਆ ਹੋਇਆ, ਪੀਂਦਾ ਤਾਂ ਮੈਂ ਵੀ ਹਾਂ, ਪਰ ਵਾਹਿਗੁਰੂ ਦੇ ਨਾਮ ਰਸ ਨੂੰ। ਉਹੀ ਪਾਠੀ, ਉਹ ਪਰਮਾਤਮਾ ਹੀ ਮੇਰੇ ਵਾਸਤੇ ਭੱਠੀ ਹੈ ਸ਼ਰਾਬ ਕੱਢਣ ਵਾਲੀ। ਉਹੀ ਪੋਚਾ, ਨਾਲੀ ਗਰਮ ਨਾ ਹੋਏ, ਜਿਹੜਾ ਉੱਪਰ ਮਿੱਟੀ ਦਾ ਪੋਚਾ ਫਿਰਿਆ ਜਾਂਦਾ ਨਾਲੀ 'ਤੇ ਜਦੋਂ ਸ਼ਰਾਬ ਨਿਕਲਦੀ ਹੈ, ਉਹੀ ਪੋਚਾ। ਉਹੀ ਪਿਆਰੋ, ਉਹ ਪਰਮਾਤਮਾ ਹੀ ਮੇਰਾ ਪਿਆਲਾ ਹੈ। ਪਿਆਰੋ ਲੱਲੇ ਦੀ ਥਾਂ ਰਾਰਾ ਸ਼ਬਦ ਵਰਤਿਆ। ਇਹ ਧਾਰਮਿਕ ਗ੍ਰੰਥ ਜਦੋਂ ਪੜ੍ਹੀ ਦੇ ਨੇ ਉਹਨਾਂ ਵਿੱਚ, ਜਾਂ ਉਸ ਤਰ੍ਹਾਂ ਵੀ ਵਿਦਿਆ ਪੜ੍ਹੀ ਦੀ ਅਨੇਕਾਂ ਭਾਸ਼ਾਵਾਂ ਹਨ, ਉਹਨਾਂ 'ਚ ਇੰਝ ਵਰਤਿਆ ਜਾਂਦਾ। ਉਹੀ ਰੁਚਾ, ਸੋ ਉਸੇ ਦੇ ਨਾਲ ਮੇਰੀ ਰੁਚੀ ਹੈ, ਹੋਰ ਕਿਸੇ ਪਾਸੇ ਨਹੀਂ। ਲਗਨ ਜਿਹੜੀ ਉਹੀ ਪਰਮਾਤਮਾ ਦੇ ਨਾਲ ਹੈ। ਮਨ ਉਹ ਸੁਖ ਜਾਤੋ, ਮਨ ਦੇ ਅੰਦਰ ਉਸ ਪਰਮਾਤਮਾ ਨੂੰ ਹੀ ਸੁਖ ਰੂਪ ਜਾਣਿਆ ਹੈ। ਸਹਿਜ ਕੇਲ ਆਨੰਦ ਖੇਲ ਰਹੇ ਫਿਰ ਭੈ ਮੇਲ, ਸਹਿਜ ਮਾਨਸਿਕ ਅਡੋਲਤਾ, ਜਿੱਥੇ ਸੋਗ ਰੱਖਦਾ ਪ੍ਰਭਾਵ ਨਹੀਂ, ਉੱਥੇ ਕੇਲ ਕਰੀੜਾ, ਸਹਿਜ ਵਿੱਚ ਕਰੀੜਾ ਕਰਦੇ ਹਾਂ, ਆਨੰਦ ਦੇ ਵਿੱਚ ਖੇਡਦੇ ਹਾਂ। ਤੇ ਹੁਣ ਜੰਮਣ ਮਰਨ ਦੇ ਫੇਰੇ ਰਹੇ ਮੁੱਕ ਗਏ ਹਨ, ਭੈ ਮੇਲ, ਕਿਉਂਕਿ ਵਾਹਿਗੁਰੂ ਜੀ ਦੇ ਨਾਲ ਮਿਲਾਪ ਹੋ ਚੁੱਕਾ ਹੈ। ਨਾਨਕ ਗੁਰ ਸ਼ਬਦ ਪ੍ਰਾਤੋ, ਕਿਉਂਕਿ ਗੁਰੂ ਮਹਾਰਾਜ ਦੇ ਸ਼ਬਦ ਦੁਆਰਾ ਵਾਹਿਗੁਰੂ ਨੂੰ ਪ੍ਰਾਤੋ ਪਛਾਣ ਲਿਆ ਹੈ। ਜਾਂ ਇੰਝ ਅਰਥ ਕੀਤਾ ਵੀ ਗੁਰੂ ਦੇ ਸ਼ਬਦ ਵਿੱਚ ਜਿਨ੍ਹਾਂ ਦਾ ਮਨ ਪਰੋਤਾ ਗਿਆ ਹੈ, ਉਹਨਾਂ ਦੀ ਇਹ ਅਵਸਥਾ ਹੈ।
ਰਾਗ ਗੌੜੀ ਮਾਲਵਾ ਮਹੱਲਾ ਪੰਜਵਾ। ਗੌੜੀ ਰਾਗਣੀ ਦੀ ਇੱਕ ਵੰਨਗੀ ਹੈ ਮਾਲਵਾ। ਮਹੱਲਾ ਪੰਜਵਾਂ। ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਜੀ ਮੁਬਾਰਕ ਬਚਨ ਫਰਮਾਉਂਦੇ ਨੇ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕੋ ਇੱਕ ਵਾਹਿਦ ਹਸਤੀ ਪਰਮਾਤਮਾ ਓੰਕਾਰ ਸਭਨਾਂ ਦਾ ਪ੍ਰਕਾਸ਼ਕ ਸਤ ਚੇਤਨ ਆਨੰਦ ਸਰੂਪ ਸੱਚੇ ਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਵਾਹਿਗੁਰੂ ਜੀ ਮਿਲਦੇ ਨੇ। ਹਰ ਨਾਮ ਲੇਹੋ ਮੀਤਾ ਲੇਹੋ ਆਗੇ ਬਿਖਮ ਪੰਥ ਭਿਆਨ। ਹਜ਼ੂਰ ਕਹਿੰਦੇ ਨੇ, ਭਾਈ ਹਰੀ ਪਰਮਾਤਮਾ ਦਾ ਨਾਮ ਲਿਆ ਕਰੋ। ਹੇ ਮਿੱਤਰ ਜੀ, ਵਾਹਿਗੁਰੂ ਪਰਮਾਤਮਾ ਦਾ ਨਾਮ ਲੈਣਾ ਕਰੋ। ਕਿਉਂ ਐਸਾ ਕਹਿ ਰਹੇ ਹਾਂ? ਆਗੇ ਬਿਖਮ ਪੰਥ ਭਿਆਨ। ਅੱਗੇ ਆਉਣ ਵਾਲਾ ਜਿਹੜਾ ਪੰਥ ਰਸਤਾ ਨਾ, ਬੜਾ ਬਿਖਮ ਕਠਨ ਹੈ ਤੇ ਬੜਾ ਭੈਦਾਇਕ ਹੈ। ਭਿਆਨ ਭਿਆਨਕ ਹੈ, ਡਰਾਉਣਾ ਹੈ। ਅਗਲਾ ਪ੍ਰਲੋਕ ਦਾ ਰਸਤਾ ਬੜਾ ਡਰਾਉਣਾ ਹੈ। ਬਿਖਮ ਕਠਨ ਹੈ, ਉਸ ਤੋਂ ਅੱਗੇ ਲੰਘਣਾ, ਉਸ ਰਸਤੇ 'ਤੇ ਚੱਲਣਾ ਬੜਾ ਕਠਨ ਹੈ। ਜਿੱਥੇ ਅਵਕਟ ਗਲੀਆਂ ਭੀੜੀਆਂ, ਤਿੱਥੇ ਹਰ ਹਰ ਮੁਕਤ ਕਰਾਏ। ਜੈ ਮਹਾਂ ਭਿਆਨ ਤਪਤ ਬਹੁ ਕਾਮ, ਤੇ ਹਰ ਕੇ ਨਾਮ ਕੀ ਤੁਮੀ ਉਪਰ ਸ਼ਾਮ। ਅੱਗੇ ਆਉਣ ਵਾਲਾ ਪੰਥ ਰਸਤਾ ਬੜਾ ਭਿਆਨਕ ਭੈਦਾਇਕ ਹੈ, ਕਠਨ ਹੈ। ਰਹਾਓ। ਸੇਵਤ ਸੇਵਤ ਸਦਾ ਸੇਵ, ਤੇਰਾ ਸੰਗ ਬਸਤ ਹੈ ਕਾਲ। ਪਰਮਾਤਮਾ ਦਾ ਨਾਮ ਸਿਮਰਦਿਆਂ ਹੋਇਆਂ ਸਦਾ ਵਾਸਤੇ ਹੀ ਸਿਮਰਨ ਕਰੋ। ਪਰਮਾਤਮਾ ਦੀ ਭਗਤੀ ਸਦਾ ਲਈ ਕਰੋ, ਕਿਉਂਕਿ ਤੇਰੇ ਸੰਗ ਸਾਥ ਹੀ ਕਾਲ ਵਸਦਾ ਪਿਆ। ਜਿਹੜੀ ਮੌਤ ਹੈ ਨਾ, ਉਹ ਤੇਰੇ ਨਾਲ ਸੰਗ ਸਾਥ ਹੀ ਵਸਦੀ ਪਈ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਕੁਤਬਦੀਨ ਮੌਲਵੀ ਨੂੰ ਮੁਖਾਤਬ ਹੋ ਕੇ ਭਜਨ ਕਹੇ ਸਨ। ਯਕ ਕਰਜ ਗੁਫਤਮ ਪੇਸ ਤੋ ਦਰਗੋਸ ਕੁਨ ਕਰਤਾਰ, ਹਕਾ ਕਬੀਰ ਕਰੀਮ ਤੂੰ ਬੇਅਬ ਪਰਵਦਗਾਰ। ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲ ਦਾਨੀ, ਮਮ ਸਰ ਮੂਏ ਅਜਰਾਇਲ ਗਿਰਫਤ ਹੈ ਦਿਲ ਹੇਚ ਨਾ ਦਾਨੀ। ਇਸ ਜੀਵ ਨੂੰ ਇੰਝ ਸਮਝਣਾ ਚਾਹੀਦਾ ਵੀ ਮੇਰੇ ਸਿਰ ਦੇ ਕੇਸ, ਮਮ ਸਰ ਮੂਏ, ਮੇਰੇ ਸਿਰ ਦੇ ਕੇਸ ਮੌਤ ਦੇ ਫਰਿਸ਼ਤੇ, ਜਿਹਦਾ ਨਾਮ ਹੈ ਅਜਰਾਇਲ। ਇਸਲਾਮ ਦੀਆਂ ਕਿਤਾਬਾਂ 'ਚ 5 ਫਰਿਸ਼ਤੇ ਮੰਨੇ ਨੇ, ਏਕਾਇਲ, ਮੇਕਾਇਲ, ਜਬਰਾਇਲ, ਇਸਰਾਇਲ ਤੇ ਅਜਰਾਇਲ। ਅਜਰਾਇਲ ਫਰਿਸ਼ਤਾ ਕਹਿ ਕਰਨ ਆਠੀ, ਅੱਜ ਫਰੀਦ ਜੀ ਦੀ ਬਾਣੀ 'ਚ ਬਚਨ ਹੈ। ਸੋ ਇਸ ਪ੍ਰਕਾਰ ਉਹ ਅਜਰਾਇਲ ਫਰਿਸ਼ਤਾ, ਜਿਹੜਾ ਮੌਤ ਦਾ ਫਰਿਸ਼ਤਾ ਨਾ, ਉਹ ਮੇਰੇ ਸਿਰ ਦੇ ਕੇਸ ਉਹਦੇ ਹੱਥ ਵਿੱਚ ਨੇ, ਉਹਨੇ ਫੜੇ ਹੋਏ ਨੇ। ਪਰ ਜੀਵ ਨੇ ਉੱਕਾ ਹੀ ਦਿਲ ਵਿੱਚ ਇਹ ਗੱਲ ਜਾਣੀ ਨਹੀਂ, ਜੋ ਕਿ ਜਾਣਨੀ ਚਾਹੀਦੀ ਹੈ। ਭਾਵ ਕਿ ਮੌਤ ਸਰਾਣੇ ਖੜੀ ਹੈ। ਤੇਰਾ ਸੰਗ ਬਸਤ ਹੈ ਕਾਲ, ਹੈ ਜੀਵ ਤੇਰੇ ਨਾਲ ਹੀ ਮੌਤ ਵਸਦੀ ਪਈ ਹੈ, ਕਾਲ ਵਸਦਾ ਪਿਆ ਹੈ। ਕਰ ਸੇਵਾ ਤੂੰ ਸਾਧਕੀ, ਹੋ ਕਾਟੀਐ ਜਮਜਾਲ। ਸਾਧੂ ਸਤਿਗੁਰਾਂ ਦੀ ਸੇਵਾ ਟਹਿਲ ਕਰ ਲਾ। ਸੁਧਰੇ ਹੋਏ ਮਨ ਵਾਲੇ, ਬੰਦਗੀ ਵਾਲੇ ਗੁਰਮੁਖ ਸਾਧੂ ਗੁਰਮੁਖ ਜਨਾਂ ਦੀ ਸੇਵਾ ਕਰ। ਇੰਜ ਕਰੇਗਾ ਤਾਂ ਹੈ ਭਾਈ, ਇੰਜ ਕੱਟਿਆ ਜਾਂਦਾ ਜਮਾਂ ਦਾ ਜਾਲ। ਜਮਾਂ ਦੇ ਜਾਲ ਵਿੱਚ ਨਹੀਂ ਫਸੇਗਾ, ਜਾਲ ਕੱਟਿਆ ਜਾਂਦਾ ਹੈ। ਹੋਮ ਜਗ ਤੀਰਥ ਕੀਏ ਵਿੱਚ ਹਉਮੈ ਵਧੇ ਬੇਕਾਰ। ਜਿਨ੍ਹਾਂ ਲੋਕਾਂ ਨੇ ਬੜੇ ਬੜੇ ਹਵਨ ਕੀਤੇ, ਜਗ ਕੀਤੇ, ਭੂਪ ਮੇਧ ਜਗ, ਗੈਂਡਾ ਮੇਧ ਜਗ, ਅਸੋ ਮੇਧ ਜਗ, ਗਊ ਮੇਧ ਜਗ, ਇਸ ਪ੍ਰਕਾਰ ਦੇ ਬੜੇ ਬੜੇ ਵੱਡੇ ਜਗ ਕੀਤੇ। ਤੀਰਥਾਂ ਦੇ ਇਸ਼ਨਾਨ ਕਰ ਲਏ, ਬੜਿਆਂ ਤੀਰਥਾਂ, 68 ਤੀਰਥਾਂ ਦੇ ਨਹਾਉਂਦੇ ਰਹੇ। ਇੰਜ ਕਰਮ ਕਰਨ ਦੇ ਨਾਲ ਵਿੱਚ ਹਉਮੈ ਵਧੇ ਬੇਕਾਰ। ਅੰਦਰ ਜਿਹੜੀ ਹਉਮੈ ਸੀ ਉਹ ਖਤਮ ਨਹੀਂ ਨਾ ਹੋਈ। ਅੰਦਰ ਹਿਰਦੇ ਦੇ ਹਉਮੈ ਤੇ ਹਉਮੈ ਵਿੱਚ ਜਿਉਂਦੇ ਰਹੇ, ਤੇ ਉਹਨਾਂ ਦੇ ਅੰਦਰ ਵਿਕਾਰ ਬਹੁਤ ਵੱਧ ਗਏ। ਹਉਮੈ ਦਾ ਵਿਕਾਰ ਵਿੱਚ ਵੱਧਦਾ ਹੈ ਜੀਵ ਦੇ ਇਹ ਕਰਮ ਕਰਨ ਨਾਲ, ਇਕੱਲੇ ਇਹ ਕਰਮ ਕਰਨ ਨਾਲ। ਜੇ ਸਿਮਰਨ ਨਹੀਂ ਕੀਤਾ ਤੇ ਹੰਕਾਰ ਨਹੀਂ ਮਿਟਦਾ, ਹਉਮੈ ਨਹੀਂ ਟੁੱਟਦੀ। ਨਰਕ ਸੁਰਗ ਦੋਏ ਪੁੰਚ ਨਾ ਹੋਏ, ਬਹੁਰ ਬਹੁਰ ਅਵਤਾਰ। ਹੋਮ ਜਗ ਤੀਰਥ ਦਾਨ ਆਦਿ ਕਰਨ ਦੇ ਨਾਲ ਇਹ ਜਿਹੜੇ ਚੰਗੇ ਕਰਮ ਨੇ, ਸਤੋ ਗੁਣੀ ਕਰਮ ਨੇ, ਇਹਨਾਂ ਨਾਲ ਸੁਰਗ ਵਿੱਚ ਵਾਸਾ, ਤੇ ਜਿਹੜੇ ਮਾੜੇ ਕਰਮ ਹੋਏ ਉਹਨਾਂ ਦਾ ਫਲ ਨਰਕ ਵਿੱਚ ਵਾਸਾ। ਨਰਕ ਸੁਰਗ ਦੋਏ ਪੁੰਚਨਾ, ਨਰਕ ਤੇ ਸੁਰਗ ਦੋਵੇਂ ਵਾਰੀ ਵਾਰੀ ਪੁੰਚਨਾ ਭੋਗਣੇ ਪੈਂਦੇ ਨੇ। ਹੋਏ ਬਹੁਰ ਬਹੁਰ ਅਵਤਾਰ, ਬਹੁਰੋ ਬਹੁਰੋ ਬਾਰ ਬਾਰ। ਅਵਤਾਰ ਦਾ ਅਰਥ ਹੈ ਇੱਥੇ ਜਨਮ ਹੁੰਦਾ ਹੈ, ਬਾਰ ਬਾਰ ਜਨਮ ਹੁੰਦਾ ਹੈ। ਇੱਥੇ ਮਾਤ ਲੋਕ ਤੇ ਸਰੀਰ ਧਾਰੀਆਂ ਨੂੰ ਜਿਹੜੇ ਸੰਸਾਰਕ ਸੁੱਖ ਮਿਲੇ ਉਹ ਸੁਰਗ ਹੈ। ਜੋ ਦੁੱਖ ਹੈ, ਗਰੀਬੀ 'ਚ ਹੀ ਘੁਲਦੇ ਰਹਿਣਾ, ਰੋਟੀ ਹੱਥ ਨਾ ਆਉਣੀ, ਮਕਾਨ ਨਾ ਹੋਣਾ, ਕੱਪੜੇ ਨਾ ਮਿਲਣੇ, ਦੁੱਖ ਭੋਗਣੇ, ਇਹ ਨਰਕ ਹੈ। ਸੋ ਇਸ ਪ੍ਰਕਾਰ ਕਹਿੰਦੇ ਨਰਕਾਂ ਸੁਰਗਾਂ ਵਿੱਚ ਇਸ ਮਾਤ ਲੋਕ ਤੇ ਬਾਰ ਬਾਰ ਜਨਮ ਹੁੰਦਾ ਰਹਿੰਦਾ। ਸ਼ਿਵਪੁਰੀ ਬ੍ਰਹਮ ਇੰਦਰਪੁਰੀ ਨਿਚਲ ਕੋ ਥਾਉ ਨਾ ਹੈ। ਜਿਹੜੇ ਲੋਕ ਕਹਿੰਦੇ ਵੀ ਅਸੀਂ ਸ਼ਿਵ ਦੀ ਆਰਾਧਨਾ ਕਰਕੇ ਸ਼ਿਵਪੁਰੀ ਚਲੇ ਜਾਵਾਂਗੇ, ਬ੍ਰਹਮਾ ਦੀ ਆਰਾਧਨਾ ਕਰਕੇ ਬ੍ਰਹਮਪੁਰੀ 'ਚ, ਇੰਦਰ ਦੀ ਉਪਾਸ਼ਨਾ, ਉਹਦੇ ਨਾਂ ਦੇ ਮੰਤਰ ਜਪ ਜਪ ਕੇ ਇੰਦਰਪੁਰੀ 'ਚ, ਵਿਸ਼ਨੂੰ ਦੀ ਉਪਾਸ਼ਨਾ ਕਰਕੇ ਵਿਸ਼ਨੂਪੁਰੀ ਚਲੇ ਜਾਵਾਂਗੇ। ਸਤਿਗੁਰੂ ਕਹਿੰਦੇ ਨੇ ਕਿ ਸ਼ਿਵਪੁਰੀ,
ਜਿਹੜੀ ਮਹਾਦੇਵ ਦੀ ਪੁਰੀ ਹੈ, ਬ੍ਰਹਮਪੁਰੀ, ਬ੍ਰਹਮਾਪੁਰੀ, ਇੰਦਰਪੁਰੀ, ਇੰਦਰ ਦੇਵਤੇ ਦੀ ਪੁਰੀਆਂ ਜਿਹੜੀਆਂ ਜਿੰਨੀਆਂ ਹਨ, ਨਿਚਲ ਕੋ ਥਾਉ ਨਾ ਹੈ। ਕੋਈ ਥਾਂ ਨਿਚਲ ਅਚਲ ਨਹੀਂ ਹੈ, ਕਿਤੇ ਵੀ ਤੁਸੀਂ ਸਦਾ ਨਹੀਂ ਰਹਿ ਸਕਦੇ ਹੋ, ਕਿਉਂਕਿ ਉਹ ਦੇਵਤਿਆਂ ਦੀਆਂ ਪੁਰੀਆਂ 'ਚ ਵੀ ਪੁੰਨੀ ਲੋਕ ਗਏ ਨੇ। ਜਿਸ ਦਿਨ ਉਹਨਾਂ ਦੇ ਪੁੰਨ ਖਤਮ ਹੋ ਗਏ, ਫਿਰ 84 ਦਾ ਗੇੜਾ ਗਲ ਪੈ ਜਾਣਾ। ਇੱਕ ਗ੍ਰੰਥਾਂ 'ਚ ਵਚਨ ਲਿਖਿਆ ਵੀ 4 ਤਰ੍ਹਾਂ ਦੀ ਪਰਲੋ ਹੈ। ਇੱਕ ਤਾਂ ਨਿੱਤ ਪਰਲੋ, ਜਦੋਂ ਅਸੀਂ ਸੌਂ ਜਾਂਦੇ ਹਾਂ ਅਤੇ ਸੁੱਤਾ ਪਿਆ ਬੰਦਾ ਮੁਰਦੇ ਤੁਲ ਹੁੰਦਾ ਹੈ, ਮਰਿਆ ਹੀ ਹੁੰਦਾ, ਉਹਦੇ ਜੁੱਤੀ ਲੈ ਜੇ, ਪੱਗ ਲੈ ਜੇ, ਉਹਨੂੰ ਪਤਾ ਨਹੀਂ ਲੱਗਦਾ ਚੰਗੀ ਤਰ੍ਹਾਂ, ਜਿਹੜਾ ਸਖੋਪਤੀ ਨਹੀਂ ਜੇ ਸੁੱਤਾ ਹੋਇਆ। ਸੋ ਇਸ ਪ੍ਰਕਾਰ ਉਹ ਨਿੱਤ ਪਰਲੋ ਹੈ। ਦੂਸਰੀ ਨਮਿੱਤ ਪਰਲੋ, ਜਦੋਂ ਉਮਰਾਂ ਭੋਗ ਕੇ ਸਰੀਰ ਖਤਮ ਹੁੰਦੇ ਨੇ, ਉਹ ਆਪ ਮੋਏ ਜਗ ਪਰਲੋ। ਇੱਕ ਅਵਾਂਤਰ ਪਰਲੋ ਹੈ, 4 ਯੁੱਗ ਸਮਾਪਤ ਹੋਣ ਤੋਂ ਬਾਅਦ ਇਸ ਮਾਤ ਲੋਕ 'ਤੇ ਪਰਲੋ ਆਉਂਦੀ ਹੈ, ਅਤੇ ਜਿਹਨੂੰ ਕਿਆਮਤ ਵੀ ਕਹਿ ਦਿੰਦੇ ਇਸਲਾਮ 'ਚ, ਕਿਆਮਤ। ਅਤੇ ਇਸੇ ਪ੍ਰਕਾਰ ਇੱਕ ਮਹਾਂਪਰਲੋ ਹੈ, ਉਸ ਵੇਲੇ ਬ੍ਰਹਮਾ, ਵਿਸ਼ਨੂੰ, ਸ਼ਿਵ ਆਦਿਕ ਦੀਆਂ ਪੁਰੀਆਂ ਵੀ ਨਹੀਂ ਰਹਿੰਦੀਆਂ, ਅਤੇ ਪਾਣੀ ਵੀ ਨਹੀਂ ਰਹਿੰਦਾ, ਧਰਤੀ ਨਹੀਂ ਰਹਿੰਦੀ, ਕੁਛ ਨਹੀਂ ਰਹਿੰਦਾ। ਮਾਇਆ ਤਿਲ ਰੂਪ ਹੋ ਕੇ ਵਾਹਿਗੁਰੂ ਵਿੱਚ ਹੀ ਸਮਾ ਜਾਂਦੀ ਹੈ। ਫਿਰ ਜਦੋਂ ਕਿਤੇ ਪ੍ਰਮਾਤਮਾ ਦੀ ਇੱਛਾ ਹੁੰਦੀ, ਦੁਬਾਰਾ ਸ੍ਰਿਸ਼ਟੀ ਸਾਜਦਾ ਹੈ, ਅਤੇ ਇਸ ਤਰ੍ਹਾਂ ਫਿਰ ਜੀਆਂ ਨੂੰ ਜਨਮ ਮਿਲ ਜਾਂਦੇ ਨੇ। ਇਸ ਪ੍ਰਕਾਰ ਦੇ ਵਚਨ ਨੇ ਗ੍ਰੰਥਾਂ 'ਚ। ਤਾਂ ਮਹਾਰਾਜ ਕਹਿੰਦੇ ਕੋਈ ਥਾਂ ਨਿਚਲ ਅਚਲ ਟਿਕਾਣਾ ਨਹੀਂ ਹੈ ਕਿਸੇ ਦਾ ਵੀ, ਬਿਨ ਹਰ ਸੇਵਾ ਸੁਖ ਨਹੀਂ, ਹੋ ਸਾਕਤ ਆਵਹਿ ਜਾਹੇ। ਬਿਨਾਂ ਹਰੀ ਪ੍ਰਮਾਤਮਾ ਦੀ ਭਗਤੀ ਸੇਵਾ ਤੋਂ ਆਤਮਿਕ ਸੁਖ ਨਹੀਂ ਹੈ। ਹੇ ਭਾਈ, ਸਾਕਤ ਜਿਹੜੇ ਲੋਕ ਨੇ ਨਾ, ਸ਼ਕਤੀ ਦੇ ਉਪਾਸ਼ਕ, ਮਾਇਆ ਦੇ ਰੱਬ ਤੋਂ ਬੇਮੁਖ ਬੰਦੇ, ਉਹ ਆਵਹਿ ਜਾਹੇ, ਆਉਂਦੇ ਜਾਂਦੇ ਰਹਿੰਦੇ ਨੇ, ਆਉਂਦੇ ਜਾਂਦੇ ਹੀ, ਟਿਕਾਣਾ ਨਹੀਂ ਮਿਲਦਾ ਉਹਨਾਂ ਨੂੰ। ਜੈਸੋ ਗੁਰ ਉਪਦੇਸਿਆ ਮੈਂ ਤੈਸੋ ਕਹਿਆ ਪੁਕਾਰ। ਜਿਹੋ ਜਿਹਾ ਮੇਰੇ ਸਤਿਗੁਰੂ ਨੇ ਮੈਨੂੰ ਉਪਦੇਸ਼ ਦਿੱਤਾ ਹੈ, ਮੈਂ ਉਹੀ ਪੁਕਾਰ ਕੇ ਬੋਲ ਕੇ ਕਥਨ ਕਰ ਦਿੱਤਾ ਹੈ। ਨਾਨਕ ਕਹਿ ਸੁਨ ਰੇ ਮਨਾ, ਕਰ ਕੀਰਤਨ ਹੋਏ ਉਧਾਰ। ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਬਈ ਅਸੀਂ ਤਾਂ ਕਹਿੰਦੇ ਹਾਂ, ਹੇ ਮਨਾ ਸੁਣ, ਵਾਹਿਗੁਰੂ ਦਾ ਕੀਰਤਨ ਕਰ। ਮਨਾ ਇਹ ਉਪਦੇਸ਼ ਸੁਣ, ਸਤਿਗੁਰਾਂ ਦਾ ਉਪਦੇਸ਼, ਅਤੇ ਜਿੱਥੇ ਸੁਣਨਾ ਉੱਥੇ ਜ਼ਬਾਨ ਨਾਲ ਵੀ ਵਾਹਿਗੁਰੂ ਦੀ ਕੀਰਤੀ ਕਰ, ਜਸ ਗਾ, ਤੇਰਾ ਉਧਾਰ ਹੋ ਜਾਏਗਾ, ਉੱਪਰ ਉੱਠ ਜਾਏਗਾ, ਵਿਕਾਰਾਂ ਤੋਂ, ਜੰਮਣ ਮਰਨ ਤੋਂ ਕਲਿਆਣ ਹੋ ਜਾਏਗੀ। ਰਾਗ ਗੌੜੀ ਮਾਲਾ, ਮਹੱਲਾ ਪੰਜਵਾ। ਪਿਛਿਆ ਸੀ ਮਾਲਵਾ, ਹੁਣ ਆਇਆ ਮਾਲਾ। ਗੌੜੀ ਰਾਗਣੀ ਦੀ ਇੱਕ ਵੰਨਗੀ, ਇੱਕ ਜਾਤੀ ਹੈ ਮਾਲਾ, ਗੌੜੀ ਮਾਲਾ। ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਬਚਨ ਫਰਮਾਉਂਦੇ ਨੇ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕੋ ਇੱਕ ਵਾਹਿਗੁਰੂ ਜੋ ਵਾਧ ਹਸਤੀ ਹੈ, ਸਾਰੀ ਸ੍ਰਿਸ਼ਟੀ ਦਾ ਰਚੇਤਾ, ਪਾਲਣਹਾਰ, ਸੰਘਾਰ ਕਰਤਾ, ਉਸੇ ਦਾ ਪ੍ਰਕਾਸ਼ ਹੈ ਸਾਰੇ ਪਾਸੇ, ਉਹਨੇ ਸਾਰਿਆਂ ਨੂੰ ਰਚਿਆ ਹੈ, ਅਤੇ ਸਤ ਚੇਤਨ ਆਨੰਦ ਸਰੂਪ ਸਤਿਗੁਰਾਂ ਦੀ ਕਿਰਪਾ ਨਾਲ ਮਿਲਦਾ। ਪਾਇਓ ਬਾਲ ਬੁੱਧ ਸੁਖ ਰੇ ਹੇ ਭਾਈ, ਅਸੀਂ ਤਾਂ ਆਤਮਿਕ ਸੁਖ ਪ੍ਰਾਪਤ ਕੀਤਾ ਬਾਲ ਬੁੱਧੀ ਦੁਆਰਾ। ਜਿਹੜੀ ਬਹੁਤੀ ਚਲਾਕੀਆਂ ਵਾਲੀ, ਚਤਰਾਈਆਂ ਵਾਲੀ ਬੁੱਧੀ ਹੈ ਨਾ, ਉਹਦੇ ਨਾਲ ਇਹ ਸੁਖ ਨਹੀਂ ਮਿਲਦਾ। ਕਹਿਤ ਕਬੀਰ ਭਗਤ ਕਰ ਪਾਇਆ, ਭੋਲੇ ਭਾਏ ਮਿਲੇ ਰਘੁਰਾਇਆ। ਜਿਵੇਂ ਧੰਨਾ ਜੀ ਨੂੰ ਭੋਲੇ ਭਾਅ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਹੋਈ ਹੈ ਨਾ, ਭੋਲਾ ਭਾਵ ਗੋਬਿੰਦ ਮਿਲਾਵਾ, ਭਾਈ ਗੁਰਦਾਸ ਨੇ ਵੀ ਕਿਹਾ। ਬਾਲਕ ਦੀ ਬੁੱਧ ਨਿਰਛਲ ਹੁੰਦੀ ਹੈ, ਕੋਈ ਦੂਈ ਦਵੈਤ, ਵੈਰ ਵਿਰੋਧ, ਈਰਖਾ, ਛਲ ਕਪਟ ਨਹੀਂ ਹੁੰਦਾ। ਇਸ ਕਰਕੇ ਉਸ ਬਾਲ ਬੁੱਧ ਨੂੰ ਸਲਾਹਿਆ ਗਿਆ। ਪਾਇਓ ਬਾਲ ਬੁੱਧ ਸੁਖ ਰੇ, ਬਾਲਕਾਂ ਵਾਲੀ ਨਿਰਛਲ ਬੁੱਧੀ ਕਰਕੇ ਹੇ ਭਾਈ ਸੁਖ ਪ੍ਰਾਪਤ ਕੀਤਾ ਹੈ। ਜਿਸ ਨੇ ਵੀ ਕੀਤਾ, ਹਰਖ ਸੋਗ ਹਾਨ ਮਿਰਤ ਦੁੱਖ ਦੁਖ ਸੁਖ ਚਿੱਤ ਸੰਸਰ ਗੁਰ ਮਿਲੇ। ਜਦੋਂ ਸਤਿਗੁਰੂ ਮਹਾਰਾਜ ਜੀ ਮਿਲ ਪਏ, ਤੇ ਖੁਸ਼ੀ ਤੇ ਗਮੀ, ਹਾਨੀ ਤੇ ਲਾਭ, ਜੀਵਨ ਤੇ ਮਿਰਤ, ਜਨਮ ਤੇ ਮੌਤ, ਦੁੱਖ ਤੇ ਸੁਖ, ਸੋ ਇਹ ਜਿਹੜੇ ਹਨ ਚਿੱਤ ਸੰਸਰ, ਇਹ ਚਿੱਤ ਦੇ ਵਿੱਚ ਬਰਾਬਰ ਹੀ ਸਾਰਾ ਕੁਝ ਲੱਗਾ। ਖੁਸ਼ੀ ਗਮੀ, ਹਾਨੀ ਲਾਭ, ਜਨਮ ਤੇ ਮੌਤ, ਦੁੱਖ ਤੇ ਸੁਖ, ਇਹਦੇ ਵਿੱਚ ਫਰਕ ਨਹੀਂ ਦਿਸਿਆ, ਚਿੱਤ ਵਿੱਚ ਫਰਕ ਨਹੀਂ ਪਿਆ। ਚਿੱਤ ਸੰਸਰ, ਚਿੱਤ ਵਿੱਚ ਸੰਸਰ ਰਹੇ, ਚਿੱਤ ਕਰਕੇ ਬਰਾਬਰ ਅਵਸਥਾ ਹੀ ਰਹੀ, ਇੱਕ ਰਸ ਅਵਸਥਾ ਰਹੀ, ਜਿਨ੍ਹਾਂ ਨੂੰ ਗੁਰੂ ਸਾਹਿਬ ਮਿਲ ਪਏ ਹਨ। ਰਹਾਓ ਜੋ ਲੋ ਹਉ ਕਿਛ ਸੋਚਾਂ ਚਿਤਵੋਂ ਤਉ ਲੋ ਦੁੱਖਨ ਭਰੇ। ਜਦੋਂ ਵੀ ਮੈਂ ਕੁਝ ਸੋਚਦਾ ਹਾਂ, ਚਿਤਵਨੀ ਕਰਦਾ ਹਾਂ, ਉਦੋਂ ਤੱਕ ਦੁੱਖਾਂ ਨਾਲ ਭਰੇ ਹੋਏ ਸੀ। ਜੋ ਕਿਰਪਾਲ ਗੁਰ ਪੂਰਾ ਭੇਟਿਆ, ਜਦੋਂ ਪੂਰਾ ਸਤਿਗੁਰੂ ਕਿਰਪਾਲੂ ਦਿਆਲੂ ਹੋਇਆ ਤੇ ਮਿਲਿਆ, ਤਾਂ ਉਹ ਆਨੰਦ ਸਹਿਜੇ, ਤਾਂ ਸਹਿਜੇ ਸੁਤੇ ਸਿਧ ਹੀ ਆਨੰਦ ਦੀ ਪ੍ਰਾਪਤੀ ਹੋਈ, ਅਡੋਲਤਾ ਤੇ ਆਨੰਦ ਪ੍ਰਾਪਤ ਹੋਇਆ।
ਜੇਤੀ ਸਿਆਣਪ ਕਰਮ ਹਉ ਕੀਏ। ਹੰਗਤਾ ਧਾਰ ਕੇ ਜਿਨੀ ਸਿਆਣਪ ਮੈਂ ਆਪਣੇ ਵਿੱਚ ਧਾਰਨ ਕੀਤੀ, ਜਿੰਨੇ ਕਰਮ ਮੈਂ ਕੀਤੇ ਤੇ ਬੰਧ ਪਰੇ, ਉਹਨੇ ਹੀ ਬੰਧਨ ਗਲ 'ਚ ਪਏ ਰਹੇ। ਜੋ ਸਾਧੂ ਕਰ ਮਸਤਕ ਧਰੇ, ਜਦੋਂ ਸਾਧੂ ਸਤਿਗੁਰਾਂ ਨੇ ਆਪਣਾ ਕਿਰਪਾ ਰੂਪੀ ਹੱਥ ਮੇਰੇ ਅੰਤਸ਼ ਕਰਨ ਰੂਪੀ ਮੱਥੇ ਤੇ ਧਰਿਆ, ਤਬ ਹਮ ਮੁਕਤ ਪਏ, ਤਦੋਂ ਅਸੀਂ ਸਾਰਿਆਂ ਬੰਧਨਾਂ ਤੋਂ ਖਲਾਸ ਹੋ ਗਏ, ਕੋਈ ਬੰਧਨ ਨਾ ਰਹਿ ਗਿਆ। ਜੋ ਲੋ ਮੇਰੋ ਮੇਰੋ ਕਰਤੋ ਤਉ ਲੋ ਬਿਖ ਘੇਰੇ, ਜਦੋਂ ਤੱਕ ਮੇਰਾ ਆ ਮੇਰਾ ਆ ਮੇਰਾ ਆ ਚੀਜ਼ ਮੇਰੀ, ਜਬ ਲਗ ਮੇਰੀ ਮੇਰੀ ਕਰੈ ਤਬ ਲਗ ਕਾਜ ਏਕ ਨਹੀਂ ਸਰੈ, ਜਬ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰ ਹੈ। ਤਉ ਲੋ ਬਿਖ ਘੇਰੇ, ਜਿਹੜੀ ਬਿਖ ਜ਼ਹਿਰਵਤ ਮਾਇਆ ਨਾ, ਇਸ ਦੇ ਘੇਰੇ ਵਿੱਚ ਘਿਰੇ ਰਹੇ। ਮਨ ਤਨ ਬੁੱਧ ਅਰਪੀ ਠਾਕੁਰ ਕੋ ਤਬ ਹਮ ਸਹਿਜ ਸੋਏ। ਮਨ ਤਨ ਬੁੱਧ ਸਾਰਾ ਕੁਝ ਠਾਕੁਰ ਅਕਾਲ ਪੁਰਖ ਨੂੰ ਜਦੋਂ ਅਰਪਣ ਕਰ ਦਿੱਤਾ, ਤਦੋਂ ਅਸੀਂ ਸਹਿਜ ਅਡੋਲਤਾ ਵਾਲੀ ਅਵਸਥਾ 'ਚ ਸੌਂ ਗਏ। ਭਾਵ ਹੈ ਕਿ ਮਨ ਦੇ ਫੁਰਨੇ ਸ਼ਾਂਤ ਹੋ ਗਏ, ਮਨ ਦੀ ਸਮਾਧੀ ਲੱਗ ਗਈ, ਦੌੜ ਭੱਜ ਮਿਟ ਗਈ। ਇਸ ਤਰ੍ਹਾਂ ਦੀ ਨੀਂਦ ਆਈ, ਸੰਸਾਰ ਵੱਲੋਂ ਨੀਂਦ ਆ ਗਈ, ਸੌਂ ਗਏ, ਵਿਕਾਰਾਂ ਵੱਲੋਂ ਸੌਂ ਗਏ। ਜੋ ਲੋ ਪੋਟ ਉਠਾਈ ਚੱਲਿਓ ਤਉ ਲੋ ਡਾਨ ਭਰੇ, ਜਦੋਂ ਤੱਕ ਵਿਕਾਰਾਂ ਆਦਿਕਾਂ ਦੀ ਪੰਡ ਸਿਰ 'ਤੇ ਚੱਕੀ ਹੋਈ ਸੀ ਤੇ ਪੰਡ ਚੁੱਕ ਕੇ ਤੁਰਦੇ ਸੀ, ਉਦੋਂ ਤੱਕ ਤੇ ਡੰਨ ਨਾਲ ਹੀ ਭਰੇ ਹੋਏ ਸੀ, ਡੰਨ ਦੁੱਖ। ਸੋ ਇਸ ਪ੍ਰਕਾਰ ਦੁੱਖ ਆਦਿਕ ਮਿਲਦੇ ਸਨ। ਪੋਟ ਡਾਰ ਗੁਰ ਪੂਰਾ ਮਿਲਿਆ ਤਉ ਨਾਨਕ ਅੰਦਰ ਭਏ। ਸੋ ਇਸ ਪ੍ਰਕਾਰ ਜਦੋਂ ਪੂਰਾ ਗੁਰੂ ਮਿਲ ਪਿਆ ਤੇ ਜਿਹੜੀ ਬੰਨ ਉਠਾਈ ਪੋਟਲੀ ਸੀ ਨਾ, ਵਿਕਾਰਾਂ ਦੀ ਪੋਟਲੀ ਪੰਡ ਜਿਹੜੀ ਸੀ ਡਾਰ ਸੁੱਟ ਦਿੱਤੀ, ਤਾਂ ਨਿਰਭਉ ਹੋ ਗਏ। ਪੂਰੇ ਗੁਰੂ ਦੇ ਮਿਲਾਪ ਦੁਆਰਾ ਮਾਇਆ ਦੀ ਪੰਡ, ਤ੍ਰਿਸ਼ਨਾ ਦੀ ਪੰਡ, ਵਿਕਾਰਾਂ ਦੀ ਪੰਡ ਜਦੋਂ ਸੁੱਟ ਦਿੱਤੀ ਤਾਂ ਨਿਰਭਉ ਅਵਸਥਾ 'ਚ ਚਲੇ ਗਏ। ਉੱਥੇ ਡਰ ਕੋਈ ਨਾ ਰਹਿ ਗਿਆ। ਗੌੜੀ ਮਾਲਾ ਮਹੱਲਾ ਪੰਜਵਾਂ। ਗੌੜੀ ਰਾਗਣੀ ਮਾਲਾ ਵੰਨਗੀ ਜਾਤੀ। ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਬਚਨ ਫਰਮਾਉਂਦੇ ਨੇ, ਭਾਵਨ ਤਿਆਗਿਓ ਰੀ ਤਿਆਗਿਓ, ਹੇ ਰੀ ਸਖੀ, ਮੈਂ ਆਪਣੇ ਅੰਦਰ ਦੀ ਜਿਹੜੀ ਭਾਵਨ ਖੁਆਸ਼ ਸੀ ਨਾ, ਖੁਆਸ਼ ਉਹ ਤਿਆਗੀ ਹੈ, ਬਿਲਕੁਲ ਤਿਆਗ ਦਿੱਤੀ ਹੈ। ਤਿਆਗਿਓ ਮੈਂ ਗੁਰਮਿਲ ਤਿਆਗਿਓ, ਸਤਿਗੁਰੂ ਮਹਾਰਾਜ ਨੂੰ ਮਿਲ ਕੇ ਜਿਹੜੀਆਂ ਖੁਆਇਸ਼ਾਂ ਹਨ, ਲਗਾਓ ਸੀ ਸੰਸਾਰ ਨਾਲ, ਉਹ ਤਿਆਗਿਆ ਹੈ। ਸਰਬ ਸੁਖ ਆਨੰਦ ਮੰਗਲ ਰਸ, ਹੁਣ ਸਾਰੇ ਤਮਾਮ ਸੁੱਖ ਮਿਲੇ ਨੇ, ਹਰ ਤਰ੍ਹਾਂ ਦਾ ਆਨੰਦ, ਮੰਗਲ, ਖੁਸ਼ੀਆਂ ਤੇ ਆਤਮਿਕ ਰਸ ਪ੍ਰਾਪਤ ਹੋਇਆ। ਮਾਨ ਗੋਬਿੰਦਾ ਆਗਿਓ, ਮਨ ਵਿੱਚ ਜਦੋਂ ਗੋਬਿੰਦ ਪਰਮਾਤਮਾ ਦੀ ਆਗਿਆ ਨੂੰ ਮੰਨ ਲਿਆ, ਪਰਮਾਤਮਾ ਦੇ ਭਾਣੇ ਨੂੰ ਮੰਨ ਲਿਆ, ਰਜਾ ਨੂੰ ਮੰਨ ਲਿਆ, ਜਾਂ ਸੁਖ ਤਾਂ ਸਹੁਰਾਵਿਓ ਦੁੱਖ ਪੀ ਸੰਭਾਲੇ ਹੋਏ, ਨਾਨਕ ਕਹੈ ਸਿਆਣੀਏ ਇਉ ਕੰਤ ਮਿਲਾਵਾ ਹੋਏ। ਰਹਾਓ, ਮਾਨ ਅਭਿਮਾਨ ਦੋ ਸਮਾਨੇ, ਮਾਣ ਆਦਰ ਕਰਾਉਣ ਦੀ ਇੱਛਾ ਤੇ ਕਿਸੇ ਦਾ ਅਭਿਮਾਨ ਹੰਕਾਰ ਕਰਕੇ ਆਕੜ ਕੇ ਸਾਨੂੰ ਵਿਖਾਉਣਾ, ਇਹ ਸਾਡੇ ਲਈ ਦੋਵੇਂ ਸਮਾਨ ਬਰਾਬਰ ਹੀ ਹਨ। ਮਸਤਕ ਡਾਰ ਗੁਰ ਪਾਗਿਓ, ਜਿਹੜਾ ਮੱਥਾ ਹੈ ਸਤਿਗੁਰੂ ਮਹਾਰਾਜ ਦੇ ਪਗਾਂ ਤੇ ਚਰਨਾਂ ਤੇ ਡਾਰ ਸੁੱਟ ਛੱਡਿਆ ਹੈ। ਸੰਪਤ ਹਰਖ ਨ ਆਪਤ ਦੁਖਾ, ਸੰਪਤੀ ਜਾਇਦਾਦ ਨੂੰ ਵੇਖ ਕੇ, ਪਦਾਰਥਾਂ ਧਨ ਦੌਲਤ ਨੂੰ ਵੇਖ ਕੇ ਖੁਸ਼ੀ ਨਹੀਂ ਹੈ, ਤੇ ਆਪਦਾ ਪਦਾ ਕੋਈ ਬਿਪਤਾ ਆ ਜੇ ਦੁੱਖ ਨਹੀਂ ਹੁੰਦਾ। ਰੰਗ ਠਾਕੁਰ ਹੈ ਲਾਗਿਓ, ਮਨ ਦੇ ਅੰਦਰ ਠਾਕੁਰ ਪਰਮਾਤਮਾ ਦਾ ਰੰਗ ਪ੍ਰੇਮ ਜੋ ਲੱਗਾ ਹੋਇਆ। ਹੁਣ ਐਸੀਆਂ ਅਵਸਥਾ ਨਹੀਂ ਵੀ ਕੁਝ ਪਦਾਰਥ ਵੇਖੀਏ ਕੋਲ ਆਇਆ ਤੇ ਖੁਸ਼ੀ ਹੋ ਜਾਏ, ਕੋਈ ਤਕਲੀਫ ਆਏ ਤੇ ਦੁੱਖ ਮਹਿਸੂਸ ਹੋਵੇ, ਕੋਈ ਬਿਪਤਾ ਆ ਜੇ ਤਾਂ ਦੁੱਖ ਮਹਿਸੂਸ ਹੋਵੇ, ਐਸਾ ਨਹੀਂ। ਬਾਸ ਬਾਸਰੀ ਇੱਕ ਹੈ ਸੁਆਮੀ, ਸਾਰੀਆਂ ਜਿਹੜੀਆਂ ਵਸੋਂ ਵਾਲੀਆਂ ਥਾਵਾਂ ਹਨ, ਬਾਸ ਮੈਨੇ ਸਥਾਨ, ਤੇ ਬਾਸਰੀ ਸਥਾਨਾਂ 'ਤੇ ਵਸਣ ਵਾਲੇ ਜਿਹੜੇ ਜੀਵ ਨੇ, ਇੱਕ ਹੈ ਸੁਆਮੀ, ਸਾਰਿਆਂ 'ਚ ਇੱਕ ਸੁਆਮੀ ਪਰਮਾਤਮਾ ਦੀ ਹੀ ਜੋਤ ਹਰ ਥਾਂ ਮੌਜੂਦ ਹੈ। ਉਦਿਆਨ ਦ੍ਰਿਸ਼ਟਾਗਿਓ, ਵਸੋਂ ਵਾਲੀਆਂ ਥਾਵਾਂ ਤੇ ਉਹਨਾਂ ਥਾਵਾਂ ਦੇ ਵਸਣ ਵਾਲਿਆਂ 'ਚ ਵੀ, ਤੇ ਉਦਿਆਨ ਬੀਆਬਾਨ ਉਜਾੜ ਜੰਗਲਾਂ ਵਿੱਚ ਵੀ ਦ੍ਰਿਸ਼ਟੀ ਆਇਆ ਪਰਮਾਤਮਾ ਹੀ। ਨਿਰਭਉ ਭਏ ਸੰਤ ਭਰਮ ਡਾਰਿਓ, ਸੰਤ ਸਤਿਗੁਰਾਂ ਨੇ ਹਿਰਦੇ 'ਚੋਂ ਜਿਹੜਾ ਭਰਮ ਸੀ ਉਹ ਡਾਰਿਓ ਦੂਰ ਕਰਤਾ, ਮੇਟ ਦਿੱਤਾ ਹੈ, ਨਿਰਵਾਰ ਦਿੱਤਾ ਹੈ। ਨਿਰਭਉ ਭਏ, ਅਸੀਂ ਹੁਣ ਡਰ ਤੋਂ ਰਹਿਤ ਹੋ ਗਏ। ਪੂਰਨ ਸਰਬਾਗਿਓ, ਜਿਹੜਾ ਸਰਬੱਗ ਪਰਮਾਤਮਾ ਸਰਬ ਸ਼ਕਤੀਮਾਨ ਪੂਰਨ ਸਮਾਇਆ ਹੋਇਆ ਸਾਰਿਆਂ ਦੇ ਵਿੱਚ ਹੀ, ਸਾਰੀ ਸ੍ਰਿਸ਼ਟੀ ਵਿੱਚ ਦਿਖਾਈ ਦੇ ਰਿਹਾ। ਜੋ ਕਿਛ ਕਰਤਾ ਕਾਰਨ ਕੀਨੋ, ਜੋ ਕੁਝ ਵੀ ਕਰਤੇ ਅਕਾਲ ਪੁਰਖ ਨੇ ਵਿਧੀਆਂ ਬਣਾਈਆਂ, ਸਬੱਬ ਬਣਾਏ, ਢੰਗ ਵਜ੍ਹਾ ਜੋ ਬਣਾਏ, ਮਨ ਬੁਰਾ ਨਾ ਲੱਗੇ। ਉਸ ਦਾ ਕੀਤਾ ਕੁਛ ਵੀ ਮਨ 'ਚ ਬੁਰਾ ਨਹੀਂ ਹੋਣ ਲੱਗਾ।
ਸਾਧ ਸੰਗਤ ਪ੍ਰਸਾਦ ਸੰਤਨ ਕੈ ਸੋਇਓ ਮਨ ਜਾਗਿਓ। ਸਾਧ ਸੰਗਤ ਵਿੱਚ ਵਸਣ ਕਰਕੇ ਤੇ ਸੰਤ ਮਹਾਤਮਾ ਗੁਰਮੁਖ ਪਿਆਰਿਆਂ ਦੀ ਪ੍ਰਸਾਦ ਕਿਰਪਾ ਕਰਕੇ ਜਿਹੜਾ ਸੁੱਤਾ ਹੋਇਆ ਮਨ ਸੀ ਅਵਿਦਿਆ ਗਿਆਨਤਾ ਦੀ ਨੀਂਦ ਵਿੱਚ, ਉਹ ਹੁਣ ਜਾਗ ਪਿਆ ਹੈ। ਜਨ ਨਾਨਕ ਓੜ ਤੁਹਾਰੀ ਪਰਿਓ। ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਇਹ ਜਨ ਸੇਵਕ ਤੁਹਾਡੀ ਓਟ ਵਿੱਚ ਪਿਆ ਹੈ। ਆਇਓ ਸਰਣਾਗੇ, ਤੁਹਾਡੀ ਸ਼ਰਨ 'ਚ ਆ ਕੇ ਤੁਹਾਡੀ ਓਟ ਲੈ ਕੇ ਮਹਾਰਾਜ ਤੁਹਾਡੇ ਚਰਨੀ ਪੈ ਗਿਆ। ਨਾਮ ਰੰਗ ਸਹਿਜ ਰਸ ਮਾਣੇ, ਫਿਰ ਦੁੱਖ ਨਾ ਲਾਗਿਓ। ਵਾਹਿਗੁਰੂ ਦੇ ਨਾਮ ਕਰਕੇ ਪ੍ਰੇਮ ਰੰਗ, ਨਾਮ ਦਾ ਪ੍ਰੇਮ, ਵਾਹਿਗੁਰੂ ਦਾ ਪ੍ਰੇਮ, ਸਹਿਜ ਮਾਨਸਿਕ ਅਡੋਲਤਾ, ਆਤਮਿਕ ਰਸ, ਇਹ ਸਭ ਕੁਝ ਅਸੀਂ ਮਾਣਿਆ ਹੈ। ਅਤੇ ਜਿਹੜਾ ਸੰਸਾਰੀ ਦੁੱਖ ਹੈ ਨਾ, ਫਿਰ ਦੁਬਾਰਾ ਕਦੇ ਲੱਗਾ ਨਹੀਂ। ਸੰਸਾਰੀ ਦੁੱਖ ਦੁਬਾਰਾ ਮੁੜ ਕੇ ਨਹੀਂ ਲੱਗਦਾ ਜਦੋਂ ਇਹ ਅਵਸਥਾ ਪ੍ਰਾਪਤ ਹੋ ਜਾਏ। ਨਾਮ ਦਾ ਰੰਗ ਹੋਵੇ, ਮਾਨਸਿਕ ਅਡੋਲਤਾ, ਅਤੇ ਵਾਹਿਗੁਰੂ ਦੇ ਪ੍ਰੇਮ ਰਸ ਵਿੱਚ ਮਸਤ ਹੋਏ ਹੋਈਏ, ਰੰਗ ਮਾਣਦੇ ਹੋਈਏ, ਰਸ ਮਾਣਦੇ ਹੋਈਏ, ਫਿਰ ਦੁੱਖ ਨਹੀਂ ਲੱਗਦਾ ਹੈ। ਇੱਥੋਂ ਤੱਕ ਸਤਿਗੁਰੂ ਮਹਾਰਾਜ ਦੇ ਮੁਬਾਰਕ ਬਚਨਾਂ ਨੂੰ ਗੁਰੂ ਕਿਰਪਾ ਸਦਕਾ ਵਿਚਾਰਿਆ ਹੈ। ਹੋਈਆਂ ਭੁੱਲਾਂ ਚੁੱਕਾਂ ਸਤਿਗੁਰੂ ਮਹਾਰਾਜ ਅਤੇ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ, ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।